ਸਤਿ ਸ਼੍ਰੀ ਅਕਾਲ, ਸਲਾਮ ਸਭ ਸਤਿਕਾਰਯੋਗ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਹੋਏ ਨੇ ਆਪਣੇ ਨਾਲ ਟਿਵਾਣਾ ਰੇਡੀਓ ਦੇ ਨਾਲ, ਪਰਮਿੰਦਰ ਸਿੰਘ ਟਿਵਾਣਾ ਦੇ ਨਾਲ। ਅੱਜ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਨਹੀਂ ਬਲਕਿ ਪੰਜਾਬ ਦੀ ਪਹਿਲੀ ਰਾਜਧਾਨੀ ਬਠਿੰਡਾ ਤੋਂ। ਸ਼ਹਿਰ ਬਠਿੰਡਾ ਪੰਜਾਬ ਦੀ ਪਹਿਲੀ ਰਾਜਧਾਨੀ ਸੀ, ਹੁਣ ਚੰਡੀਗੜ੍ਹ ਪੰਜਾਬ ਦੀ 6ਵੀਂ ਰਾਜਧਾਨੀ ਹੈ। ਉਦੋਂ ਬਠਿੰਡਾ 8ਵੀਂ ਸਦੀ 'ਚ ਜਦੋਂ ਪੰਜਾਬ ਦੀ ਕੈਪੀਟਲ ਸੀ, ਉਦੋਂ ਇਸ ਦਾ ਨਾਂ ਸੀ ਬਿਕਰਮਗੜ੍ਹ। ਸੋ ਸਾਹਿਤ, ਇਤਿਹਾਸ, ਵਿਰਾਸਤ ਦੇ ਖੇਤਰ ਦੇ ਵਿੱਚ, ਪੰਜਾਬੀਅਤ ਦੇ ਖੇਤਰ ਦੇ ਵਿੱਚ ਬਠਿੰਡਾ ਦਾ ਬੜਾ ਉੱਘਾ ਯੋਗਦਾਨ ਹੈ। ਅਤੇ ਇਸੇ ਤਰ੍ਹਾਂ ਸਾਹਿਤ ਦੇ ਖੇਤਰ ਦੇ ਵਿੱਚ ਇੱਕ ਮਾਣਮੱਤੀ ਸ਼ਖਸੀਅਤ ਜਿਹਨੂੰ ਆਪਣੇ ਪੁਰਾਣੇ ਸਰੋਤੇ ਦਰਸ਼ਕ ਬੜਾ ਚੰਗੀ ਤਰ੍ਹਾਂ ਜਾਣਦੇ ਨੇ, ਸਾਹ ਜੋਗਿੰਦਰ ਸਿੰਘ ਸਿਵੀਆ। ਬਿਲਕੁਲ ਬਠਿੰਡੇ ਦੇ ਥਰਮਲ ਦੇ ਨਾਲ ਸਿਵੀਆ ਪਿੰਡ ਹੈ ਅਤੇ ਉੱਥੋਂ ਸਾਬਕਾ ਅਧਿਆਪਕ, ਬਹੁਪੱਖੀ ਸ਼ਖਸੀਅਤ, ਲੇਖਕ ਸਾਹ ਜੋਗਿੰਦਰ ਸਿੰਘ ਸਿਵੀਆ ਆਪਣੇ ਨਾਲ ਨੇ। ਸਿਵੀਆ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੀ ਟੀਮ ਦਾ ਵੀ ਬਹੁਤ ਬਹੁਤ ਸਤਿਕਾਰ, ਸਤਿ ਸ਼੍ਰੀ ਅਕਾਲ। ਹਾਂਜੀ, ਮਿਹਰਬਾਨੀ। ਸੋ ਬਠਿੰਡਾ ਜੇ ਵੇਖਿਆ ਜਾਵੇ, ਇਹ ਬਠਿੰਡਾ ਉਹ ਹੈ ਜਿੱਥੇ ਪਹਿਲੀ ਮੁਸਲਿਮ ਰੂਲਰ ਰਜ਼ੀਆ ਸੁਲਤਾਨ ਵੀ ਕਦੇ ਬਠਿੰਡੇ ਦੇ ਕਿਲ੍ਹੇ 'ਚ ਬੰਦ ਸੀ। ਹਾਜੀ ਰਤਨ ਦਾ ਮੇਲਾ, ਅਤੇ ਖਾਸ ਕਰਕੇ ਪੰਜਾਬੀ ਸੱਭਿਆਚਾਰ ਦੇ ਖੇਤਰ 'ਚ ਬਾਬੂ ਰਜਬ ਅਲੀ ਜਿੱਥੇ ਮੇਲੇ ਲੱਗਦੇ ਸੀ, ਯਾਦ ਆਉਣ ਰਤਨ ਦੀਆਂ ਦਹਿੜਾਂ, ਉਹ ਲੋਕ ਬਠਿੰਡੇ ਦੇ ਉਹ ਫਿਰੋਗੇ ਭਾਲਦੇ ਬੱਖੀ ਦੀਆਂ ਪੈੜਾਂ। ਸੋ ਬਾਬੂ ਬਾਰਤਾ ਕਤੇਬੀ, ਚੀਨ ਦੇਸ਼ ਦੀ ਰਕੇਬੀ, ਬਾਬੂ ਬਾਰਤਾ ਕਤੇਬੀ ਅਤੇ ਬਠਿੰਡੇ ਦੀ ਜਲੇਬੀ ਸ਼ਹਿਦ ਵਾਂਗੂ ਘੁਰਦੀ। ਸੋ ਜਿਹੜਾ ਬਠਿੰਡਾ ਹੈ, ਇਹਦੀਆਂ ਬੜੀਆਂ ਖਾਸੀਅਤਾਂ ਨੇ। ਬਠਿੰਡੇ ਦੀ ਜਲੇਬੀ ਦੀ ਕੋਈ ਰੀਸ ਨਹੀਂ ਅਤੇ ਬਾਬੂ ਦੀ ਵਾਰਤਾ ਦੀ ਕੋਈ ਰੀਸ ਨਹੀਂ। ਸੋ ਵਾਰਤਾ ਜੇ ਸਾਹਿਤਕ ਜਾਂ ਵਿਰਾਸਤ ਜਾਂ ਮੌਲਿਕ ਲੇਖਣੀ ਦੇ ਪੱਖੋਂ ਸਾਹ ਜੋਗਿੰਦਰ ਸਿੰਘ ਸਿਵੀਆ ਹੋਰੀ 15-16 ਕਿਤਾਬਾਂ ਹੁਣ ਤੱਕ ਲਿਖ ਚੁੱਕੇ ਨੇ। ਸਿਵੀਆ ਸਾਹਿਬ ਉਮਰ ਦੇ 82ਵੇਂ ਸਾਲ 'ਚੋਂ ਕਈ ਸਾਲ ਮਾਸਟਰੀ ਕੀਤੀ, ਖੇਤੀਬਾੜੀ ਨਾਲ ਵੀ ਵਾਬਸਤਾ ਹੋ, ਬੜਾ ਵਸਦਾ ਰਸਦਾ ਪਰਿਵਾਰ ਹੈ। ਅਤੇ ਸੁੱਖ ਨਾਲ ਜਿਹੜਾ ਕੈਮਰੇ ਦੇ ਪਿੱਛੇ ਹੈ ਸੁਖਨ, ਉਹ ਸੁਖਨਵਰ ਸਿੰਘ ਸਿਵੀਆ, ਅਤੇ ਸੁਖਨਵਰ ਜਿਹੜਾ ਹੈ ਉਹ ਕੈਮਰੇ ਦੇ ਪਿੱਛੇ ਮਦਦ ਕਰ ਰਿਹਾ। ਅਤੇ ਬਹੁਤ ਸੋਹਣਾ ਸੁਖਨਵਰ ਜਿਹੜਾ ਹੈਗਾ ਉਹ ਚਿੱਤਰਕਾਰ ਵੀ ਹੈ ਨਾ। ਦਾਦੇ ਪੋਤੇ ਦਾ ਖੂਬ ਮੇਲ ਹੈ, ਪਰਿਵਾਰ 'ਚ ਰੰਗ ਲੱਗੇ ਨੇ। ਸੋ ਅਧਿਆਪਨ ਦੇ ਖੇਤਰ ਦੇ ਵਿੱਚ ਤੁਹਾਡੀ ਨੂੰਹ ਰਾਣੀ ਭੈਣ ਸ਼ਿੰਦਰਪਾਲ ਸਾਡੀ, ਉਹ ਵੀ ਅਧਿਆਪਕ ਹੈ, ਅਤੇ ਧਿਆਣੀ ਵੀ ਤੁਹਾਡੀ ਸਾਡੀ ਭੈਣ, ਉਹ ਵੀ ਅਧਿਆਪਕ ਹੈ। ਅਤੇ ਪੱਪੀ ਬਾਈ ਜੀ ਹੋਰੀ, ਪੱਪੀ ਸਿਵੀਆ ਕਾਰੋਬਾਰੀ ਨੇ, ਅਤੇ ਬੜੀਆਂ ਰੌਣਕਾਂ ਨੇ। ਸੋ ਜ਼ਿੰਦਗੀ ਦੇ ਇਸ ਪੰਧ 'ਤੇ 82 ਵਰ੍ਹੇ ਹੋ ਗਏ ਨੇ। ਅਤੇ ਇਹ ਲਿਖਣ ਦਾ ਰੁਝਾਨ ਕਦੋਂ ਸ਼ੁਰੂ ਹੋਇਆ? ਤੁਹਾਡੀ 16ਵੀਂ ਕਿਤਾਬ ਮੇਰੇ ਖਿਆਲ ਆ ਰਹੀ ਹੈ ਹੁਣ ਜੀ। ਲਿਖਣ ਦਾ ਰੁਝਾਨ ਮੈਂ ਰਿਟਾਇਰ ਹੋਣ ਤੋਂ ਬਾਅਦ 5 ਸਾਲ ਜੀ, 98 'ਚ ਮੈਂ ਰਿਟਾਇਰ ਹੋਇਆ। ਉਦੋਂ ਬਾਅਦ 5 ਸਾਲ ਮੈਂ ਲਿਖਣਾ ਸ਼ੁਰੂ ਕੀਤਾ ਸੀ। ਔਰ ਪਹਿਲਾ ਆਰਟੀਕਲ ਜੋ ਮੈਂ ਲਿਖਿਆ ਸੀ ਉਹ ਪ੍ਰਿੰਸੀਪਲ ਸਾਹਿਬ ਲਿਖਿਆ ਸੀ, ਅਤੇ ਉਹ ਆਰਟੀਕਲ ਪੰਜਾਬੀ ਟ੍ਰਿਬਿਊਨ ਦੇ ਵਿੱਚ ਹਫ਼ਤੇ ਬਾਅਦ ਛਪ ਗਿਆ ਅਤੇ ਮੈਨੂੰ ਬੜੀ ਖੁਸ਼ੀ ਹੋਈ। ਫਿਰ ਚਿੱਠੀਆਂ ਬਹੁਤ ਲੱਗੀਆਂ ਉਹਦੇ 'ਤੇ, ਉਸ ਆਰਟੀਕਲ ਨੂੰ ਸਲਾਹਿਆ ਗਿਆ, ਕਿਉਂਕਿ ਉਹਦੇ ਵਿੱਚ ਜੋ ਕੁਝ ਗੱਲਾਂ ਮੈਂ ਲਿਖੀਆਂ ਸੀ ਉਹ ਮੇਰੇ ਨਾਲ ਬੀਤੀਆਂ ਹੋਈਆਂ ਸੀਗੀਆਂ। ਵੀ ਇੱਕ ਪ੍ਰਿੰਸੀਪਲ ਦੀ ਖੂਬੀ ਦੱਸੀ ਸੀਗੀ ਵੀ ਕਿੰਨਾ ਵਿਦਵਾਨ ਹੋਣਾ ਚਾਹੀਦਾ, ਕਿਹੋ ਜਿਹਾ ਹੋਣਾ ਚਾਹੀਦਾ, ਉਹਨੂੰ ਸੁੰਘ ਕੇ ਪਤਾ ਲੱਗ ਜਾਣਾ ਚਾਹੀਦਾ ਵੀ ਕਿਹੜਾ ਟੀਚਰ ਕੀ ਚਾਹੁੰਦਾ ਹੈ। ਅਤੇ ਉਦੋਂ ਬਾਅਦ ਫਿਰ ਮੇਰਾ ਹੌਸਲਾ ਵੱਧ ਗਿਆ। ਫਿਰ ਮੈਂ ਲਿਖਿਆ ਸੇਵਾ ਮੁਕਤੀ ਜਿਉਣ ਦੀ ਜੁਗਤੀ, ਉਹ ਵੀ ਹਫ਼ਤੇ ਬਾਅਦ ਛਪ ਗਿਆ। ਫਿਰ ਮੈਂ ਇੱਕ ਧਾਰਮਿਕ ਲੇਖ ਲਿਖਿਆ ਤੇਰੇ ਭਰੋਸੇ ਪਿਆਰੇ, ਉਹ ਵੀ ਛਪ ਗਿਆ। ਉਸ ਤੋਂ ਬਾਅਦ ਫਿਰ ਮੇਰਾ ਮਤਲਬ ਗੱਡੀ ਚੱਲ ਸੋ ਚੱਲ। ਸੋ ਬਠਿੰਡਾ ਸ਼ਹਿਰ ਹੈ ਜਿਹੜਾ ਕਿ 7 ਲਾਈਨਾਂ ਪੈਂਦੀਆਂ ਸ਼ਹਿਰ ਨੇ ਬਠਿੰਡੇ, ਜਿਉਂ ਭੰਬੌਰ ਸੱਸੀ ਦੇ। ਸੋ ਇਸ ਖਿੱਤੇ ਦਾ ਬੜਾ ਵੱਡਾ ਰੇਲਵੇ ਸਟੇਸ਼ਨ ਜੰਕਸ਼ਨ ਹੈ ਬਠਿੰਡਾ। ਸੋ ਗੱਡੀ ਚੱਲ ਸੋ ਚੱਲ। ਸੋ ਜ਼ਿੰਦਗੀ 'ਚ ਜਿਹੜੀਆਂ ਦੁਸ਼ਵਾਰੀਆਂ ਤੁਹਾਡੀ ਪੀੜ੍ਹੀ ਨੇ ਬਹੁਤ ਝੱਲੀਆਂ, ਇੱਥੇ ਥਰਮਲ ਪਲਾਂਟ ਵੀ ਬਣਿਆ ਜਿਹਦੇ ਬਾਰੇ ਕਰਮ ਸਿੰਘ ਹੋਰੀ ਲਿਖਦੇ ਹੁੰਦੇ ਸੀਗੇ ਕਿ ਬਠਿੰਡਾ ਸਾਡਾ ਹੋਇਆ ਚਿਲਮੀ, 4-4 ਰੱਖਦਾ ਚਿਲਮਾਂ। ਤੁਹਾਡੇ ਪਿੰਡ ਦੀ ਜੂਹ ਦੇ ਲਾਗੇ ਥਰਮਲ ਪਲਾਂਟ ਹੈ, 4 ਚਿਮਨੀਆਂ 'ਚੋਂ ਧੂੰਆਂ ਤਾਂ ਨਹੀਂ ਨਿਕਲਦਾ। ਪਰ ਜਿਸ ਤਰ੍ਹਾਂ ਸਾਹਿਤ ਦੇ ਖੇਤਰ ਦੇ ਵਿੱਚ ਗਾਰਗੀ ਇਹਨਾਂ ਨੂੰ ਸਰਕਾਰ ਦੇ ਘੱਗਰਿਆਂ ਦਾ ਹੁੰਦਾ ਸੀਗਾ। ਨਹੀਂ, 35-40 ਸਾਲ ਪੂਰੇ ਪੰਜਾਬ ਨੂੰ ਰੁਸ਼ਨਾਇਆ ਹੈ ਨਾ। ਸੋ ਝੀਲਾਂ ਕੋਲ ਸਾਨੂੰ ਕੀ ਗੀਤ ਆਉਂਦਾ ਸੀ, ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਹੀਆ। ਸੋ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਕੀ, ਬੜੀਆਂ ਖਾਸੀਅਤਾਂ ਨੇ ਬਠਿੰਡੇ ਦੀਆਂ। ਖੈਰ ਇਹ ਜਿਹੜਾ ਕਿਤਾਬਾਂ, ਕਿਉਂਕਿ ਮੇਰੀ ਵੀ ਤੁਹਾਡੇ ਨਾਲ ਜਿਹੜੀ ਸਾਂਝ ਹੈ ਉਹ ਇਹਨਾਂ ਸ਼ਬਦਾਂ ਦੇ ਜ਼ਰੀਏ ਪਈ। ਮੈਂ ਤੁਹਾਡੇ ਆਰਟੀਕਲ ਪੜ੍ਹਦਾ ਸੀ, ਪਾਠਕ ਸੀ, ਅਤੇ ਫਿਰ ਰੇਡੀਓ 'ਤੇ ਤੁਸੀਂ ਆਉਣ ਲੱਗੇ, ਚੰਨ ਪ੍ਰਦੇਸੀ 'ਤੇ ਲੰਮਾ ਸਮਾਂ ਰਾਬਤਾ ਆਪਣਾ ਰਿਹਾ।
ਤੇ ਇਸ ਦੌਰਾਨ ਤੁਹਾਡੀਆਂ ਕਿਤਾਬਾਂ ਵੀ ਚੰਨ ਪਰਦੇਸੀ ਰੇਡੀਓ ਵੱਲੋਂ ਸਰਵਣ ਸਿੰਘ ਟਿਵਾਣਾ ਬਸਰਾਉਂ ਸਾਹਿਬ ਹੋਰਾਂ ਵੱਲੋਂ ਛਪਵਾਈਆਂ ਗਈਆਂ ਤੇ ਫਿਰ ਪੰਜਾਬੀ ਸੱਤ ਕਈ ਜਿਹੜੇ ਲੇਖਕ ਨੇ ਜਾਂ ਜਿਹੜੇ ਪ੍ਰਕਾਸ਼ਕ ਨੇ ਜੌਲ ਸਾਹਿਬ ਹੋ ਗਏ ਜਨਵੇਜਾ ਸੋ ਉਹਨਾਂ ਨੇ ਫਿਰ ਇਹ ਕਿਤਾਬਾਂ ਛਾਪਣ ਦਾ ਸਿਲਸਿਲਾ ਸ਼ੁਰੂ ਕੀਤਾ ਜੀ। ਹਾਂ ਜੀ, ਪਹਿਲੀਆਂ ਜਿਹੜੀਆਂ 2 ਕਿਤਾਬਾਂ ਸੀ ਉਹ ਮੈਂ ਆਪ ਛਪਾਈਆਂ ਤੇ ਬਾਕੀ ਫਿਰ ਸਿਲਸਿਲਾ ਤੁਹਾਡੇ ਨਾਲ ਜੁੜ ਗਿਆ। ਪਹਿਲਾਂ ਹਰਮਨ ਰੇਡੀਓ ਸੀ, ਫਿਰ ਚੰਨ ਪਰਦੇਸੀ ਤੇ ਆ ਗਏ। ਚੰਨ ਪਰਦੇਸੀ ਨੇ ਮੈਨੂੰ ਬਹੁਤ ਚੰਨ ਤੇ ਪਹੁੰਚਾਤਾ, ਖੈਰ ਚੰਨ ਤੇ ਤਾਂ ਨਹੀਂ ਪਹੁੰਚੇ ਤੇ ਨਹੀਂ ਪੰਜਾਬੀਆਂ ਦੇ ਦਿਲਾਂ 'ਚ ਚੰਨ ਵਾਂਗ ਚਾਹੁੰਦੇ। ਹਾਂ, ਤੇ ਵਿਰਸੇ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਇਹ ਮੈਂ ਸਾਰੀਆਂ ਕਿਤਾਬਾਂ 'ਚ ਲਿਖੀਆਂ ਔਰ ਉਹ ਗੱਲ ਮੈਂ ਜੋ ਨਹੀਂ ਲਿਖੀ ਜਿਹੜੀ ਕਿ ਮੈਂ ਆਪ ਹੰਢਾਈ ਨਹੀਂ। ਮੇਰਾ ਬਚਪਨ ਜਿਹੜਾ ਉਹ ਬੜਾ ਕੁਝ ਸਾਂਸੇ ਫਿਕਰ ਵਾਲਾ ਵੀ ਹੈ ਔਰ ਬੇਫਿਕਰਾ ਵੀ ਹੈ ਕਿਉਂਕਿ ਮੇਰੀ ਮਾਤਾ ਜੀ ਸੀ, ਮੈਨੂੰ ਜਨਮ ਦੇਣ ਤੋਂ ਬਾਅਦ ਉਹ ਬਿਮਾਰ ਹੋ ਗਈ ਤੇ ਮੈਨੂੰ ਉਹਦੇ ਨਾਲ ਬਿਲਕੁਲ ਤੋੜ ਲਿਆ ਗਿਆ ਕਿਉਂਕਿ ਉਹਨੂੰ ਤਪਦਿਕ ਹੋ ਗਿਆ ਸੀ। ਅੱਛਾ ਜੀ। ਉਸ ਵੇਲੇ ਇਹ ਧਾਰਨਾ ਸੀ ਕਿ ਛੋਟੇ ਬੱਚਿਆਂ ਨੂੰ ਛੇਤੀ ਇਹ ਬਿਮਾਰੀ ਚੰਬੜਦੀ ਹੈ, ਇਸ ਲਈ ਮੈਂ ਦੁੱਧ ਵੀ ਨਹੀਂ ਮਾਂ ਦਾ ਲਿਆ ਸਕਿਆ ਤੇ 4 ਮਾਵਾਂ ਦਾ ਮੈਂ ਹੋਰ ਦੁੱਧ ਲਿਆ ਹੈ। ਉਸ ਵੇਲੇ ਬੋਤਲਾਂ ਦੁੱਧ ਪਿਲਾਉਣ ਦਾ ਜਿਹੜਾ ਰਿਵਾਜ ਸੀ ਇਹ ਹੈ ਨਹੀਂ ਸੀਗਾ। ਬਾਕੀ ਇਹ ਵੀ ਰਾਤ ਨੂੰ ਸਿਆਲ ਦੀ ਰਾਤ ਵਿੱਚ ਜਦੋਂ ਮੈਂ ਸਤੰਬਰ 'ਚ ਮੇਰਾ ਜਨਮ ਹੋਇਆ, ਸਤੰਬਰ ਤੋਂ ਬਾਅਦ ਰਾਤਾਂ ਆ ਗਈਆਂ ਤੇ ਰਾਤਾਂ ਨੂੰ ਦੁੱਧ ਗਰਮ ਕਰਨਾ ਤੇ ਉਹ ਇੰਨੀ ਖੇਚਲ ਕੌਣ ਕਰੇ। ਮਾਂ ਤੋਂ ਬਿਨਾਂ ਮੇਰੀ ਦਾਦੀ ਜੀ ਨੇ ਮੈਨੂੰ ਸੰਭਾਲਿਆ, ਮੇਰੇ ਦਾਦੇ ਨੇ ਸੰਭਾਲਿਆ, ਮੇਰੇ ਪਿਤਾ ਨੇ ਸੰਭਾਲਿਆ, ਮੇਰੇ ਦੋਸਤ ਇਹ 3 ਸੀਗੇ, ਹੋਰ ਮੈਂ ਕਿਸੇ ਕੋਲੇ ਬੈਠਦਾ ਹੀ ਨਹੀਂ ਸੀਗਾ। ਬੜੀ ਮੁਸ਼ੱਕਤੀ ਲਾਈਫ ਸੀ ਤੁਹਾਡੀ। ਹਾਦਸਾ ਤੁਸੀਂ ਇੱਕ ਵਾਰੀ ਦੱਸਿਆ ਸੀ ਕਿਉਂਕਿ ਇਹ ਖਿੱਤੇ 'ਚ ਰੇਲਾਂ ਲੰਘਦੀਆਂ ਸੀ, ਉਹ ਮੇਰੇ ਖਿਆਲ ਜਿਹੜਾ ਫਲੂਹਾ ਪੈ ਗਿਆ ਸੀ ਇੱਕ ਵਾਰੀ ਰੇਲਵੇ ਲਾਈਨ ਤੋਂ ਲੰਘਦਿਆਂ ਤੁਹਾਡੀ ਅੱਖ 'ਚ। ਹਾਂ, ਅੱਖ 'ਚ ਪੈ ਗਿਆ ਸੀਗਾ। ਕੋਲੇ ਵਾਲੀਆਂ ਟ੍ਰੇਨਾਂ ਹੁੰਦੀਆਂ ਕੋਲੇ ਵਾਲੀਆਂ ਸੀ, ਅਸੀਂ ਲੀਹ ਦੇ ਨਾਲ ਜਾਇਆ ਕਰਦੇ ਸੀ ਰਸਤਾ ਜਿਹੜਾ। ਪੜ੍ਹਨ ਜਾਂਦੇ ਸੀ ਉਦੋਂ? ਹਾਂ, ਪੜ੍ਹਨ ਜਾਂਦਾ ਸੀ ਬਠਿੰਡੇ। ਮੈਂ ਸਿਵੀ ਤੋਂ ਬਠਿੰਡੇ ਚੌਥੀ ਦਾ ਇਮਤਿਹਾਨ ਬਠਿੰਡੇ ਜਾ ਕੇ ਦਿੱਤਾ ਸੀਗਾ। ਅੱਛਾ। ਉਸ ਤੋਂ ਬਾਅਦ ਫਿਰ ਮੈਂ 9ਵੀਂ 'ਚ ਮੈਨੂੰ ਸਾਈਕਲ ਮਿਲਿਆ। ਮਤਲਬ ਇੰਨੇ ਫਲੂਹੇ ਡਿੱਗਦੇ ਹੁੰਦੇ ਸੀ ਕੋਲੇ ਵਾਲੀਆਂ ਟ੍ਰੇਨਾਂ ਤੋਂ ਕਿ ਉਹ ਮਤਲਬ ਅੱਖ 'ਚ ਪੈ ਗਿਆ ਸੀ ਨਾ। ਹਾਂ, ਬਹੁਤ ਜਿਵੇਂ ਹਨੇਰੀ ਆਉਂਦੀ ਹੈ ਨਾ ਇਸ ਤਰ੍ਹਾਂ ਕੋਲਾ ਮੱਚਦਾ ਤਾਂ ਧੂੰਆਂ ਨਿਕਲਦਾ ਸੀਗਾ। ਮਤਲਬ ਲੋਕ ਵੀ ਟ੍ਰੇਨ ਦੇ ਨਾਲ ਹੀ ਜਿਹੜੇ ਰਸਤੇ ਸੀ ਉਹ ਵੀ ਟ੍ਰੇਨ ਦੀ ਲੀਹ ਦੇ ਨਾਲ ਹੁੰਦੇ ਸੀ। ਲੀਹ ਦੇ ਨਾਲ ਹੁੰਦਾ ਸੀਗਾ, ਸਾਈਕਲ ਦਾ ਰਸਤਾ ਹੋਰ ਹੁੰਦਾ ਹੀ ਨਹੀਂ ਸੀ। ਟਿੱਬੇ ਤਾਂ ਹੁੰਦੇ ਸੀਗੇ, ਸਾਡੇ ਗੱਡੇ ਖੜ ਜਾਂਦੇ ਜਿੱਥੇ ਹੁਣ ਖੇਤਾਂ ਬਸਤੀ ਹੈ। ਇੱਦਾਂ ਦਾ ਬਠਿੰਡਾ ਹੁੰਦਾ ਸੀ, ਭਾਵੇਂ 8ਵੀਂ ਸਦੀ 'ਚ ਰਾਜਧਾਨੀ ਸੀ, ਫਿਰ ਕਹਿੰਦੇ ਸੀ ਵੇਖਿਆ ਤੇਰਾ ਬਠਿੰਡਾ ਤੋਰੀ ਨਾ ਟਿੰਡਾ ਹੈ ਨਾ। ਖੁਸ਼ਕ ਇਲਾਕਾ ਸੀ ਬਹੁਤ, ਮਤਲਬ ਦੂਰ ਦਰਾਡੇ ਬਹੁਤ ਟਿੱਬੇ ਸੀਗੇ। ਆ ਬਲਾਡੇ ਵਾਲਾ ਨਾਲ ਹੀ ਹੈ ਆਪਣੇ ਬਲਾਡੇ ਵਾਲਾ ਪਿੰਡ। ਹਾਂ, ਤੇ ਇਹਦੇ 4 ਸਵੇਰੇ ਟਿੱਬੇ ਸੀ। ਕਿਹੜਾ ਇੱਕ ਬਰਾਤ ਆਈ, ਉਹਨੂੰ ਬਲਾਡੇ ਵਾਲਾ ਪਿੰਡ ਹੀ ਥਿਆਇਆ ਤੇ ਉਹ ਵਾਪਸ ਚਲੀ ਗਈ। ਅੱਛਾ। ਹਾਂ ਜੀ, ਇਸ ਤਰ੍ਹਾਂ ਦੀਆਂ ਵੀ ਮਿੱਥਾਂ ਹੈਗੀਆਂ। ਅਸਲੀ ਹੈ ਇਹ ਗੱਲ ਕਿ ਬਲਾਡੇ ਵਾਲਾ ਹੁਣ ਵੀ ਪਿੰਡਾ ਉਹ ਉੱਥੇ ਬਹੁਤ ਵੱਡਾ ਟਿੱਬਾ ਹੈਗਾ। ਉਹ ਤਾਂ ਪਹਾੜ ਹੀ ਹੈ, ਇੱਕ ਟਿੱਬਾ ਕੀ ਹੈ ਤੁਸੀਂ ਕਦੇ ਵੇਖੋ ਜਾ ਕੇ। ਉਹਦੇ ਵਿੱਚ ਦੀ ਸੜਕ ਲੰਘਦੀ ਹੈ ਤੇ ਦੋਨੀ ਪਾਸੇ ਉੱਚਾ ਹੀ ਥਾਂ ਹੈ, ਇੱਕ ਪਾਸੇ ਤਾਂ ਬਹੁਤ ਉੱਚਾ ਉੱਥੇ ਥੂਰ ਹੈ। ਉੱਥੇ ਜਿਸ ਤਰ੍ਹਾਂ ਰਾਜਸਥਾਨ ਆ ਇਸ ਤਰ੍ਹਾਂ ਦੀਆਂ ਛੋਟੀਆਂ ਝਾੜੀਆਂ ਵੀ ਉਹਦੇ ਉੱਤੇ ਉੱਗੀਆਂ ਹੋਈਆਂ ਤੇ ਉਸ ਦਾ ਮੈਂ ਕਿਤਾਬ ਦੇ ਵਿੱਚ ਆ ਜਿਹੜੀ ਮੇਰੀ ਨਵੀਂ ਕਿਤਾਬ ਹੈ ਅਲੋਪ ਹੋ ਰਹੇ ਸ਼ਬਦ, ਉਹਦੇ ਵਿੱਚ ਕੁਝ ਫੋਟੋ ਉੱਥੋਂ ਵੀ ਲੈ ਕੇ ਦਿੱਤੀਆਂ ਹੈ। ਮੈਂ ਉਸ ਕਿਤਾਬ ਦੇ ਵਿੱਚ ਹੋਰ ਫੋਟੋ ਵੀ ਲਾਈਆਂ ਹੈਗੀਆਂ, ਕਈ ਇਤਿਹਾਸਕ ਫੋਟੋ ਵੀ ਹੈਗੀਆਂ। ਸੋ ਇਸ ਵਾਸਤੇ ਬਠਿੰਡਾ ਜਿਹੜਾ ਹੈ ਉਹ ਟਿੱਬਿਆਂ ਦਾ ਇਲਾਕਾ ਹੀ ਹੁੰਦਾ ਸੀ ਸਮਝ ਲਓ। ਅਤੇ ਮੈਂ ਉਹ ਧਰਤੀ ਵੀ ਵੇਖੀ ਹੈ ਜਦੋਂ ਇਹ ਨਹਿਰ ਤੋਂ ਪਹਿਲਾਂ ਮਾਰੂ ਧਰਤੀ ਹੁੰਦੀ ਸੀ, ਉਹਦੇ ਦਰਸ਼ਨ ਵੀ ਮੈਂ ਕੀਤੇ ਹੈ। ਅੱਛਾ ਜੀ, ਜਦੋਂ ਇਹ ਜਿਹੜੀ ਨਹਿਰ ਆਉਣ ਤੋਂ ਪਹਿਲਾਂ, ਕਿਉਂਕਿ ਉਹ ਨਹਿਰ ਆਉਣ ਨਾਲ ਸੂਆ ਆਉਣ ਨਾਲ ਕੁਛ ਨੀਵੇਂ ਥਾਵਾਂ ਨੂੰ ਪਾਣੀ ਲੱਗਣ ਲੱਗਿਆ ਸੀ। ਜਿਹੜੇ ਟਿੱਬੇ ਸੀਗੇ ਉੱਚੇ ਕਿਰਾਏ ਨਹੀਂ ਗਏ ਸੀਗੇ, ਅੱਜ ਤਾਂ ਮਿੱਟੀ ਭਾਲੇ ਨਹੀਂ ਥਿਆਉਂਦੀ ਅਤੇ ਉਸ ਵੇਲੇ ਉਹਨਾਂ ਨੂੰ ਪਾਣੀ ਨਹੀਂ ਲੱਗਦਾ ਸੀਗਾ। ਅਤੇ ਮਾਰੂ ਖੇਤਾਂ ਦੇ ਵਿੱਚੋਂ ਮੈਂ ਖੋਤਰਾ ਵੀ ਖੋਤ ਕੇ ਲਿਆਉਂਦਾ, ਭਗਤਲ, ਦੁੱਧਕਲ, ਤਾਂਦਲਾ, ਖੱਬਲ, ਇਹੋ ਜਿਹੀਆਂ ਚੀਜ਼ਾਂ ਬਰੂ। ਜਿਵੇਂ ਤੁਸੀਂ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ, ਮੈਂ ਸੁਖਨਵਾਰ ਨੂੰ ਕਹਾਂਗਾ ਕਿ ਇਸ ਦੇ ਵਿੱਚ ਅਸੀਂ ਫੋਟੋ ਵੀ ਦਿਖਾਵਾਂਗੇ, ਪਰ ਮੈਂ ਨੈੱਟ 'ਤੇ ਵੀ ਸਰਚ ਮਾਰੀ, ਬਹੁਤ ਸੋਹਣਾ ਗੀਤ ਉਸ ਮੁੰਡੇ ਨੇ, ਗੀਤਕਾਰ ਨੇ ਲਿਖਿਆ, ਗਹਿਰੀ ਪਿੰਡ ਤੋਂ ਅਮਾਨ, PhD ਉਹਨੇ ਕੀਤੀ ਹੈ, ਅਤੇ ਸੱਜਣ ਅਦੀਬ ਨੇ ਗਾਇਆ ਕਿ ਭਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆ। ਸੋ ਉਹ ਭਸਰਾ ਲੋਕਾਂ ਨੂੰ ਭੁੱਲ ਗਿਆ, ਅੰਨੀ ਮੈਨੂੰ ਖਿੱਪ ਧਾਮਣ ਹੈ ਨਾ। ਕਿੰਨੇ ਜਿਹੜੇ ਨਦੀਨ ਨੇ, ਬੀਡਸ ਨੇ ਜਿਹੜੇ ਉਹ ਲੋਪ ਹੋ ਗਏ ਨੇ, ਜਾਂ ਉਹਨਾਂ ਦੇ ਬਾਰੇ ਹੁਣ ਜਿਹੜੇ ਨਦੀਨ ਨੇ ਜਿਨ੍ਹਾਂ ਬਾਰੇ ਸਾਨੂੰ ਗਿਆਨਤਾ ਨਹੀਂ, ਸਾਨੂੰ ਗਿਆਨ ਨਹੀਂ, ਜਿਨ੍ਹਾਂ ਬਾਰੇ ਅਗਿਆਨਤਾ ਆ,
ਉਹਨਾਂ ਨੂੰ ਅਸੀਂ ਨਾਦੀਨ ਕਹਿੰਦੇ ਹਾਂ ਕਿ ਇਹਦਾ ਕੋਈ ਦੀਨ ਨਹੀਂ ਹੈ। ਉਹਨਾਂ ਬੂਟਿਆਂ ਨੂੰ ਅਸੀਂ ਨਦੀਨ ਬਣਾ ਦਿੱਤਾ। ਅੱਕ ਜਵਾਸਾ ਅਗਰੀ ਤੇ ਚੌਥਾ ਗਾਡੀਵਾਨ, ਚਾਰੇ ਮੀਂਹ ਨਾ ਮੰਗਦੇ ਭਾਵੇਂ ਉੱਜੜ ਜਾਏ ਜਹਾਨ। ਜਿਵੇਂ ਚੀਜ਼ਾਂ ਤਬਦੀਲ ਹੋਈਆਂ, ਮੌਸਮ ਤਬਦੀਲ ਹੋਇਆ, ਜਲਵਾਯੂ ਤਬਦੀਲ ਹੋਇਆ, ਇਸ ਤਰ੍ਹਾਂ ਦੇ ਬਹੁਤ ਸਾਰੇ ਨਦੀਨ ਨੇ ਜਿਹੜੇ ਬਹੁਤ ਫਾਇਦੇਮੰਦ ਨੇ। ਉਹਨਾਂ ਦੀ ਮੈਡੀਕਲ ਵੈਲਿਊ ਵੀ ਹੈ। ਉਹ ਚੀਜ਼ਾਂ ਜਿਹੜੀਆਂ ਨੇ ਉਹਦੇ 'ਚ ਸਾਹਮਣੇ ਆਉਂਦੀਆਂ ਨੇ। ਹੁਣ ਉਹ ਕਿੱਡਾ ਸੋਹਣਾ ਹੈ ਕਿ ਭੱਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆ, ਸਾਡਾ ਇਹ ਦੇਸ ਮਾਲਵਾ ਨਵਿਆਂ ਨੂੰ ਦੱਸ ਦੇਵੀਂ। ਸੋ ਉਹ ਜਿਹੜੀ ਤੁਸੀਂ ਤੁਹਾਡੀ ਕਿਤਾਬ ਹੈ, ਮੈਂ ਉਸ 'ਤੇ ਵੀ ਜ਼ਿਕਰ ਕਰਾਂਗਾ। ਅਤੇ ਜਿਵੇਂ ਤੁਹਾਡਾ ਇਹ ਪੇਂਡੂ ਜੀਵਨ ਅਤੇ ਝਾਤ ਅਖਾਣਾਂ ਨੂੰ ਪਾਵੇ ਮਾਤ, ਅਤੇ ਮੈਂ ਕਹਾਂਗਾ ਸੁਖਨ ਨੂੰ ਕਿ ਥੋੜ੍ਹਾ ਜਿਹਾ ਇਹਦੇ 'ਤੇ ਯੋਮ ਕਰ ਲੈਣ ਇਹਨਾਂ ਬੁੱਕਸ 'ਤੇ, ਤਾਂ ਜੋ ਅਗਰ ਕੋਈ ਪਾਠਕ ਪੜ੍ਹਨਾ ਚਾਹਵੇ। ਅਤੇ ਇਸ ਦੌਰਾਨ ਜਿਹੜਾ ਇਹ ਯੂਰਪ ਪੰਜਾਬੀ ਸਾਥ ਵਾਲਿਆਂ ਨੇ, ਜਿਹੜੇ UK ਵਾਲਿਆਂ ਨੇ ਛਾਪੀ ਹੈ, ਯੂਰਪੀ ਪੰਜਾਬੀ ਸਾਥ ਵਾਲਿਆਂ ਨੇ, ਅਤੇ ਜੋਗਿੰਦਰ ਸਿੰਘ ਸਿਵੀਆ ਟਾਈਟਲ ਹੈ। ਸੋ ਪੇਂਡੂ ਜੀਵਨ ਅਤੇ ਝਾਤ ਅਖਾਣਾਂ ਨੂੰ ਪਾਵੇ ਮਾਤ, ਹੈ ਨਾ। ਅਤੇ ਇਹਦੇ 'ਚ ਜਿਸ ਤਰ੍ਹਾਂ ਆਪਾਂ ਕਿਤਾਬਾਂ 'ਤੇ ਥੋੜ੍ਹੀ ਝਾਤ ਪਾਈਏ, ਥੋੜ੍ਹਾ ਜਿਹਾ ਇਹਨਾਂ ਨੂੰ ਵਿਖਾਈਏ ਕਿ ਕਿਸ ਕਿਸ ਤਰ੍ਹਾਂ ਇਹਦੇ 'ਚ ਤੁਸੀਂ ਕੀ ਚੀਜ਼ ਇਹਦੇ 'ਚ ਛਾਪੀ ਹੈ ਸੰਖੇਪ 'ਚ, ਤਾਂ ਜੋ ਸਰੋਤੇ ਇਹਨਾਂ ਨੂੰ ਪਾਠਕ ਪੜ੍ਹ ਸਕਣ। ਇਹਦੇ ਵਿੱਚ ਮੈਂ ਜਿਹੜੇ ਪੰਜਾਬੀ ਦੇ ਅਖਾਣ ਹੈ ਜੱਟ ਦੇ ਉੱਤੇ ਵਿਅੰਗ ਕਸੇ ਗਏ ਹੈ, ਉਹਨਾਂ ਨੂੰ ਹੀ ਲਿਆ ਹੈ। ਜਿਵੇਂ ਜੱਟ ਨਾ ਜਾਣੇ ਗੁਣ ਨੂੰ ਤੇ ਲੋਹਾ ਨਾ ਜਾਣੇ ਘੁਣ ਨੂੰ, ਜੱਟ ਕੀ ਜਾਣੇ ਲੌਂਗਾਂ ਦਾ ਭਾ। ਹਾਂ, ਵੀ ਉਹਦੇ ਮਾਨੇ ਕੀ ਨੇ ਉਹਨਾਂ ਅਖਾਣਾਂ ਦੇ? ਉਹਨਾਂ ਅਖਾਣਾਂ ਦੇ ਮਾਣੇ ਕੀ ਹੈ, ਕੀ ਉਹ ਢੁਕਵੀਆਂ ਵੀ ਹੈ ਜੀ ਕਿ ਨਹੀਂ ਢੁਕਵੀਆਂ। ਜਿਵੇਂ ਹੁਣ ਜੱਟ ਦਾ ਮਿਲਾਨ ਕੀਤਾ ਲੋਹੇ ਨਾਲ। ਲੋਹਾ ਬੇਜਾਨ ਵਸਤੂ ਹੈ, ਜੱਟ ਜਾਣਦਾ ਹੈ ਕਿ ਜੱਟ ਇਸ ਤਰ੍ਹਾਂ ਦਾ ਹੀ ਹੈ ਵੀ ਲੋਹੇ ਵਰਗਾ ਹੈਗਾ, ਜਿਹੜਾ ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ। ਕਿਤੇ ਨਾ ਕਿਤੇ ਜਿਸ ਤਰ੍ਹਾਂ ਬਹੁਤ ਸਾਰੇ ਅਖਾਣ ਪੋਜ਼ਿਟਿਵ ਵੀ ਨੇ, ਵੀ ਜੱਟ ਗੰਨਾ ਨਹੀਂ ਦਿੰਦਾ, ਭੇਲੀ ਦੇ ਦਿੰਦਾ। ਉਹ ਗੰਨਾ ਨਾ ਦੇਣ ਦਾ ਲੌਜਿਕ ਹੈ ਕਿਉਂਕਿ ਜਦੋਂ ਗੰਨਾ ਕੋਈ ਪੱਟਦਾ ਤਾਂ ਜੜ ਸਮੇਤ ਪੱਟਦਾ। ਜਾਂ ਕਿਹੜੀਆਂ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਈ, ਕਿਉਂਕਿ ਜੇ ਗੰਦਲਾਂ ਟੁੱਟ ਗਈਆਂ ਤਾਂ ਅੱਗੇ ਬੀਜ ਨਹੀਂ ਬਣਨਾ, ਫੁੱਲ ਨਹੀਂ ਪੈਣੇ। ਉਹਦੇ ਕੋਈ ਮਤਲਬ ਉਹ ਜੱਟ ਆ ਜਿਹੜਾ ਉਹ ਭੇਲੀ ਦੇ ਦਿੰਦਾ ਪਰ ਉਹ ਗੰਨਾ ਨਹੀਂ ਦਿੰਦਾ, ਹੈ ਨਾ। ਸੋ ਇਹ ਮਤਲਬ ਮੇਰੇ ਖਿਆਲ ਹੈ ਕਿਉਂਕਿ ਬਹੁਤੇ ਜਿਹੜੇ ਲੇਖਕ ਨੇ ਸ਼ਾਇਦ ਜੱਟ ਵੀ ਨਹੀਂ ਸੀਗੇ। ਹੁਣ ਮੀਆਂ ਵਾਰਿਸ ਸ਼ਾਹ ਨੂੰ ਜੱਟ ਸਭ ਤੋਂ ਪਿਆਰ ਕਰਦੇ ਨੇ, ਪਰ ਮੀਆਂ ਵਾਰਿਸ ਸ਼ਾਹ ਨੇ ਜੱਟਾਂ ਦੀ ਜੋ ਐਸੀ ਤੈਸੀ ਕਰੀ ਹੈ ਨਾ, ਮਤਲਬ ਜਿੰਨਾ ਜੱਟਾਂ ਦੇ ਖਿਲਾਫ ਅਖਾਣ ਮੁਹਾਵਰੇ ਨੇ, ਇੰਨੇ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਨਹੀਂ। ਪਰ ਇਹ ਜੱਟ ਦੀ ਫਰਾਖ ਦੇ ਲਈ ਹੈ ਕਿ ਉਹਨੂੰ ਖੜੇ ਮੱਥੇ ਸਵੀਕਾਰ ਕਰੀ ਜਾਂਦਾ। ਜੱਟ ਤਾਂ ਫਿਰ ਆਪਦੇ ਮਰਦਊ ਬਣੇ ਸੀ ਨਾ, ਵੀ ਤੁਸੀਂ ਜੋ ਮਰਜ਼ੀ ਕਰੀ ਜਾਓ, ਮੈਂ ਤੁਹਾਡੀ ਪਰਵਾਹ ਹੀ ਨਹੀਂ ਮੰਨਦਾ। ਜੱਟ ਮਚਲਾ ਖੁਦਾ ਨੂੰ ਲੈ ਕੇ ਚੋਰ। ਜੀ ਅੱਛਾ, ਇਹ ਕਿਉਂਕਿ ਜੱਟ ਦੀ ਜਿਹੜੀ ਜੀਵਨ ਜਾਚ ਹੈ ਅਤੇ ਉਹਦਾ ਜਿਹੜਾ ਰਹਿਣ ਸਹਿਣ ਹੈ, ਉਹਦਾ ਜਿਹੜਾ ਲਾਈਫ ਸਟਾਈਲ ਹੈ, ਉਹ ਮੌਸਮ ਨੇ ਇੱਦਾਂ ਦਾ ਬਣਾ ਦਿੱਤਾ ਕਿਉਂਕਿ ਉਹ ਥੋੜ੍ਹੇ ਖਿੱਤੇ, ਕਿਉਂਕਿ ਜਿਹੜੇ ਮੁਲਕਾਂ ਕੋਲ ਲੈਂਡ ਹੈ ਉਹ ਨਿਊਜ਼ੀਲੈਂਡ, ਫਿਨਲੈਂਡ, ਸਵਿਟਜ਼ਰਲੈਂਡ, ਇਹ ਲੈਂਡ ਤੋਂ ਲੈਂਡਲੋਰਡ ਬਣੇ। ਸੋ ਜੱਟ ਵੀ ਆਪਣੇ ਭਾਵੇਂ 2 ਕਿੱਲੇ ਆ ਭਾਵੇਂ 200 ਕਿੱਲਾ, ਅਤੇ ਉਹਦਾ ਆਪਣੇ ਆਪ ਨੂੰ ਇੱਕ ਮਾਲਕ ਸਮਝਦਾ, ਇੱਕ ਰਾਜਾ ਸਮਝਦਾ, ਉਸ ਲੈਂਡ ਦਾ ਕਿੰਗ ਸਮਝਦਾ। ਇਹ ਉਹਦੀ ਫਿਤਰਤ 'ਚ ਸ਼ੁਮਾਰ ਹੋ ਗਿਆ। ਇਸ ਕਰਕੇ ਉਹ ਜੱਟ ਦਾ ਨੈਗੇਟਿਵ ਪੋਜ਼ੀਟਿਵ ਇੱਕ ਕਰੈਕਟਰ ਹੈ ਜਿਹਨੂੰ ਅਸੀਂ ਜਾਤ ਵਿਸ਼ੇਸ਼ ਨਾਲ ਜੋੜੀਏ। ਪਰ ਜਿਵੇਂ ਜੀਵਨ ਜਾਚ ਦੀ ਕੁੰਜੀ ਅਧਿਆਪਕ, ਇਹ ਜਿਹੜਾ ਟਾਈਟਲ ਹੈ ਇਸ ਦਾ, ਇਹ ਵੀ ਸੁਖਨਵਰ ਹੋਰੀ ਜੂਮ ਮਾਰਨਗੇ, ਇਸ ਦਾ ਤੁਸੀਂ ਵੇਖ ਸਕਦੇ ਹੋ, ਜੀਵਨ ਜਾਚ ਦੀ ਕੁੰਜੀ ਅਤੇ ਅਧਿਆਪਕ। ਇਹਦੇ 'ਚ ਤੁਹਾਡੇ ਅਧਿਆਪਕ ਦੇ ਤਜਰਬੇ? ਇਹਦੇ 'ਚ ਮੈਂ ਇੱਕ ਤਾਂ ਬਹੁਤ ਵੱਡੀ ਗੱਲ ਹੈਗੀ ਹੈ, ਇਹ ਅਧਿਆਪਕਾਂ ਦੇ ਧਿਆਨ ਦੇਣ ਵਾਲੀ ਵੀ ਹੈ, ਮਾਪਿਆਂ ਦੇ ਧਿਆਨ ਦੇਣ ਵਾਲੀ ਵੀ ਹੈ। ਜਿਹੜਾ ਪਹਿਲੀ ਵਾਲਾ ਬੱਚਾ, ਖੈਰ ਹੁਣ ਤਾਂ ਕੋਰਟ ਨੇ ਕਰਤਾ ਵੀ ਉਹ 6 ਸਾਲ ਦਾ ਪਹਿਲੀ 'ਚ ਦਾਖਲ ਹੋਊਗਾ, ਉਦੋਂ ਪਹਿਲਾਂ ਨਹੀਂ ਦਾਖਲ ਹੋ ਸਕਦਾ। ਤਾਂ ਉਸ ਨੂੰ ਅਧਿਆਪਕ ਕਿਸਮਤ ਨਾਲ ਮਿਲਦਾ ਪਹਿਲੀ ਵਾਲੇ ਬੱਚੇ ਨੂੰ। ਉਹਨੇ ਕਿਹੜਾ ਘਰੇ ਜਾ ਕੇ ਦੱਸਣਾ ਵੀ ਇੱਕ ਅਧਿਆਪਕ ਦੀਆਂ ਆਖੀਆਂ ਗੱਲਾਂ ਮੈਨੂੰ ਸਮਝ ਆਉਂਦੀਆਂ ਜਾਂ ਨਹੀਂ ਆਉਂਦੀਆਂ, ਜਾਂ ਅਧਿਆਪਕ ਮੈਨੂੰ ਪੜ੍ਹਾਉਂਦਾ ਜਾਂ ਨਹੀਂ ਪੜ੍ਹਾਉਂਦਾ। ਜੇ ਉਹ ਅਧਿਆਪਕ ਉਹਨਾਂ ਬੱਚਿਆਂ ਨੂੰ ਖੇਡ ਹੀ ਲਾਈ ਰੱਖਦਾ ਹੈ ਤਾਂ ਬੱਚੇ ਉਸੇ ਕੋਲੇ ਹੀ ਜਾਣਗੇ। ਅਤੇ ਉਹ ਇਹ ਪਹਿਲੀ ਵਾਲੇ ਨੂੰ ਮਨੋਵਿਗਿਆਨਕ ਤੌਰ 'ਤੇ ਜਿਹੜਾ ਪ੍ਰਫੁੱਲਤ ਟੀਚਰ ਹੋਵੇ ਉਸ ਨੂੰ ਲਾਉਣਾ ਚਾਹੀਦਾ ਹੈ। ਹਰੇਕ ਟੀਚਰ ਦੇ ਵੱਸ ਵਿੱਚ ਰੋਗ ਨਹੀਂ ਕਿ ਉਹ ਪਹਿਲੀ ਵਾਲੇ ਨੂੰ ਪੜ੍ਹਾਵੇ। ਮਤਲਬ ਇਹ ਤੁਹਾਡੀ ਜ਼ਿੰਦਗੀ ਦੇ ਆਪਣੀ ਤੁਹਾਡੀ ਅਧਿਆਪਕ ਜਿਹੜੀ ਲਾਈਫ ਤੁਸੀਂ ਹੰਢਾਈ ਹੈ, ਅਧਿਆਪਕ ਦਾ ਜਿੰਨਾ ਕਾਰਜ ਜਿਹੜਾ ਨਿਭਾਇਆ, ਉਹਦਾ ਇੱਕ ਮਨੋਵਿਗਿਆਨਕ ਵਿਸ਼ਲੇਸ਼ਣ ਹੈ ਅਧਿਆਪਕ ਅਤੇ ਵਿਦਿਆਰਥੀ ਦਾ। ਹਾਂਜੀ, ਇੱਕ ਇਹ ਹੈ ਵੀ ਉਹ
ਜਿਹੜਾ ਟੀਚਰ ਹੈ ਉਹ ਵਿਸ਼ੇ ਤੋਂ ਬਾਹਰ ਦੀ ਗੱਲ ਵੀ ਕਰਦਾ ਹੋਵੇ ਤਾਂ ਹੀ ਉਹ ਬੱਚਿਆਂ ਨੂੰ ਚੰਗਾ ਲੱਗੂਗਾ। ਹਾਂ, ਜੇ ਉਹਨਾਂ ਨੂੰ ਇੰਟਰਸਟ ਹੈ ਜ਼ਿੰਦਗੀ ਦੀ ਜੀਵਨ ਜਾਂਚ ਸਿਖਾਉਂਦਾ ਹੋਵੇ, ਹੈ ਨਾ। ਜੀਵਨ ਦੀ ਯਾਦ ਅਸਲ ਵਿੱਚ ਤਾਂ ਸਾਡਾ ਜੀਵਨ ਹੈ ਇੱਕ ਖੁੱਲੀ ਕਿਤਾਬ ਹੀ ਹੈ। ਉਹ ਤਾਂ ਦੇਖੋ, ਉਹ ਜਿਹੜਾ ਯੂਨੀਵਰਸਲ ਟਰੁੱਥ ਹੈ ਕਿ ਜੈਸਾ ਮਾਸਟਰ ਵੈਸਾ ਰਾਸ਼ਟਰ, ਬਿਲਕੁਲ। ਸੋ ਇਹ ਜਿਹੜਾ ਜ਼ਿਮੀਂਦਾਰੀ ਨਾਲ ਕਿਸਾਨੀ ਨਾਲ ਸੰਬੰਧਿਤ ਹੈ, ਡੂੰਘਾ ਲਾਲ ਹੈ ਹਲਵੇ, ਇਹ ਕਿਤਾਬ ਜਿਹੜੀ ਹੈ ਇਹਦੇ 'ਚ ਟਾਈਟਲ ਬੜਾ ਕਮਾਲ ਦਾ ਹੈ, ਉੱਠ ਬੋਤੇ ਵੀ ਵਾਹੀ ਕਰ ਰਹੇ ਨੇ ਅਤੇ ਇਹ ਜਿਹੜੇ ਗਊ ਦੇ ਜਾਇਆਂ ਨਾਲ ਵੀ ਵਹਾਈ ਹੋ ਰਹੀ ਹੈ। ਸੋ ਇਹ ਡੂੰਘਾ ਲਾਲ ਹੈ ਹਲਵੇ, ਇਹ ਕਿਸ ਸਬਜੈਕਟ, ਕਿਸ ਵਿਸ਼ੇ 'ਤੇ ਚਾਨਣਾ ਪਾਉਂਦੀ ਹੈ? ਇਹ ਡੂੰਘਾ ਲਾਲ ਹਲਵੇ ਇਹ ਬੀਜਣ 'ਤੇ ਪਾਉਂਦੀ ਆ, ਬਿਜਾਈ ਦੇ ਨੁਕਤੇ। ਹਾਂ, ਬਿਜਾਈ ਦੇ ਨੁਕਤੇ ਜਿਹੜੇ ਕਿਸਾਨ ਨੇ ਆਪਣੇ ਦਿਮਾਗ ਨਾਲ ਕੱਢੇ ਸੀਗੇ ਅਤੇ ਉਹ ਕਿਸੇ ਕਿਤਾਬ 'ਚ ਵੀ ਨਹੀਂ ਮਿਲਦੇ, ਅਤੇ ਖੇਤੀਬਾੜੀ ਵਾਲਾ ਵੀ ਕੋਈ ਉਦੋਂ ਐਕਸਪਰਟ ਨਹੀਂ ਹੁੰਦਾ ਸੀਗਾ ਜਿਹੜਾ ਕਿ ਕਿਸਾਨਾਂ ਨੂੰ ਦੱਸ ਸਕੇ। ਜਿਵੇਂ ਹੁਣ ਮੀਂਹ ਪੈ ਗਿਆ, ਗਿੱਲ ਉੱਤੇ ਹੀ ਹੈ, ਹਲ ਉੱਪਰ ਲਾਉਣਾ ਹੈ, ਡੂੰਘਾ ਨਹੀਂ ਲਾਉਣਾ ਗਾ, ਜਾਂ ਅਸੀਂ ਟਿੰਡੋ ਬੀਜਣੀ ਹੈ, ਹੋਰ ਫਸਲ ਬੀਜਣੀ ਹੈ, ਤਾਂ ਉਹ ਬੀਜ ਉੱਤੇ ਜਦੋਂ ਆਪਾਂ ਡੂੰਘਾ ਨਹੀਂ ਲਾਉਣਾ ਤਾਂ ਮਿੱਟੀ ਨਹੀਂ ਪੈਂਦੀ ਸੀਗੀ। ਅੱਛਾ, ਇਹ ਜਿਵੇਂ ਕਈ ਲੋਕ ਕਹਿਣਗੇ ਕਿ ਬੀਤੇ ਦੀਆਂ ਬਾਤਾਂ ਹੋ ਗਈਆਂ, ਹੁਣ ਤੁਹਾਡੇ ਆਪਣਾ ਪੱਪੀ ਬਾਈ ਸਿਵਿਆ ਹੋਰੀ ਫਾਰਮਿੰਗ ਕਰਦੇ ਨੇ, ਬਾਗ ਵੀ ਹੈ ਤੁਹਾਡੇ, ਸਬਜ਼ੀਆਂ ਦਾ ਵੀ ਕੰਮ ਕਰਦੇ ਹੋ। ਕੀ ਇਹ ਜਿਹੜੇ ਉਸ ਸਮਿਆਂ ਦੇ ਲੌਜਿਕ ਸੀਗੇ, ਉਸ ਸਮਿਆਂ ਦੇ ਜਿਹੜੇ ਤੱਤ ਕੱਢੇ ਹੋਏ ਸੀ ਬਜ਼ੁਰਗਾਂ ਨੇ, ਕੀ ਉਹ ਅੱਜ ਦੀ ਖੇਤੀ 'ਚ ਢੁਕਦੇ ਨੇ? ਬਿਲਕੁਲ ਢੁਕਦੇ, ਬਹੁਤ ਹੱਦ ਤੱਕ। ਹਾਂ, ਬਹੁਤ ਬਿਲਕੁਲ ਢੁਕਦੇ ਆ ਉਹ। ਸ਼ਾਇਦ ਉਹਨਾਂ ਨੁਕਤਿਆਂ ਤੋਂ ਸਾਡੀਆਂ ਯੂਨੀਵਰਸਿਟੀਆਂ, ਸਾਡੇ ਖੇਤੀ ਮਾਹਰ ਨਾਵਾਕਫ ਨੇ। ਹਾਂ, ਬਿਲਕੁਲ। ਉਹ ਕਿਉਂਕਿ ਉਹ ਫੀਲਡ 'ਚ ਨਹੀਂ ਆਏ। ਜਿਹੜੇ ਖੇਤੀਬਾੜੀ ਵਾਲੇ ਹੈ, ਜੇ ਉਹ ਫੀਲਡ 'ਚ ਆ ਕੇ ਲੋਕਾਂ ਨਾਲ ਕੰਮ ਕਰਨ ਅਤੇ ਉਹ ਜ਼ਮੀਨ ਨੂੰ ਵੇਖਣ ਆ ਕੇ, ਜਾਣੀ ਇੰਨਾ ਉਹ ਕੋਈ ਤਰੱਦਦ ਮੇਰਾ ਖਿਆਲ ਹੈ ਵੀ ਨਹੀਂ ਕਰਦੇ, ਦਫ਼ਤਰਾਂ 'ਚ ਬੈਠ ਕੇ ਆਪਣੀਆਂ ਯੋਜਨਾਵਾਂ ਬਣਾਉਂਦੇ ਆ। ਜਿੰਨਾ ਚਿਰ ਫੀਲਡ 'ਚ ਨਾ ਜਾਇਆ ਜਾਵੇ, ਅਸਲ ਵਿੱਚ ਤਾਂ ਮੈਂ ਇਹ ਆਖੂੰਗਾ ਵੀ ਜਿੰਨਾ ਚਿਰ ਹੱਥੀਂ ਕੰਮ ਨਾ ਕੀਤਾ ਜਾਵੇ ਉਹ ਐਕਸਪਰਟ ਬਣ ਹੀ ਨਹੀਂ ਸਕਦਾ ਗਾ। ਕਿਉਂਕਿ ਦੇਖੋ, ਬਹੁਤ ਸਾਰੇ ਜਿਹੜੇ ਖਾਸ ਕਰਕੇ ਗੋਰੇ ਸਾਡੇ ਤੋਂ ਬਹੁਤ ਤੇਜ਼ ਨੇ, ਜਿਹੜੇ ਅਸੀਂ ਕਲਟੀਵੇਟਰ ਜਾਂ ਹਲ ਬਣਾਉਣੇ, ਅੱਗੇ ਕਹਿੰਦੇ ਸੀ ਅੱਗੇ ਲੋਹੇ ਦੇ ਹਲ ਆਉਣ ਤੋਂ ਪਹਿਲਾਂ ਲੱਕੜ ਦਾ ਜਿਹੜਾ ਹਲ ਵਰਤਦੇ ਸੀ, ਜਾਂ ਉਹਦਾ ਜਿਹੜਾ ਚਊ ਸੀਗਾ ਕਿ ਉਹ ਇੰਨਾ ਤਿੱਖਾ ਨਾ ਹੋਵੇ, ਕਿਉਂਕਿ ਜਿਹੜੇ ਧਰਤੀ ਹੇਠਲੇ ਜੀਵ ਨੇ, ਮਸਲਨ ਗੰਡੋਏ ਨੇ, ਹੋਰ ਪਤਾ ਨਹੀਂ ਕਿੰਨੇ ਜੀਵ ਨੇ, ਉਹ ਮਰ ਜਾਂਦੇ ਨੇ ਜਿਹੜੇ ਕਿਸਾਨ ਦੇ ਮਿੱਤਰ ਨੇ। ਇਹ ਵੀ ਇੱਕ ਲੌਜਿਕ ਸੀ ਸ਼ਾਇਦ ਉਹਨਾਂ ਚੀਜ਼ਾਂ ਦਾ। ਹਾਂ, ਠੀਕ ਹੈ, ਇਹ ਵੀ ਠੀਕ ਸੀਗਾ। ਪਰ ਹੁਣ ਤਾਂ ਫਿਰ ਇਹ ਲੋਹੇ ਦੇ ਹਲ ਆ ਗਏ, ਉਲਟਾਵੇਂ ਹਰ ਕੇ ਮਿੱਟੀ ਨੂੰ ਹੀ ਉਲਟਾ ਦਿੰਦੇ ਆ। ਅਤੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਹੁਣ ਸਪਰੇਅ ਕਰਕੇ ਜਾਂ ਖਾਦਾਂ ਪੈਣ ਕਰਕੇ, ਉਹ ਸਾਡੇ ਜਿਹੜੇ ਮਿੱਤਰ ਕੀੜੇ ਸੀਗੇ ਉਹ ਸਾਨੂੰ ਤਿਲਾਂਜਲੀ ਦੇ ਗਏ। ਮੇਰਾ ਖਿਆਲ ਆ ਵੀ ਹੁਣ ਇਹ ਚੀਜ਼ਾਂ ਜਿਹੜੀਆਂ ਉਹ ਹੁਣ ਸਾਡੀ ਮਦਦ ਨਹੀਂ ਕਰਦੀਆਂ। ਅਤੇ ਇੱਕ ਬਹੁਤ ਸਾਰੀਆਂ ਜਿਹੜੀਆਂ ਰਸਮਾਂ ਸੀ, ਮਤਲਬ ਉਹ ਇੱਕ ਤੁਸੀਂ ਦੱਸਿਆ ਸੀ ਕਿ ਆਪਣੇ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਕਿ ਕਪਾਹ ਨੂੰ ਜਦੋਂ ਟਿੰਡੇ ਜਾਂ ਫੁੱਲ ਪੈਂਦੇ ਆ, ਹਾਂ, ਕੀ ਬੁੜਕੜਾ, ਉਹ ਚੌਲਾਂ ਦੇ ਮਿੱਠੇ ਦਾਣੇ ਮੂੰਹ ਦੇ ਵਿੱਚ ਪਾ ਕੇ, ਉਹ ਮਤਲਬ ਖੇਤ ਦੇ ਆਲੇ ਦੁਆਲੇ, ਹੈ ਨਾ, ਉਹ ਖਿਲਾਰਦੇ ਸੀ ਮੂੰਹ ਨਾਲ ਚੱਬਣਾ, ਅੱਧ ਚੱਬਿਆ ਕਰਕੇ, ਤੇ ਉਹਦਾ ਫਿਰ ਫਰਾਟਾ ਮਾਰਨਾ। ਤੇ ਉਹ ਜਿਹੜੇ ਦਾਣੇ ਸੀ, ਕਿਉਂਕਿ ਜਿਹੜਾ ਤੁਹਾਡਾ ਸਲਾਈਵਾ ਹੈ, ਲਾਰਵਾ ਮੂੰਹ ਦਾ, ਉਹ ਗਿੱਲਾ ਹੋ ਕੇ ਉਹਦੇ ਨਾਲ ਉਹਦਾ ਮਤਲਬ ਉਹ ਚਿਪਕ ਜਾਂਦਾ ਸੀ ਪੱਤਿਆਂ 'ਤੇ, ਅਤੇ ਫਿਰ ਪੱਤਿਆਂ 'ਤੇ ਬੈਠਦੀਆਂ ਸੀ ਮੱਖੀਆਂ। ਅਤੇ ਖਾਸ ਕਰਕੇ ਆ ਚਿਰੜ ਭੁੰਡੀ, ਜਿਵੇਂ ਤੁਸੀਂ ਜ਼ਿਕਰ ਕੀਤਾ, ਉਹ ਬਾਣੀਏ ਜਿਹੜੇ ਕਪਾਹ ਵੇਲੇ ਆਉਂਦੇ, ਆਪਾਂ ਦਿਖਾਵਾਂਗੇ ਵੀ, ਉਹ ਲੋਪ ਹੋ ਗਏ, ਲਾਲ ਬਾਣੀਏ। ਅਤੇ ਉਹ ਫਿਰ ਅੱਗੋਂ ਜਿਹੜਾ ਹੈਗਾ ਉਹਨਾਂ ਦਾ ਪਰਾਗਣ ਕਿਰਿਆ ਕਰਦੇ ਸੀ। ਹਾਂ, ਪਰਾਗਣ ਕਿਰਿਆ, ਉਹ ਪੂੜੇ ਵੀ ਪਕਾਉਂਦੇ ਸੀਗੇ ਉੱਥੇ, ਜਿਹੜਾ ਤੇਲ ਹੈ ਨਾ। ਹਾਂ, ਮੈਂ ਕਿਤਾਬ ਵਿੱਚ ਫੋਟੋ ਵੀ ਲਾਈ ਹੈ, ਜਿਹੜੇ ਅਲੋਪ ਹੋ ਰਹੇ ਸ਼ਬਦ ਹੈ ਵੀ ਜਦੋਂ ਫੁੱਲ ਪੈਂਦੇ ਆ, ਟੀਂਡੇ ਆਉਂਦੇ ਆ। ਅੱਛਾ, ਉਦੋਂ ਜਿਹੜੇ ਲੋਟ ਹਵਾ ਚੱਲਦੀ ਸੀ ਨਾ, ਵੀ ਇੱਕ ਪਾਸੇ ਹਵਾ ਚੱਲਦੀ ਹੈ, ਉਸ ਪਾਸੇ ਉਹ ਚੁੱਲ੍ਹਾ ਬਣਾ ਕੇ ਅਤੇ ਪੂੜੇ ਪਕਾਉਂਦੇ, ਤਾਂ ਜੋ ਸਾਰੇ ਖੇਤ ਦੇ ਵਿੱਚ ਸੁਗੰਧੀ ਜਾਵੇ ਮਿੱਠੇ। ਅੱਛਾ, ਹਾਂ, ਜਿਹੜਾ ਕੋਈ ਕਿਸੇ ਨੇ ਕੁਰਲੀ ਕਰਨੀ ਉਹ ਵੀ ਪੱਤਿਆਂ 'ਤੇ ਕਰੇ। ਜਦੋਂ ਉਹ ਪੂੜੇ ਪਾੜੇ ਪਕਾ ਕੇ ਅਤੇ ਹਟ ਜਾਂਦੀਆਂ, ਜਿਹੜੇ ਉਹ ਭਾਂਡੇ ਧੋਂਦੇ ਉਹ ਵੀ ਸਾਰੇ ਪੱਤਿਆਂ 'ਤੇ ਛਿੜਕਦੇ, ਫਿਰ ਪਰਾਗਣ ਕਿਰਿਆ ਬਹੁਤ ਤੇਜ਼ ਹੋ ਜਾਂਦੀ। ਅਤੇ ਬਜ਼ੁਰਗ ਆ ਕੇ ਸੁਨੇਹਾ ਦਿੰਦੇ ਹੁੰਦੇ ਸੀ ਵੀ ਭਾਈ ਹੁਣ ਬੁਰਕੜੇ ਦਾ ਮੌਕਾ ਹੈ, ਅਤੇ ਆਪਣੇ ਫੁੱਲ ਬੂਕੀ ਉਤਰੀ ਹੈ, ਅਤੇ ਫੁੱਲ ਬੂਕੀ ਦੀ ਫੋਟੋ ਵੀ ਮੈਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਕਪਾਹ ਦੀ ਨਰਮੇ ਦੀ ਦਿੱਤੀ ਹੈ। ਅਤੇ ਉਹਦੇ ਨਾਲ ਪਰਾਗਣ ਕਿਰਿਆ ਤੇਜ਼ ਹੋਣ ਕਰਕੇ ਅਤੇ ਉਹਦਾ ਝਾੜ ਚੰਗਾ ਨਿਕਲਦਾ ਸੀ। ਹਾਂ, ਉਹ ਇੱਕ ਬਜ਼ੁਰਗਾਂ ਨੂੰ ਇੰਨਾ ਗਿਆਨ ਸੀ, ਮੈਂ ਇਉਂ ਸਮਝਦਾ ਵੀ ਉਹ ਰਸਮ ਸੀ, ਉਹਦਾ ਲੌਜਿਕ ਨਹੀਂ ਸੀ ਪਤਾ ਵੀ ਉਹਦਾ ਲੌਜਿਕ ਕੀ ਹੈ। ਉਹ ਹੁਣ ਸਮਝ ਆਉਂਦਾ।
ਹਾਂ ਲੌਜਿਕ ਤਾਂ ਸਮਝ ਲਓ ਵੀ ਜਿਵੇਂ ਹੁਣ ਸਾਰੇ ਹੋਰ ਹਲ ਬਾਹਰ ਨਾਲ ਗੁਆਂਢ ਸਾਰੇ ਹੋਰ ਕੋਈ ਰਾਹੀ ਪਾਉਂਦੀ ਸਾਰੇ ਨੇ ਇੱਕ ਜਿਹੜਾ ਪੋਜ਼ਿਟਿਵ ਚੀਜ਼ਾਂ ਉੱਥੇ ਹਾਂ ਪੱਖੀ ਰੁਝਾਨ ਬਣਦਾ ਸੀ ਖੇਤ 'ਚ ਜਾ ਕੇ ਵੈਸੇ ਹੀ ਖਾਣਾ ਅੱਛਾ ਲੱਗਦਾ ਇੱਕ ਪਿਕਨਿਕ ਸੀ ਕਿਸਾਨਾਂ ਦੀ ਹਾਂ ਕਿਸਾਨਾਂ ਦੀ ਅਸਲ ਵਿੱਚ ਔਰਤਾਂ ਦੀ ਪਿਕਨਿਕ ਸੀਗੀ ਉਹ ਹਾਂ ਔਰਤਾਂ ਦੀ ਹਾਸਾ ਠੱਠਾ ਬੋਲੀਆਂ ਇਹ ਜਿਹੜੀ ਕਿਤਾਬ ਰਿਸ਼ਤਿਆਂ ਦੀ ਵਰਣਮਾਲਾ ਇਹ ਜਿਹੜੀ ਕਿਤਾਬ ਜਿਹੜੀ ਹੈ ਸੁਖਨ ਹੋ ਰਹੀ ਹੈ ਇਹਦੇ 'ਤੇ ਵੀ ਜ਼ੂਮ ਕਰ ਰਹੇ ਨੇ ਇਹ ਰਿਸ਼ਤਿਆਂ ਦੀ ਜਿਹੜੀ ਵਰਣਮਾਲਾ ਇਹ ਵੀ ਮਤਲਬ ਜਿਹੜਾ ਕਿਸਾਨ ਦਾ ਸੀਰੀ ਦਾ ਜਾਂ ਜਿਹੜਾ ਇੱਕ ਬਾਣੀਏ ਦਾ ਜਾਂ ਵਪਾਰੀ ਦਾ ਇੱਕ ਜਿਹੜਾ ਸੀਰੀ ਪਾਲੀ ਦਾ ਇਹ ਵੀ ਰਿਸ਼ਤਿਆਂ ਦੀ ਬੜੀ ਸਾਂਝ ਸੀ ਅਤੇ ਇਹ ਰਿਸ਼ਤਿਆਂ ਦੀ ਵਰਣਮਾਲਾ ਦੇ ਵਿੱਚ ਕਿਹੜੀ ਵਰਣਮਾਲਾ ਛੋਈ ਤੁਸੀਂ ਇਹ ਮੈਂ ਸਾਰੇ ਰਿਸ਼ਤੇ ਹੀ ਦੱਸੇ ਇਹਦੇ 'ਚ ਅੱਛਾ ਅਤੇ ਰਿਸ਼ਤਿਆਂ ਦਾ ਉਹ ਜਿਹੜਾ ਲੌਜਿਕ ਹੈ ਉਹ ਵੀ ਦਿੱਤਾ ਹੈ ਵੀ ਹਾਂ ਜਿਵੇਂ ਸਾਡੇ ਤਾਂ ਸੀਰੀ ਹੁਣ ਸਾਰੀ ਉਮਰ ਕੱਢ ਲੈਂਦੇ ਸੀ ਨਾਲ ਕਿਉਂਕਿ ਜਿਹੜੀ ਮੇਰੀ ਦਾਦੀ ਸੀਗੀ ਅਤੇ ਜਾਂ ਪੜਦਾਦੀ ਸੀ ਉਹ ਕਿਸੇ ਨਾਲ ਦਰਾਇਤ ਨਹੀਂ ਕਰਦੀ ਸੀਗੀ ਜਿਹੜੇ ਸੀਰੀ ਜਾਂ ਕੋਈ ਕਾਮਾ ਸਾਡੇ ਲੱਗ ਜਾਂਦਾ ਤਾਂ ਉਹਨੂੰ ਵੀ ਆਪਦੇ ਬਰਾਬਰ ਟੱਬਰ ਦਾ ਰੋਟੀ ਹਾਂ ਉਹਨੂੰ ਟੱਬਰ ਦਾ ਜੀ ਸਮਝਿਆ ਜਾਂਦਾ ਸੀ ਇਸ ਵਾਸਤੇ ਉਹ ਜਿਵੇਂ ਜੱਟ ਦੇ ਸੀਰੀ ਦਾ ਵੀ ਹੈਗਾ ਤੇ ਹੋਰ ਰਿਸ਼ਤੇ ਜਦੋਂ ਤੋਂ ਸੀਰੀ ਤੋਂ ਨੌਕਰ ਬਣ ਗਿਆ ਕਾਮਾ ਬਣ ਗਿਆ ਉਹ ਸ਼ਾਇਦ ਕਿਤੇ ਨਾ ਕਿਤੇ ਕਿਉਂਕਿ ਜੱਟ ਲੱਗ ਕੇ ਸੀਰੀ ਦੇ ਗਲ ਰੋਵੇ ਬੋੜਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜਗਿਆ ਰਿਸ਼ਤਿਆਂ ਦੀ ਜਦੋਂ ਇਬਾਰਤ ਕਰਦੇ ਹਾਂ ਤੇ ਮਾਵਾਂ ਰੱਬ ਦੀਆਂ ਛਾਵਾਂ ਮਾਂ ਵਰਗਾ ਘਣਸ਼ਾਵਾਂ ਬੂਟਾ ਕਿਧਰੇ ਨਜ਼ਰ ਨਾ ਆਵੇ ਸੋ ਇਹ ਜਿਹੜਾ ਮਾਵਾਂ ਰਿਸ਼ਤਾ ਹੈ ਇਹਦੇ 'ਚ ਸਿਰਫ ਜਿਸ ਤਰ੍ਹਾਂ ਤੁਸੀਂ ਪਹਿਲਿਆਂ 'ਚ ਸਾਰੇ ਰਿਸ਼ਤਿਆਂ ਦੀ ਜਿਹੜੇ ਮਨੁੱਖੀ ਵਿਵਹਾਰ ਦੇ ਰਿਸ਼ਤੇ ਨੇ ਅੰਗ ਨੇ ਅਤੇ ਸਾਕ ਨੇ ਕਿਉਂਕਿ ਸਾਕ ਅਸੀਂ ਜਿਹੜੇ ਆ ਕਰਦੇ ਕਰਾਉਂਦੇ ਆ ਅਤੇ ਅੰਗ ਜਿਹੜੇ ਸਾਡੇ ਆਪਣੇ ਜਿਸਮ ਦਾ ਹਿੱਸਾ ਰਿਸ਼ਤੇ ਨੇ ਰਿਸ਼ਤੇ ਪੁੱਤ ਪਿਓ ਹੈ ਨਾ ਅਤੇ ਸਾਕ ਜਿਵੇਂ ਕੋਈ ਨੂੰਹ ਦਾ ਆਉਣਾ ਭੈਣ ਦਾ ਕਿਤੇ ਸਾਕ ਕਰਨਾ ਹੈ ਨਾ ਉਹ ਸਾਕ ਸੋ ਮਾਵਾਂ ਰੱਬ ਦੀਆਂ ਛਾਵਾਂ ਸੋ ਸੁਖਨ ਹੋਣੀ ਇਹ ਵੀ ਤੁਹਾਡੇ ਤੋਂ ਝਾਤ ਮਰਾ ਰਹੇ ਨੇ ਜੀ ਇਹਦੇ 'ਚ ਮਾਂ ਦਾ ਰਿਸ਼ਤਾ ਹਾਂ ਇਹਦੇ 'ਚ ਅਸਲ ਵਿੱਚ ਅੱਜ ਦੇ ਟੁੱਟਦੇ ਰਿਸ਼ਤਿਆਂ ਦਾ ਕਾਰਨ ਵੀ ਸਮਝਾਇਆ ਟੁੱਟਦੇ ਰਿਸ਼ਤਿਆਂ ਦਾ ਨਹੀਂ ਇਹਦੇ 'ਚ ਕਾਰਨ ਸਮਝਾਇਆ ਇਹ ਇੱਕ ਮਾਂ ਦਾ ਸਮਝ ਲਓ ਵੀ ਜੋ ਵਿਛੋੜਾ ਸੀਗਾ ਉਹ ਬੁਢਾਪੇ 'ਚ ਜਾ ਕੇ ਤੇਜ਼ ਹੋ ਗਿਆ ਉਸ ਨੇ ਮੈਨੂੰ ਹਲੂਣਾ ਦਿੱਤਾ ਵੀ ਮਾਂ ਦੇ ਉੱਤੇ ਤੂੰ ਕੁਛ ਨਾ ਕੁਛ ਲਿਖ ਮੇਰੀ ਮਾਂ ਜੋ ਕੁਝ ਤਕਲੀਫਾਂ ਝੱਲਦੀ ਰਹੀ ਜਾਂ ਆਮ ਮਾਵਾਂ ਦੀਆਂ ਹੁੰਦੀਆਂ ਸੀਗੀਆਂ ਅਤੇ ਉਹਨਾਂ ਉੱਤੇ ਮੈਂ ਇਸ ਦੀ ਝਾਤ ਪਵਾਈ ਹੈ ਜਿਹੜਾ ਇਹ ਮੇਰਾ ਸ਼ਾਹਕਾਰ ਹੈ ਕਿਤਾਬ ਫਿਰ ਤੁਹਾਡਾ ਜਿਹੜਾ ਰਿਸ਼ਤਾ ਜੱਟ ਦਾ ਜਾਂ ਕਿਸਾਨ ਦਾ ਜੱਟ ਸੁਭਾਅ ਗਰਮ ਅਤੇ ਤਸੀਰ ਨਰਮ ਇਹਦੇ ਵਿੱਚ ਵੀ ਬੜੀ ਕਮਾਲ ਦੀ ਹੈ ਅਗਲੀ ਕਿਤਾਬਾਂ ਵੀ ਹੋਰ ਬੜੀਆਂ ਕਮਾਲ ਦੀਆਂ ਨਾਲ ਫੋਕਸ ਕਰਦੇ ਹਾਂ ਇਹਦੇ 'ਚ ਵੀ ਉਹੀ ਜੱਟਾਂ ਦਾ ਸੁਭਾਅ ਕਿਉਂਕਿ ਮੈਟਰ ਬਹੁਤ ਹੈ ਮੈਂ ਕੋਸ਼ਿਸ਼ ਕਰਾਂਗਾ ਸੰਖੇਪ 'ਚ ਇਸ ਤਰ੍ਹਾਂ ਜੀਵਨ ਜਾਂਚ ਦੀ ਕੁੰਜੀ ਅਧਿਆਪਕ ਅਤੇ ਖਾਸ ਕਰਕੇ ਜਿਹੜਾ ਮੇਰਾ ਅਤੇ ਤੁਹਾਡਾ ਡਰੀਮ ਪ੍ਰੋਜੈਕਟ ਹੈ ਉਹਦੇ 'ਤੇ ਵੀ ਆਪਾਂ ਜ਼ਿਆਦਾ ਸਮਾਂ ਲਾਉਣਾ ਲੋਪ ਹੋ ਰਹੇ ਲਫ਼ਜ਼ਾਂ 'ਤੇ ਸਾਡੇ ਬਜ਼ੁਰਗ ਸਾਡਾ ਵਿਰਸਾ ਇਹ ਚੰਨ ਪ੍ਰਦੇਸੀ ਰੇਡੀਓ ਵਾਲਿਆਂ ਦੀ ਛਪਾਈ ਹੋਈ ਹੈ ਸਾਡਾ ਬਜ਼ੁਰਗ ਸਾਡਾ ਵਿਰਸਾ ਅਤੇ ਸਕੈਚ ਇਹਦਾ ਸੁਖਨਵਰ ਦਾ ਨਾ ਸਿਵੀਆ ਸਾਹਿਬ ਹੈ ਨਾ ਸੁਖਨਵਰ ਨੇ ਆਪ ਤੁਹਾਡਾ ਦਾਦੇ ਦਾ ਸਕੈਚ ਬਣਾਇਆ ਸੋ ਇਹ ਚੰਨ ਪ੍ਰਦੇਸੀ ਰੇਡੀਓ ਵਾਲਿਆਂ ਦਾ ਪ੍ਰਕਾਸ਼ਨ ਕਈ ਕਿਤਾਬਾਂ ਨੇ ਅਤੇ ਵਿਰਸੇ ਦੀਆਂ ਛੱਲਾਂ ਜਿੰਦਰਾ ਜੰਗਾਲ ਖਾ ਗਿਆ ਪੂੰਜੀ ਲੈ ਗਿਆ ਦਿਲਾਂ ਦਾ ਜਾਨੀ ਉਹ ਮੈਂ ਵੇਖ ਰਿਹਾ ਸੀ ਕੱਲ੍ਹ ਉਹ ਸਾਡੇ ਸੁਰਿੰਦਰ ਬਾਈ ਐਡਵੋਕੇਟ ਉਹਨਾਂ ਨੇ ਇੱਕ ਫੋਟੋ ਪਾਈ ਅੱਗੇ ਤਾਂ ਸੁਹਾਗੀ 'ਤੇ ਝੋਟੀ ਲੈਂਦੇ ਸੀ ਅਤੇ ਇੱਕ ਜਵਾਕ ਜਿੰਦਰੇ 'ਤੇ ਬੈਠ ਕੇ ਝਾਟੀ ਲਈ ਜਾਵੇ ਜਿੰਦਰੇ 'ਤੇ ਬੈਠ ਵੀ ਹੈ ਕਿਉਂਕਿ ਮਿੱਟੀ ਖੇਡ ਕੇ ਨਿਆਣਾ ਖੁਸ਼ ਹੁੰਦਾ ਅਸੀਂ ਤਾਂ ਜਦੋਂ ਸੁਹਾਗਾ ਮਾਰਦੇ ਸੀਗੇ ਅਤੇ ਮੇਰੇ ਬਾਪੂ ਜੀ ਦੀਆਂ ਲੱਤਾਂ ਦੇ ਵਿਚਾਲੇ ਬਹਿ ਜਾਂਦਾ ਮੈਂ ਵੀ ਸੁਹਾਗੀ ਦੀ ਝੋਟੀ ਲਈ ਆ ਸਾਡੇ ਸੀਰੀ ਹੁੰਦੇ ਸੀ ਉਹਦੀਆਂ ਲੱਤਾਂ ਪਿੰਜੜੀਆਂ ਨੂੰ ਫੜ ਕੇ ਪਰ ਇਹਦੇ 'ਚ ਜਿਵੇਂ ਵਿਰਸੇ ਦੀਆਂ ਜਿਵੇਂ ਛੱਲਾਂ ਨੇ ਇਵੇਂ ਮਿੱਟੀ 'ਚ ਖੇਡਣਾ ਪਾਣੀ 'ਚ ਖੇਡਣਾ ਬੱਚਿਆਂ ਨੂੰ ਖੁਸ਼ੀ ਦਿੰਦਾ ਹੈ ਇਹਦੇ 'ਚ ਹੋਰ ਚੀਜ਼ਾਂ ਵੀ ਤਾਂ ਨਹੀਂ ਹੈ ਮੇਰੇ ਖਿਆਲ 10 ਕਿਤਾਬਾਂ ਦੀ ਆਪਾਂ ਤਸਵੀਰ ਦਿਖਾਈ ਹੈ ਇਹ ਵਿਰਸੇ ਦੀਆਂ ਛੱਲਾਂ ਜਿਹੜੀਆਂ ਨੇ ਇਹਦੇ ਵਿੱਚ ਮੈਂ ਹੋਰ ਚੀਜ਼ਾਂ ਵੀ ਲਿਖੀਆਂ ਜਿਵੇਂ ਹੁਣ ਕਿਸੇ ਨੇ ਦੁੱਧ ਰਿੜਕਣਾ ਹੈ ਤਾਂ ਉਸ ਦੇ ਜਿਹੜਾ ਨੇਤਰ ਹੈ ਉਹਦੇ ਕਿੰਨੇ ਬਲ ਦੇਣੇ ਆ ਮਧਾਣੀ 'ਤੇ ਉਹਦੀ ਲੰਬਾਈ ਕਿੰਨੀ ਹੋਣੀ ਚਾਹੀਦੀ ਹੈ ਫਿਰ ਉਹ ਦੁੱਧ ਹੈ ਜਿਹੜਾ ਉਹਦਾ ਜੰਮਣਾ ਜਾਗ ਲਾਉਣਾ ਉਹਨੂੰ ਤੱਤਾ ਧਰਨਾ ਹੋਰ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਉਹਦੇ 'ਚ ਲਿਖੀਆਂ ਵੀ ਕਿੰਨੇ ਕੁ ਉਹਦੇ 'ਚ ਗੋਹੇ ਪੈਣੇ ਚਾਹੀਦੇ ਹੈ ਅਤੇ ਹੋਰ ਜਿਹੜਾ ਮਕਾਨ ਹੈ ਉਹਦੀ ਸੰਭਾਲ ਕਿਵੇਂ ਕਰਨੀ ਹੈ ਇਹ ਵੀ ਲਿਖਿਆ ਹੋਇਆ ਜੀ ਖੈਰ ਹੁਣ ਜਿਹੜਾ ਸੁਖਨਵਰ ਹੋਰਾਂ ਨੂੰ ਥੋੜ੍ਹੀ ਜਿਹੀ ਖੇਚਲ ਦੇਵਾਂਗੇ ਆਪਾਂ ਸ਼ਾਇਦ ਕੈਮਰਾ ਹੋਰ ਨੇੜੇ ਦਿਖਾ ਸਕੀਏ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਹੁਣ ਆਹ ਜਿਹੜੀ ਤੁਹਾਡੀ ਆਖਰੀ ਕਿਤਾਬ ਆ ਰਹੀ ਹੈ
ਇਹਦੇ 'ਤੇ ਮੈਂ ਤਸਵੀਰਾਂ, ਕਿਉਂਕਿ ਤੁਹਾਨੂੰ ਬਹੁਤ ਦੁਰਲਭ ਮਿਲੀਆਂ ਨੇ, ਸੁਖਨਵਰ ਨੇ ਲੱਭੀਆਂ ਨੇ ਆਪਣੇ ਨੇ, ਕੁਛ ਤੁਸੀਂ ਲੱਭੀਆਂ ਨੇ, ਕੁਛ ਆਪਣੇ ਸਰੋਤਿਆਂ ਨੇ ਲੱਭ ਕੇ ਦਿੱਤੀਆਂ ਨੇ, ਅਤੇ ਮੈਂ ਚਾਹਾਂਗਾ ਕਿ ਬਿਲਕੁਲ ਨੇੜਿਓਂ ਅਗਰ ਜ਼ੂਮ ਕਰਕੇ ਦਿਖਾਇਆ ਜਾਵੇ ਤਾਂ ਜੋ ਤੁਸੀਂ ਉਹਨਾਂ ਚੀਜ਼ਾਂ ਨੂੰ ਵੇਖ ਲਓ। ਸੁਖਨ ਨੇੜੇ ਆ ਕੇ ਅਗਰ ਹੈਂਡੀ 'ਤੇ ਕਰੋ ਕੈਮਰਾ ਤਾਂ ਬਿਹਤਰ ਰਹੇਗਾ। ਸੋ ਬਹੁਤ ਸਾਰੀਆਂ ਚੀਜ਼ਾਂ ਅਲੋਪ ਹੋ ਗਈਆਂ। ਤੇ ਇਹ ਜਿਵੇਂ ਸ਼ਮਕ ਨਮੋਲੀ ਕਹਿੰਦੇ ਆ ਇਹਨੂੰ, ਸ਼ਮਕ ਨਮੋਲੀ ਕਹਿ ਦਿੰਦੇ ਆ ਸੰਖੇਪ ਦੇ ਵਿੱਚ। ਤੇ ਇਹ ਜਿਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਲੋਪ ਹੋ ਗਈਆਂ। ਇਹ ਵੀ ਇੱਕ ਨਦੀਨ ਹੁੰਦਾ ਸੀ, ਕੰਡਿਆਂ ਵਾਲੀ ਛੋਟੀ ਵੱਲ ਹੁੰਦੀ ਸੀ ਜਿਸ ਨੂੰ ਚਿੱਟੇ ਤੇ ਪੀਲੇ ਫੁੱਲ ਵੀ ਲੱਗਦੇ ਸੀਗੇ। ਇੱਕ ਨੂੰ ਨਹੀਂ ਲੱਗਦੇ ਸੀ, ਅੱਡ ਅੱਡ ਲੱਗਦੇ ਸੀ ਇਹ। ਅੱਛਾ, ਹਾਂ। ਤੇ ਇਹ ਜ਼ਿਆਦਾ ਵੈਦਗਰੀ 'ਚ ਕੰਮ ਆਉਂਦਾ ਸੀ ਔਰਤਾਂ ਦੀਆਂ ਬਿਮਾਰੀਆਂ ਦੇ ਮੁਤਲਕ। ਔਰਤਾਂ ਦੀਆਂ ਬਿਮਾਰੀਆਂ ਵੈਸੇ ਇਹ ਲਿੰਗ ਬਦਲਣ ਵਾਸਤੇ ਇਹਦੀ ਦਵਾਈ ਬਣਦੀ ਹੈ ਚਿੱਟੀ ਫੁੱਲਾਂ ਵਾਲੀ ਨਮੋਲੀ ਦੀ। ਅੱਛਾ, ਚਿੱਟੇ ਫੁੱਲਾਂ ਵਾਲੀ ਦੀ। ਚਿੱਟੇ ਵਾਲੀ ਪੰਜਾਬ 'ਚ ਕੋਈ ਹੈ ਨਹੀਂ, ਮੁੰਡਾ ਜਾਂ ਕੁੜੀ ਇਸ ਤਰ੍ਹਾਂ ਜਿਹੜਾ। ਅੱਛਾ, ਓਕੇ, ਇਹਦਾ ਇਹ ਲੌਜਿਕ ਸੀਗਾ। ਹੁਣ ਜਿਸ ਤਰ੍ਹਾਂ ਇਹ ਜ਼ਮੀਨ ਦੀ ਕਿਸਮ ਮਸਲਨ ਜਿਹੜੀ ਮਹਿਰੀ ਹੋ ਗਈ ਜਾਂ ਚਿਕਣੀ ਹੋ ਗਈ, ਪੀਲਕਾ ਹੋ ਗਿਆ, ਅਤੇ ਪੀਲੀ ਜ਼ਮੀਨ ਬਾਰੇ ਕਿਹਾ ਜਾਂਦਾ ਜਿਹੜੀ ਪੀਲਕੇ ਵਾਲੀ ਆ ਕਿ ਗਿੱਲੀ ਗੋਹਾ ਅਤੇ ਸੁੱਕੀ ਲੋਹਾ। ਇਹ ਜ਼ਮੀਨ ਦੀਆਂ ਜਿਹੜੀਆਂ ਖਾਸੀਅਤਾਂ ਖਸਲਤਾਂ ਨੇ। ਹੰਬੜ ਚੀਕਣੀ ਮਿੱਟੀ ਦੀ ਝੱਸ ਵਾਲੀ ਜ਼ਮੀਨ ਹੈ ਨਾ। ਹਾਂ, ਰੰਬੜ। ਸੋ ਇਹ ਲੋਪ ਹੋ ਰਹੇ ਲਫ਼ਜ਼ ਤੁਹਾਡੀ ਕਿਤਾਬ ਜਲਦ ਛਪ ਰਹੀ ਹੈ। ਕਿੰਨੇ ਕੁ ਇਹਦੇ 'ਚ ਜਿਵੇਂ ਇਹ ਜ਼ਮੀਨ ਦੀਆਂ ਕਿਸਮਾਂ ਅੱਜ ਕੱਲ੍ਹ ਕਿਸਾਨਾਂ ਨੂੰ ਵੀ ਨਹੀਂ ਪਤਾ ਇਹ ਕਿਸਮਾਂ ਦਾ ਤਾਂ। ਹਾਂ, ਕਿਸਾਨਾਂ ਨੂੰ ਨਹੀਂ ਪਤਾ। ਕਿਸਾਨਾਂ ਨੇ ਤਾਂ ਫਿਰ ਟਰੈਕਟਰ ਜੋੜ ਲੈਣਾ ਹੁਣ ਅਤੇ ਟਰੈਕਟਰ ਨਾਲ ਵਾਹ ਦੇਣੇ ਆ। ਅੱਛਾ, ਤੁਹਾਡਾ ਕੀ ਤਜਰਬਾ ਜਿਵੇਂ ਹੁਣ ਇਸ ਰੰਬੜ ਬਾਰੇ? ਸੌਰੀ, ਮੈਂ ਹੰਬੜ ਹੀ ਕਹਿ ਗਿਆ। ਜੇ ਰੰਬੜ ਜ਼ਮੀਨ ਦੀ ਖਾਸੀਅਤ ਦਾ ਪਤਾ ਜਿਸ ਕਿਸਾਨ ਨੂੰ, ਉਹਨੂੰ ਫਿਰ ਇਸ ਦਾ ਜਿਹੜਾ ਤੋੜ ਵੀ ਪਤਾ ਲੱਗ ਜਾਂਦਾ ਕਿ ਇਹਨੂੰ ਕਿਵੇਂ ਮਤਲਬ ਵਰਤਣਾ ਹੈ। ਇਹ ਜਿਹੜੇ ਡਲੇ ਉੱਠਦੇ ਸੀ ਨਾ, ਉਹਨਾਂ ਦਾ ਫਾਇਦਾ ਇਹ ਸੀ ਵੀ ਜ਼ਮੀਨ ਉਪਜਾਊ ਹੋ ਜਾਂਦੀ ਸੀ, ਉਹਦੇ ਨਾਲ ਹਵਾ ਪੈ ਕੇ ਬੈਕਟੀਰੀਆ ਜਿਉਂਦੇ ਹੋ ਜਾਂਦੇ ਸੀਗੇ। ਅੱਛਾ, ਹਾਂ, ਉਸ ਦਾ ਲੌਜਿਕ ਇਹ ਸੀ ਵੀ ਰੰਬੜ ਜਿਹੜੀ ਹੈ ਉਸ ਦੇ ਡਲੇ ਵੱਡੇ ਵੱਡੇ ਹੁੰਦੇ, ਉਹ ਪਹਿਲਾਂ ਵੀ ਭੰਨਦੇ ਅਤੇ ਜਦੋਂ ਪਾਣੀ ਲਾ ਦਿੰਦੇ ਫਿਰ ਉਹ ਅੱਧ ਸੁੱਕੇ ਰਹਿ ਜਾਂਦੇ, ਫਿਰ ਵੀ ਭੰਨਦੇ, ਕਿਉਂਕਿ ਉਦੋਂ ਐਡਾ ਵੱਡਾ ਸੁਹਾਗਾ ਹੈ ਨਹੀਂ ਸੀ ਜਿਹੜਾ ਕਿ ਉਹਨਾਂ ਨੂੰ ਭੰਨ ਸਕਦਾ। ਕਿਉਂ? ਹਾਂ, ਬਲਦ ਉਹ ਖਿੱਚ ਨਹੀਂ ਸਕਦੇ ਸੀਗੇ। ਅੱਛਾ ਜੀ। ਹਾਂ, ਅਤੇ ਹੁਣ ਤਾਂ ਟਰੈਕਟਰ ਮਗਰ ਜਿੱਡਾ ਭਾਰੀ ਸੁਹਾਗਾ। ਮਸਲਨ ਇਹਦੇ ਬਾਰੇ ਕਿਉਂਕਿ ਜ਼ਮੀਨ ਜਿਵੇਂ ਆਹ ਰੰਬੜ ਹੈ, ਜ਼ਮੀਨ ਤਾਂ ਹੁਣ ਵੀ ਹੈਗੀ ਉਹੀ, ਜਾਂ ਉਹਦਾ ਸੁਭਾਅ ਹੀ ਬਦਲ ਦਿੱਤਾ, ਜਾਂ ਉਹ ਕਿਸਮ ਖਤਮ ਹੋ ਗਈ? ਜ਼ਮੀਨ ਤਾਂ ਹੈਗੀ ਹੈ ਹੁਣ ਉਹ, ਪਰ ਉਹਦੇ 'ਚ ਉਹ ਥੋੜ੍ਹਾ ਜਿਹਾ ਬਦਲ ਜਾਂਦੀ ਹੈ। ਜਿਵੇਂ ਰੋੜ ਹੈ ਕਿਸੇ ਜ਼ਮੀਨ ਵਿੱਚ, ਜਿਵੇਂ ਕਈ ਨੇ ਜਿਪਸਮ ਪਾ ਲਈ ਜਾਂ ਰੇਤਾ ਮਿਲਾ ਲਿਆ, ਥੋੜ੍ਹਾ ਸੁਭਾਅ ਉਹਦਾ ਜਿਹੜੀ ਉਹਦੀ ਫਿਤਰਤ ਹੈ ਨਾ ਉਹ ਤਬਦੀਲ ਹੋ ਗਈ, ਤਸੀਰ ਬਦਲ ਜਾਂਦਾ ਜੀ। ਹੁਣ ਜਿਵੇਂ ਪਸ਼ੂਆਂ ਦੀ ਵੀ ਤਸਵੀਰ ਹੁਣ ਕੁੱਤਿਆਂ ਦੀ ਲੋਕ ਪੂੰਛ ਕੱਟੀ ਜਾਂਦੇ ਨੇ, ਗਾਵਾਂ ਦੇ ਸਿੰਗ ਕੱਟੀ ਜਾਂਦੇ ਨੇ, ਜਾਂ ਆਪਣੇ ਹਿਸਾਬ ਨਾਲ ਕੁੰਡੇ। ਇਹ ਜਿਸ ਤਰ੍ਹਾਂ ਢਾਲ ਤਲਵਾਰਾਂ, ਇਹ ਵੀ ਗਾਂ ਦੇ ਇੱਕ ਸਿੰਗਾਂ ਦਾ ਇੱਕ ਅੰਦਾਜ਼ ਹੁੰਦਾ ਸੀ, ਹੈ ਨਾ। ਹਾਂ, ਇੱਕ ਤਾਂ ਢਾਲ ਦਾ ਕੰਮ ਕਰਦਾ ਸੀਗਾ, ਇੱਕ ਤਲਵਾਰ ਦਾ ਕੰਮ ਕਰਦਾ। ਹਾਂ, ਢਾਲ ਵਾਲਾ ਜਿਹੜਾ ਸਿੱਧਾ ਸੀਗਾ ਉਹਦਾ ਮਤਲਬ ਰੋਕਦਾ ਸੀਗਾ। ਮਸਲਨ ਜਿਵੇਂ ਇੱਕ ਸਿੰਘ ਮੂਹਰੇ ਨੂੰ ਸੇਫਟੀ ਵਾਸਤੇ ਕਿ ਦੂਜਾ ਨਾ ਮਾਰੇ ਤੇ ਦੂਸਰਾ ਠੋਕਣ ਵਾਸਤੇ। ਇਹ ਢਾਲ ਤਲਵਾਰਾਂ ਪਸ਼ੂ ਦੀ ਕਿਸਮ ਸੀ, ਪਸ਼ੂ ਦੀ। ਹਾਂ, ਬਲਦਾਂ ਦੀ। ਓਕੇ, ਬਲਦਾਂ ਦੀ। ਹੁਣ ਜਿਵੇਂ ਢਿੱਗ ਹੈ ਜਾਂ ਟਿੱਪ ਹੈ, ਇਹ ਤੁਹਾਨੂੰ ਫਿਰ PDF 'ਚ ਦਿਖਾਵਾਂਗੇ। ਅਤੇ ਇਸੇ ਤਰ੍ਹਾਂ ਆਹ ਜਿਹੜੀ ਦੂਸਰੀ ਕਿਸਮ ਸੀ ਤੋਨੀ, ਇਹ ਵੀ ਬਲਦ ਹੁੰਦੇ ਸੀ ਨਾ, ਤੋਨੀ। ਹਾਂ, ਤੋਨੀ ਬੁੜਾ ਬਲਦ ਜਿਹੜਾ ਹੁੰਦਾ ਸੀ ਨਾ, ਉਸ ਨੂੰ ਸਾਰੇ ਜ਼ਿਆਦਾ ਖਾਣ ਪੀਣ ਵਾਲਾ ਵਿਹਲੜ, ਜਿਵੇਂ ਕਹਿੰਦੇ ਇਹਦਾ ਤੋਨੀ ਆਉਣ ਦੇ ਜੋ, ਉਹਨੂੰ ਛੱਡ ਦਿੰਦੇ ਸੀ ਘਰੇ, ਅਤੇ ਫਿਰ ਉਹਨੂੰ ਜਦੋਂ ਵੇੜ ਮੋੜ ਪਾਉਣੀ ਹੁੰਦੀ ਤੇ ਉਹਨੂੰ ਜੋੜ ਲੈਂਦੇ ਸੀਗੇ। ਮਸਲਨ ਪਸ਼ੂਆਂ ਦੀਆਂ ਜਿਵੇਂ ਬਿਮਾਰੀਆਂ ਬਦ ਦੁਆਵਾਂ ਸੀਗੀਆਂ, ਇਸ ਬਦ ਦੁਆ ਦੇ ਵਿੱਚ ਇੱਕ ਫੇਟੀ ਵੀ ਸੀ, ਤੈਨੂੰ ਪੈ ਜਾਏ ਫੇਟੀ। ਹਾਂ, ਉਹ ਇਹ ਜਿਹੀ ਬਿਮਾਰੀ ਸੀ ਜਿਹਦਾ ਕੋਈ ਪਤਾ ਨਹੀਂ ਲੱਗਦਾ ਸੀਗਾ। ਅੱਛਾ, ਉਹਦੇ ਨਾਲ ਪਸ਼ੂ ਮਰ ਜਾਂਦੇ ਸੀ। ਜਿਵੇਂ ਆ ਗਾਵਾਂ ਦੀ ਤੁਸੀਂ ਤਸਵੀਰ ਲਈ ਹੈ, ਕਿਉਂਕਿ ਗਊਸ਼ਾਲਾਵਾਂ ਦੇ ਵਿੱਚ ਅਕਸਰ ਗਾਵਾਂ ਇੱਦਾਂ ਮਰਦੀਆਂ ਨੇ 100-100 200-200। ਇਹ ਮਤਲਬ ਪੁਰਾਣੀ ਬਿਮਾਰੀ ਅਜੇ ਤੱਕ ਇਸ ਨੂੰ? ਹਾਂ, ਬਿਮਾਰੀ ਜਿਹਦਾ ਕੋਈ ਲੱਛਣ ਨਹੀਂ ਸੀ ਨਜ਼ਰ ਆਉਂਦਾ। ਨਾ, ਕੋਈ ਲੱਛਣ ਨਹੀਂ। ਉਹ ਇੱਕਦਮ ਹੀ ਮਾਰੀ ਜਾਂਦੇ। ਫਿਰ ਉਹ ਜਦੋਂ ਜੇ ਤਾਂ ਉਹ ਕੁਝ ਸਮਾਂ ਜਿਉਂਦਾ ਰਹਿੰਦਾ ਪਸ਼ੂ, ਉਹਦਾ ਕੋਈ ਮਾੜੀ ਮੋਟੀ ਖੋਜ ਹੁੰਦੀ ਵੀ ਇਹਨੂੰ ਆਹ ਟੀਕਾ ਲੱਗ ਗਿਆ, ਟੀਕੇ ਬਿਮਾਰੀ ਦਾ ਪਤਾ ਪੈ ਜੇ ਤੈਨੂੰ ਫੇਟੀ। ਅੱਛਾ, ਇੱਕ ਦਿਨ ਪਰਸੋਂ ਸੀ ਆਪਣਾ ਟਿਵਾਣਾ ਰੇਡੀਓ 'ਤੇ ਗੱਲ ਚੱਲੀ ਤੁਹਾਡੀ ਗੈਰ ਹਾਜ਼ਰੀ 'ਚ, ਉਹ ਗੱਲ ਚੱਲੀ ਕਿ ਅੱਗੇ ਮੈਂ ਸੁਣਿਆ ਹੋਇਆ ਸੀ ਕਿ ਪਸ਼ੂਆਂ ਨੂੰ ਅਕਸਰ ਕਹਿੰਦੇ ਸੀ ਤੈਨੂੰ ਪੈ ਜੇ ਮੰਨੋ। ਅਤੇ ਫਿਰ ਉਹ ਜਿਹੜਾ ਸੱਤਾ ਬਰਿਆਰ ਉਹਨਾਂ ਨੇ ਦੱਸਿਆ ਕਿ ਪਤਾ ਨਹੀਂ ਕੀ ਬਿਮਾਰੀ ਸੀ, ਕਹਿੰਦੇ ਜ਼ਰੂਰ ਹੁੰਦੇ ਸੀ ਵੀ ਤੈਨੂੰ ਪੈ ਜੇ ਮੰਨੋ ਜਾਂ ਪੈ ਜੇ ਗੜੀ, ਕਹਿੰਦੇ ਮਾਝੇ 'ਚ ਗੜੀ ਕਹਿੰਦੇ ਸੀ, ਕਹਿੰਦੇ ਪਤਾ ਨਹੀਂ ਕੀ ਹੁੰਦੀ ਸੀ ਵੀ ਇਹ ਕਹਿੰਦੇ ਹੁੰਦੇ ਸੀ ਜੇ ਪਸ਼ੂ ਤੋਂ ਤੰਗ ਆਇਆ ਬੰਦਾ ਜਾਂ ਜਦੋਂ ਹੱਕਦਾ ਸੀ ਬਲਦਾਂ ਨੂੰ, ਅਤੇ ਉਦੋਂ ਕਹਿੰਦਾ ਹੁੰਦਾ ਸੀ ਤੈਨੂੰ ਪੈ ਜੇ ਮੰਨੋ। ਮੰਨੋ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਇਹ ਕਿਤੇ ਵੀ ਇਹਨੂੰ ਤੈਨੂੰ ਕੋਈ ਖਾਣ ਵਾਲਾ? ਮੰਨੋ ਬੁੱਚੜ ਵੀ ਆਖਦਾ ਸੀ ਤੈਨੂੰ ਬੁੱਚੜ ਲੈ ਜਾਣਾ।
ਓਕੇ। ਅੱਛਾ, ਕਿਤੇ ਨਾ ਕਿਤੇ ਮੰਨੂ ਮੇਰੇ ਖਿਆਲ ਆ ਮੀਰ ਮੰਨੂ ਤੋਂ ਵਿਗੜਿਆ ਵੀ ਕਿਉਂਕਿ ਮੰਨੂ ਦੀ ਕਮਿਊਨਿਟੀ, ਜਿਵੇਂ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਕਿਉਂਕਿ ਜਿਵੇਂ ਅਸੀਂ ਤੁਰਕ ਕਹਿ ਦਿੰਦੇ ਹਾਂ। ਮੰਨੂ ਵੀ ਵੇਖ ਕਿਰਕ ਸੀ ਨਾ। ਹਾਂ ਓਕੇ। ਇਹੋ ਜਿਹੜੇ ਪਸ਼ੂਆਂ ਦਾ ਜੇਬਾ ਕਰਦੇ ਆ ਉਹ ਬੇਕੁਰਕ ਹੁੰਦੇ ਆ। ਓਕੇ। ਜਾਂ ਹੋ ਸਕਦਾ ਕਿ ਮੰਨੂ ਕੋਈ ਬਿਮਾਰੀ ਵੀ ਹੋਵੇ, ਜਿਵੇਂ ਫੇਟੀ ਹੈ ਵੀ ਉਸ ਕਰਕੇ ਤੈਨੂੰ ਪੈ ਜੇ ਮੌਤ, ਜਾਂ ਮੌਤ ਨਹੀਂ ਸੀ ਕਿਹਾ ਜਾਂਦਾ ਵੀ ਉਹਦੀ ਜਗ੍ਹਾ ਤੈਨੂੰ ਪੈ ਜੇ ਮੰਨੋ, ਤੈਨੂੰ ਪੈ ਜੇ ਮੌਤ, ਇੱਦਾਂ ਕਹਿੰਦੇ ਹੁੰਦੇ ਸੀ। ਨਹੀਂ, ਮੰਨੂ ਦਾ ਤਾਂ ਅਰਥ ਫੇਟੀ ਨਹੀਂ ਗਾ, ਬਿਮਾਰੀ ਨਹੀਂ। ਅੱਛਾ। ਮੰਨੂ ਤਾਂ ਇਹੀ ਹੈ ਵੀ ਤੈਨੂੰ ਲੈ ਜਾਣਾ ਬੁੱਚੜ ਖਰੀਦਦੇ ਆ ਨਾ ਬੋਡਿਆਂ ਬੁੱਢਿਆਂ ਨੂੰ, ਉਹ ਕੱਟਿਆਂ ਨੂੰ ਖਰੀਦਦੇ ਆ, ਬੋਡਿਆਂ ਨੂੰ ਖਰੀਦਦੇ ਆ। ਆਹ ਸੁਸਾਇਟੀ ਹੈ ਜੀ, ਸਮਾਜ ਹੈ, ਇਹਦੇ 'ਚ ਬਹੁਤ ਸਾਰੇ ਨਾਂਹਵਾਚਕ ਹੁੰਦੇ ਨੇ, ਜਿਵੇਂ ਨੇਕੜੂ ਹੈ ਨਾ, ਇਹ ਲਫ਼ਜ਼ ਵੀ ਨਵਾਂ ਹੈ ਬਿਲਕੁਲ। ਅੱਛਾ ਅੱਛਾ, ਇਹਦੇ ਬਾਰੇ ਦੱਸਿਓ। ਇਹ ਨੇਕੜੂ ਤਾਂ ਜਦੋਂ ਬੋਬੀ ਨੂੰ ਥੋੜਾ ਸ਼ਾਰਟ ਹੈ ਦੱਸ ਕੇ। ਜਦੋਂ ਕੋਈ ਮੱਝ ਗਾਂ ਤੋਕੜ ਹੋ ਜੇ ਤੇ ਉਹ ਵੇਲਾ ਕਰਨ ਲੱਗ ਜੇ, ਟੀਕਾ ਲਾਏ ਤੋਂ ਵੀ ਨਾ ਲਾਏ ਤਾਂ ਫਿਰ ਬਜ਼ੁਰਗ ਆਖ ਦਿੰਦੇ ਸੀ, ਭਾਜੀ ਇਹ ਨੇਕੜੂ ਨਹੀਂ ਦਿੰਦੀ, ਹੁਣ ਇਹਦੇ ਸਰ ਤੇ ਉਹ ਘਟ ਗਿਆ, ਵੀ ਦੁੱਧ ਘਟ ਗਿਆ। ਹਾਂਜੀ, ਇਹ ਫੋਟੋ ਕਈ ਚੀਜ਼ਾਂ ਦੇਖੋ, ਵਿਰਾਸਤ ਦੀ ਗੱਲ। ਅੱਜ ਕੱਲ੍ਹ ਮੈਂ ਸੁਖਨ ਦੇ ਉਹਦੇ ਦੋਸਤ ਬੋਬੀ ਹੋਰਾਂ ਨਾਲ ਗੱਲਬਾਤ ਚੱਲ ਰਹੀ ਸੀ, ਤੇ ਅੱਜ ਕੱਲ੍ਹ ਜਿਹੜਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ, ਪਲਾਜ਼ੋ ਇੱਕ ਆਮ ਕਿਹਾ ਜਾਂਦਾ, ਪਲਾਜ਼ੇ ਤੇ ਪਲਾਜ਼ੋਆਂ ਦਾ ਜ਼ਮਾਨਾ ਆ। ਅਤੇ ਇਸ ਦੌਰਾਨ ਇਹ ਤੁਸੀਂ ਇਹਦੇ 'ਚ ਮੇਰੇ ਲਈ ਵੀ ਇਹ ਨਵਾਂ ਲਫ਼ਜ਼ ਹੈ ਜਿਹੜਾ ਲੋਪ ਹੋ ਰਿਹਾ, ਇਹ ਸੀ ਤੁਰਕ ਤੰਬਾ। ਇਹ ਮਰਦ ਜਿਵੇਂ ਕਿਉਂਕਿ ਸਾਡੇ ਜਿਹੜੇ ਨੇ ਪੰਜਾਬੀ ਸੱਭਿਆਚਾਰ ਜਾਂ ਹਿੰਦੁਸਤਾਨੀ ਭਾਰਤੀ ਸੱਭਿਆਚਾਰ 'ਚ ਉਸ ਵਕਤ ਜਿਹੜੀਆਂ ਧੋਤੀਆਂ ਚਾਦਰੇ ਪਾਉਂਦੇ ਸੀਗੇ। ਈਵਨ ਜਿਹੜੀਆਂ ਤੁਸੀਂ ਵੇਖੋ ਕਿ ਜਿਹੜੀਆਂ ਸਾਡੀਆਂ ਪੰਜਾਬੀ ਫਿਲਮਾਂ ਸੀਵੀਐਸ ਆ ਪੁਰਾਣੀਆਂ, ਉਹਨਾਂ 'ਚ ਵੀ ਲੁੰਗੀ ਪਹਿਨਦੀਆਂ ਸੀ ਪੰਜਾਬਣ ਔਰਤਾਂ, ਹੈ ਨਾ। ਇਹ ਸਲਵਾਰ ਮੇਰਾ ਖਿਆਲ ਹੈ ਇਹ ਪਠਾਣਾਂ ਤੋਂ ਆਇਆ, ਕਿਉਂਕਿ ਜਿਹੜੇ ਉਹ ਆਪ ਵੀ ਸਲਵਾਰ ਪਹਿਨਦੇ ਸਨ ਅਤੇ ਪਠਾਣ ਵੀ ਸਲਵਾਰ ਪਹਿਨਦੇ ਸਨ। ਪਠਾਣਾਂ ਦੀ ਰਹਿਣੀ ਬਣੀ ਤੋਂ ਅਸੀਂ ਬਹੁਤ ਕੁਝ ਸਿੱਖਿਆ। ਹਾਂ, ਇਹ ਜਿਹੜਾ ਅੱਜ ਕੱਲ੍ਹ ਪਲਾਜ਼ੋ ਪਹਿਨਦੀਆਂ ਸਾਡੀਆਂ ਭੈਣਾਂ ਬੀਬੀਆਂ ਰਾਣੀਆਂ, ਅਤੇ ਉਹ ਜਿਹੜਾ ਪਲਾਜ਼ੋ ਹੈ ਕਿਤੇ ਨਾ ਕਿਤੇ ਇਹਨੂੰ ਤੁਰਕ ਤੰਬਾ ਕਹਿੰਦੇ ਸੀ ਉਦੋਂ, ਜਿਵੇਂ ਤੁਸੀਂ ਲਿਖਿਆ। ਹਾਂ, ਤੁਰਕ ਤੰਬਾ ਉਹ ਫਿਰ ਕਈ ਵਾਰੀ ਆ ਤੁਰਕ ਤੰਬਾ ਜਾਂ ਤੁਰਕ ਤੰਬਾ। ਹਾਂ, ਇਹ ਤੁਰਕਾਂ ਦਾ ਤੰਬਾ, ਮਤਲਬ ਉਹਨਾਂ ਦੀ ਤੰਬੀ, ਉਹ ਤੰਬਾ ਹੀ ਆਦੇ ਸੀ ਮੇਰਾ ਖਿਆਲ ਵੀ। ਜਿਹੜਾ ਇਸ ਤਰ੍ਹਾਂ ਦਾ ਖੁੱਲਾ ਜਿਹਾ ਹੁੰਦਾ ਨਾ, ਉਸ ਨੂੰ ਤੰਬਾ ਆਦੇ। ਜਿਵੇਂ ਹੁਣ ਉਹ ਜਿਹੜਾ ਮਿਆਨੀ ਵਾਲਾ ਪਜਾਮਾ ਤੁਸੀਂ ਵੀ ਉਹੀ ਪਾਉਂਦੇ ਹੋ, ਉਹ ਬਜ਼ੁਰਗ ਉਹਨੂੰ ਤੰਬੀ ਕਹਿ ਦਿੰਦੇ ਸੀ ਆਮ। ਤੰਬੀ ਕਹਿ ਦਿੰਦੇ। ਇਹ ਤੁਰਕ ਤੰਬਾ ਵੀ ਮਤਲਬ ਖੁੱਲਾ ਡੁੱਲਾ ਪਜਾਮਾ, ਖੁੱਲਾ ਡੁੱਲਾ, ਜਿੰਨਾ ਨੇਫੇ ਤੋਂ ਤੇ ਇੰਨਾ ਹੀ ਪਹੁੰਚਿਆਂ ਤੋਂ। ਇਸੇ ਇਹ ਤੁਰਕ ਤੰਬਾ ਸੀ ਜਿਹੜਾ ਅੱਜ ਕੱਲ੍ਹ ਪਲਾਜ਼ੋ ਹੋ ਗਿਆ। ਕਿਆ ਬਾਤ ਹੈ। ਅਤੇ ਇੱਦਾਂ ਮਤਲਬ ਕਈ ਚੀਜ਼ਾਂ ਜਿਹੜੀਆਂ ਨੇ ਬਹੁਤ ਕਮਾਲ ਹੈ। ਕਿੰਨੀਆਂ ਐਂਟਰੀਆਂ ਇਹਦੇ 'ਚ ਤੁਹਾਡੀਆਂ ਟੋਟਲ? ਕਿੰਨੀਆਂ ਮਤਲਬ ਚੀਜ਼ਾਂ ਤੇ ਕਿੰਨੇ ਲਫ਼ਜ਼ਾਂ ਤੇ ਤੁਸੀਂ ਲਿਖਿਆ? ਇਹ ਲਫ਼ਜ਼ 600 ਹੈ। 600 ਤੇ 600 ਦੀਆਂ ਹੀ ਫੋਟੋਆਂ? ਹਾਂ, ਸਾਰਿਆਂ ਦੀਆਂ ਫੋਟੋ ਤੇ ਉਹਦੇ ਬਾਰੇ ਪੂਰੀ ਜਾਣਕਾਰੀ? ਹਾਂ, ਪੂਰੀ ਜਾਣਕਾਰੀ। ਬਹੁਤ ਵੱਡੀ ਕਿਤਾਬ ਤੁਹਾਡੀ ਆ ਰਹੀ ਹੈ। ਭਾਸ਼ਾ ਵਿਭਾਗ ਜਾਂ ਉਹ ਵੀ ਉਹਨਾਂ ਨੇ ਵੀ ਹਾਮੀ ਭਰੀ ਹੈ, ਕੁਛ ਜਿਹੜੇ ਪ੍ਰਾਈਵੇਟ ਪ੍ਰਸ਼ਾਸਕ ਨੇ ਉਹ ਵੀ ਹਾਮੀ ਭਰ ਰਹੇ ਨੇ, ਕਈ NRI ਭਰਾ ਵੀ ਸਪੋਰਟ ਕਰਦੇ ਨੇ CUS ਸਾਹਿਬ ਦੀਆਂ ਕਿਤਾਬਾਂ ਨੂੰ, ਜਿਵੇਂ ਸੱਥ ਵਾਲਿਆਂ ਨੇ, ਰੇਡੀਓ ਚੰਨ ਪ੍ਰਦੇਸੀ ਵਾਲਿਆਂ ਨੇ ਜਾਂ ਹੋਰਾਂ ਨੇ ਸਪੋਂਸਰ ਕੀਤੀਆਂ। ਅਗਰ ਤੁਹਾਡੀ ਇੱਛਾ ਹੋਵੇ ਸੰਪਰਕ ਕਰ ਸਕਦੇ ਹੋ। ਜਿਵੇਂ ਇਹ ਹੈਗਾ, ਮੈਂ ਬੋਬੀ ਜੀ ਨੂੰ ਕਹਾਂਗਾ ਕਿ ਇਹਦਾ ਯੂਮ ਥੋੜ੍ਹਾ ਜਿਹਾ ਲੈਣ, ਕਲਿੰਡਲ, ਹੈ ਨਾ। ਐਂ ਲੱਗਦਾ ਜਿਵੇਂ ਕੋਈ ਅੰਗਰੇਜ਼ੀ ਦਾ ਲਫ਼ਜ਼ ਹੁੰਦਾ। ਹਾਂ, ਲੱਗਦਾ ਹੈਗਾ, ਪਰ ਬੜੇ ਕੰਮ ਦੀ ਚੀਜ਼ ਹੈ ਇਹ। ਜਦੋਂ ਕੋਈ ਰਿੜਕਣਾ ਜਾਂ ਵੱਡਾ ਤੌੜਾ ਜਾਂ ਛੋਟਾ ਕੋਈ ਯੂਮ ਚਾਹ ਰਿਹਾ ਹੈ, ਹਾਂ, ਫੁੱਟ ਜਾਂਦਾ ਸੀਗਾ ਤਾਂ ਉਸ ਦਾ ਗਾਲਾ ਹੈ ਜਿਹੜਾ ਉਹ ਕਾਇਮ ਰਹਿੰਦਾ ਸੀ। ਅੱਛਾ। ਤਾਂ ਇਸ ਉੱਤੇ ਹਾਰੇ ਬਣਾਏ ਜਾ ਸਕਦੇ ਸੀ। ਕਲਿੰਡਲ ਤੇ ਹਾਂ, ਹਾਰੀ ਬਣਾਈ ਜਾ ਸਕਦੀ ਸੀਗੀ। ਬੇਸ ਮਤਲਬ ਕਲਿੰਡਲ ਤੋਂ ਚੱਕਦੇ ਸੀ ਜਿਹੜਾ ਨਕਾਰਾ। ਇਹ ਇਸ ਦੇ ਉੱਤੇ ਖੜਦਾ ਸੀ ਉਹ, ਜਿਵੇਂ ਹਾਰੇ ਬਣਾਉਣੇ, ਜਿਵੇਂ ਮੱਟ ਬਣਾਉਣੇ ਹੈ। ਵੱਡਾ ਰਿੜਕਣੀ ਦਾ ਜਿਹੜਾ ਗਲ ਸੀਗਾ ਉਹ ਮੱਟ ਬਣਾਉਣ ਵਾਸਤੇ ਕੰਮ ਆ ਜਾਂਦਾ ਸੀਗਾ, ਹਾਰੇ ਬਣਾਉਣ ਵਾਸਤੇ ਕੰਮ ਆ ਜਾਂਦਾ ਸੀਗਾ। ਜਿਹੜਾ ਛੋਟਾ ਕੋਈ ਤੌੜਾ ਹੁੰਦਾ, ਮੱਘਾ ਹੁੰਦਾ, ਉਹ ਫੁੱਟਦਾ ਤਾਂ ਉਹਦਾ ਛੋਟਾ ਗਲ ਜਿਹੜਾ ਸੀ ਉਹ ਮਤਲਬ ਉਹਦਾ ਹਾਰੀ ਬਣਾਉਣ ਵਾਸਤੇ ਕੰਮ ਆ ਜਾਂਦਾ ਸੀ। ਅੱਛਾ। ਇਹ ਜਿਹੜੀ ਮਨੁੱਖੀ ਸੁਭਾਅ, ਅਗਲਾ ਕਹਿੰਦਾ ਬੰਦਾ ਫਲਾਣਾ ਮੀਸਣਾ, ਛਾਤਰ ਹੈ, ਗੁੱਸੇਖੋਰ, ਭੋਏ ਝਾਕਣਾ, ਇਹਦੇ 'ਚ ਇੱਕ ਤੁਸੀਂ ਜ਼ਿਕਰ ਕੀਤਾ ਕੂਨਾ, ਮੁੰਡਾ। ਹਾਂ, ਕੂਨਾ। ਕੂਨਾ ਦਾ ਅਰਥ ਹੈ ਵੀ ਇਹ ਉਸ ਵੇਲੇ ਇਹ ਸ਼ਬਦ ਨੂੰ ਬਹੁਤ ਬੋਲਦੇ ਸੀਗੇ। ਜਦੋਂ ਕੋਈ ਰਿਸ਼ਤੇਦਾਰ ਜਾਂ ਕੋਈ ਕਿਸੇ ਲਾਗੇ ਨੂੰ ਆਖ ਦਿੰਦੇ ਵੀ ਭਾਈ ਤੂੰ ਸਾਡੀ ਕੁੜੀ ਦਾ ਰਿਸ਼ਤਾ ਕਰਾ, ਤਾਂ ਉਹ ਫਿਰ ਆ ਕੇ ਉਸ ਮੁੰਡੇ ਦੀ ਪ੍ਰਸ਼ੰਸਾ ਕਰਦਾ, ਤਾਂ ਉਹ ਆਖਦਾ ਵੀ ਮੁੰਡਾ ਕੁੜੀਆਂ ਵਰਗਾ ਕੂਨਾ ਹੈ ਵੀ ਮਤਲਬ ਸਾਊ ਹੈ। ਇੱਕ ਖਾਸੀਅਤ ਸੀ ਸੁਭਾਅ ਦੀ। ਇੱਕ ਕੂਨਾ, ਅੱਛਾ, ਉਹ ਪਾਣੀ ਵਾਲਾ ਵੀ ਹੁੰਦਾ ਸੀ। ਨਿੱਕੇ ਹੁੰਦੇ ਨੇ ਮੱਝਾਂ ਭੇਡਾਂ ਚਾਰੀਆਂ ਗਲ ਵਿੱਚ ਪਾ ਕੇ ਕੂਨਾ। ਹਾਂ, ਉਹ ਮੇਰੇ ਬਾਪੂ ਜੀ ਰੱਖਦੇ ਸੀ ਕੂਨਾ, ਤੰਗਣ ਨਾਲ ਹੀ ਬੰਨ੍ਹ ਕੇ ਰੱਖਦੇ। ਕੱਪੜੇ ਦਾ ਹੁੰਦਾ ਸੀ ਉਹ? ਹਾਂ, ਕੱਪੜੇ ਦਾ, ਜੀਨ ਦਾ।
ਜੀ ਉਹ ਫੌਜੀ ਵੀ ਰੱਖਦੇ ਸੀ, ਹੁਣ ਫੌਜੀਆਂ ਕੋਲੇ ਬੋਤਲਾਂ ਹੋ ਗਈਆਂ, ਹੁਣ ਤਾਂ ਸਿਸਟਮ ਹੀ ਬਦਲ ਗਿਆ। ਟਰੱਕਾਂ ਵਾਲੇ ਆਮ ਰੱਖਦੇ ਹੁੰਦੇ ਸੀ ਬਾਰੀ ਨਾਲ ਲਟਕਾ ਕੇ, ਉਹ ਵੀ ਕੂਨਾ ਹੁੰਦਾ ਸੀ। ਹਾਂ, ਉਹਦੇ ਵਿੱਚ ਪਾਣੀ ਬਹੁਤ ਠਰਦਾ ਸੀਗਾ। ਕਿਤੇ ਇਹ ਜਿਹੜਾ ਕੂਨਾ ਲਫ਼ਜ਼ ਬਣਿਆ, ਜਿਵੇਂ ਮੁੰਡਾ ਜਾਂ ਕੁੜੀ, ਇਹ ਕੁੜੀ ਲਈ ਵੀ ਕੂਨਾ ਨਹੀਂ, ਕੁੜੀ ਲਈ ਨਹੀਂ, ਮੁੰਡੇ ਲਈ ਵਰਤਦੇ ਸੀ ਕੂਨਾ। ਹਾਂ, ਮੁੰਡੇ ਲਈ ਵਰਤਦੇ ਸੀ ਕੂਨਾ। ਇਹ ਕਿਤੇ ਉਸੇ ਕੂਨੇ ਤੋਂ ਕਿ ਜਿਵੇਂ ਉਹ ਠੰਡੇ ਸੁਭਾਅ ਦਾ, ਕਿ ਮੁੰਡਾ ਵੀ ਭਾਈ ਤੱਤੇ ਸੁਭਾਅ ਦਾ ਨਹੀਂ, ਕੂਨਾ ਨਾ ਪਾਣੀ ਬਾਰਡਰ ਦਾ ਹੋ ਸਕਦਾ, ਉੱਥੋਂ ਵੀ ਕੂਨਾ ਬਣ ਗਿਆ, ਕੂਨਾ ਤੋਂ। ਕਿਉਂਕਿ ਕਈ ਵਾਰੀ ਕਹਿੰਦੇ ਨੇ ਮੁੰਡਾ ਕਹਿੰਦਾ ਅੱਗ ਦੀ ਨਾਲ ਹੈ ਨਾ, ਗਰਮ ਸੁਭਾਅ ਦੇ ਨੂੰ, ਤੇ ਉਹਦੇ ਆਪੋਜ਼ਿਟ ਜਾਂ ਵਿਰੋਧੀ ਕੂਨਾ ਹੋ ਗਿਆ ਨਾ। ਕੀ ਬਾਤ ਹੈ। ਅੱਛਾ, ਕਈ ਪਰ ਕੂਨਾ ਵਿਚਾਰਾ ਕੀ ਕਰੇ ਜੇ ਕੋਈ ਕੁਚਰ ਬਿੰਦੀ ਕਰ ਜੇ। ਇਹ ਵੱਡੀ ਚੁਗਲੀ, ਮਤਲਬ ਜਿਹੜੀ ਬਾਕਮਾਲ ਚੁਗਲੀ ਆ, ਉਹਦਾ ਨਾਮ ਸੀ ਕੁਚਰਬਿੰਦੀ। ਕੁਚਰਬਿੰਦੀ ਆ, ਉਹ ਮੇਰੇ ਕੁਚਰਬਿੰਦੀ ਹੋ ਜਾਂਦੀ ਜਦੋਂ ਗੱਲਾਂ ਕਰਦੇ ਆ ਬੁੜੀਆਂ ਗੱਲਾਂ ਕਰਦੀਆਂ, ਉਦੋਂ ਕੋਈ ਨਾ ਕੋਈ ਚਕਚੂੰਦਰ ਜਿਵੇਂ ਉਹ ਕਰਦੀ ਹੈ, ਤੁਰਦੀ ਉਹ ਆਵਾਜ਼ ਪੈਦਾ ਕਰਦੀ ਹੈ, ਇਵੇਂ ਜਿਵੇਂ ਉਹ ਕੋਈ ਨਾ ਕੋਈ ਜਿਹੜੀ ਇੱਕ ਤਾਂ ਹੋ ਗਈ ਆਮ ਚੁਗਲੀ, ਜਿਹੜੀ ਖਤਰਨਾਕ ਚੁਗਲੀ ਕਿ ਬੰਦਾ ਕਰ ਵੀ ਜਾਵੇ ਤੇ ਪਤਾ ਵੀ ਨਾ ਲੱਗਣ ਦੇਵੇ, ਤੇ ਉਹਦੀ ਇਹ ਹੈ ਕੁਆਲਿਟੀ ਹੈ ਨਾ, ਕੁਚਰਬਿੰਦੀ। ਅਗਲਾ ਕਹਿੰਦਾ ਫਲਾਣੀ, ਤਾਂ ਇਹ ਔਰਤ ਨੂੰ ਵੀ ਕਿਹਾ ਜਾਂਦਾ ਕਿ ਕੁਚਰਬਿੰਦੀ ਹੈ ਪੂਰੀ, ਜਾਂ ਚੁਗਲੀ ਦੀ ਕਿਸਮ ਨੂੰ ਕੁਚਰਬਿੰਦੀ ਕਿਹਾ ਜਾਂਦਾ? ਚੁਗਲੀ ਦੀ ਕਿਸਮ ਨੂੰ ਕੁਚਰਬਿੰਦੀ ਕਿਹਾ ਜਾਂਦਾ। ਮਤਲਬ ਕੁਚਰਬਿੰਦੀ ਚੁਗਲੀ ਬਹੁਤ ਖਤਰਨਾਕ ਹੁੰਦੀ ਸੀ ਕਿ ਜਿਹਦੇ ਕੋਲ ਕਰੀ ਹੁੰਦੀ ਸੀ ਉਹ ਸਮਝ ਵੀ ਨਹੀਂ ਸੀ ਪਾਉਂਦਾ ਕਿ ਕੁਚਰਬਿੰਦੀ ਕਰ ਗਈ, ਮਤਲਬ ਬਣਦਾ ਕੰਮ ਸਵਾਰ ਗਈ, ਕਿ ਮੈਨੂੰ ਤੁਹਾਡਾ ਮਨ ਹੀ ਬਦਲਦਾ ਕਿ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ। ਮਸਲਨ ਕੋਈ ਤੁਸੀਂ ਚੁੱਲ੍ਹਾ ਚੌਂਕਾ ਲਿਪ ਰਹੇ ਹੋ, ਕੋਈ ਕੋਠਾ ਪਾ ਰਹੇ ਹੋ, ਕੋਈ ਦਰੀ ਨਮਾਰ ਬੁਣ ਰਹੇ ਹੋ, ਤੇ ਉਹ ਆ ਕੇ ਤੁਹਾਨੂੰ ਗੁੰਮਰਾਹ ਕਰ ਜੇ ਕਿ ਨਾ ਭੈਣੇ ਤੇਰਾ ਡਿਜ਼ਾਈਨ ਸੋਹਣਾ ਨਹੀਂ ਹੈ, ਤੂੰ ਇਹ ਡਿਜ਼ਾਈਨ ਪਾ, ਵੀ ਮਤਲਬ ਉਹਦਾ ਚੰਗਾ ਭਲਾ ਸਹੀ ਕੰਮ ਗਲਤ ਕਰਾ ਗਈ, ਉਹ ਕੁਚਰਬਿੰਦੀ ਹੁੰਦੀ ਸੀ। ਜਿਵੇਂ ਹੁਣ ਇੱਕ ਮਤਲਬ ਬੈਠੇ ਗੱਲਬਾਤ ਕਰਦੇ ਆ ਰਿਸ਼ਤੇ ਦੀ, ਤੇ ਰਿਸ਼ਤਾ ਸਿਰੇ ਚੜ੍ਹਨ ਵਾਲਾ ਹੈ, ਤੇ ਗੁਆਂਢਣ ਕੰਧ ਉੱਤੋਂ ਦੀ ਚੜ੍ਹ ਕੇ ਤੇ ਐਂ ਕਰ ਦਿੰਦੀ ਆ ਉਹਨੂੰ, ਦੋ ਉਂਗਲਾਂ ਐਂ ਕਰਕੇ। ਅੱਛਾ, ਵੀ ਇਹ ਇੱਕ ਮੁੰਡਾ ਨਹੀਂ, ਦੋ ਹੈ ਇਹਦੇ। ਇਹ ਬਿਨਾ ਬੋਲਿਆ ਕੁਚਰਬਿੰਦੀ, ਇਹ ਕੁਚਰਬਿੰਦੀ ਲਿਖੀ ਨਹੀਂ ਇੱਥੇ ਵੀ ਵੱਡੀ ਹੁੰਦੀ ਹੈ, ਵੱਡੀ ਹੁੰਦੀ। ਅੱਛਾ, ਕੋਕੜਾ, ਸੁੱਕੇ ਬੇਰ, ਕੋਕੜਾ ਹਾਂ, ਜਿਹੜੇ ਦੇਸੀ ਬੇਰ ਸੀ ਉਹਨਾਂ ਨੂੰ ਸੁਕਾ ਲੈਂਦੇ ਸੀ, ਸਿਆਲ 'ਚ ਬਹੁਤ ਖਾਂਦੇ ਅਸੀਂ ਤਾਂ, ਗੱਟੇ ਭਰੇ ਹੁੰਦੇ ਸੀਗੇ, ਹੁਣ ਤਾਂ ਬੇਰੀਆਂ ਹੀ ਹੈ ਨਹੀਂ ਗੀਆਂ। ਅੱਛਾ, ਗੱਟੇ ਭਰ ਕੇ ਸਿਆਲਾਂ 'ਚ ਰੱਖ ਲੈਂਦੇ ਸੀ, ਗੱਟੇ ਭਰ ਕੇ ਸਿਆਲ, ਡਰਾਈ ਫਰੂਟ ਮਤਲਬ ਜੱਟਾਂ ਦਾ। ਹਾਂ, ਤੁੱਕੇ ਵੀ ਰੱਖਦੇ ਅਸੀਂ, ਖੋਖੇ ਵੀ ਰੱਖਦੇ ਅਸੀਂ। ਖੋਖੇ ਜੰਡ ਦੇ, ਖੋਖੇ ਖਾਣ ਦੀ ਮਾਰੀ ਪਤਲੋ ਜੰਡ ਤੇ ਚੜੀ। ਪਰ ਅੱਜ ਕੱਲ੍ਹ ਜੰਡ ਤੇ ਕੀ ਚੜਨਾ, ਅੱਜ ਕੱਲ੍ਹ ਤਾਂ ਵਾਲ ਹੀ ਝੱਥਰੇ ਜਿਹੇ ਹੋ ਗਏ ਨੇ। ਆਹ ਦੇਖੋ, ਗਰੀਬਾਂ ਦੇ ਗੁਰਬਤ ਮਾਰੇ ਝੱਥਰੇ ਹੁੰਦੇ ਆ, ਤੇ ਅੱਜ ਕੱਲ੍ਹ ਪੈਸੇ ਲੈ ਕੇ ਝੱਥਰੇ ਕਰਾਉਂਦੇ ਵਾਲ ਲੋਕੀ। ਅੱਛਾ, ਉਹ ਕਰਲ ਪਾਉਂਦੇ ਜਿਹੜੇ, ਹਾਂ, ਉਹ ਕਰਲੀ ਹੇਅਰ ਹੈ ਨਾ, ਜੀ ਵੈਂਸ ਟਾਈਪ, ਹੈ ਨਾ। ਹਾਂ, ਨਹੀਂ ਬੌਬੀ ਦੇ ਠੀਕ ਹੈ, ਬੌਬੀ ਹੁਣੇ ਹੱਸਦੇ ਆ, ਨਵੀਂ ਪੀੜ੍ਹੀ ਹੈ। ਸੋ ਮਤਲਬ ਪੂਰੇ ਜਿਵੇਂ ਕੇਸੀ ਨਹਾਉਣ ਤੋਂ ਬਾਅਦ ਜਦੋਂ ਵਾਲ ਸੁੱਕ ਜਾਂਦੇ ਆ ਕੁਦਰਤੀ, ਕਿਉਂਕਿ ਜਾਮਣ ਨਾਲ ਨਹਾਉਂਦੇ ਸੀ, ਖੱਟੀ ਲੱਸੀ ਨੂੰ 15 ਦਿਨ ਰੱਖ ਕੇ, ਉਹ ਜਾਮਣ ਆਪਣੇ ਆਪ 'ਚ ਕਮਾਲ ਦਾ ਜਿਹੜਾ ਸੀਗਾ ਸ਼ੈਂਪੂ ਸੀਗਾ, ਖੱਟੀ ਲੱਸੀ 15 ਦਿਨ ਰੱਖੀ ਤੇ ਉਹ ਕਿੰਨਾ ਖਟੀਟ ਹੋ ਜਾਂਦੀ ਸੀ, ਉਹ ਵਾਲਾਂ ਨੂੰ ਨਿਖਾਰਦੀ ਸੀ, ਬੜਾ ਬਾਕਮਾਲ। ਅੱਜ ਕੱਲ੍ਹ ਉਹ ਵੀ ਵਿਕਣ ਲੱਗ ਪਿਆ, ਰਾਮਦੇਵ ਹੋਰੀ ਵੇਚੀ ਜਾਂਦੇ ਆ। ਪਰ ਉਹ ਝੱਥਰੇ ਬਣਾਉਣ ਦਾ ਜਿਹੜਾ ਸਿਲਸਿਲਾ ਸੀ, ਬੜਾ ਖਜ਼ਾਨਾ, 600 ਦੇ ਕਰੀਬ ਤੁਸੀਂ ਇੰਨਾ ਕੁਛ ਲਿਖਿਆ, ਪਰ ਲੱਗਦਾ ਕਿ ਬਾਕੀ ਸੱਭਿਆਚਾਰ ਨੂੰ ਕੋਕੋ ਹੀ ਲੈ ਗਈ। ਕੋਕੋ ਕਲਪਨਾ ਸ਼ਬਦ ਹੈ, ਇਹਦੀ ਕੋਈ ਸ਼ਕਲ ਨਹੀਂ ਗਈ, ਇਹਦਾ ਬੱਚਿਆਂ ਨੂੰ ਸਮਝ ਲਓ ਇੱਕ ਡਰ ਪਾਉਣ ਵਾਸਤੇ ਹੈਗਾ, ਵੀ ਜਿਹੜੀ ਚੀਜ਼ ਦਾ ਕੋਈ ਤੋੜ ਨਹੀਂ, ਕਿ ਉਹਨੇ ਕਹਿਣਾ ਮੈਨੂੰ ਇਹ ਪੈਸਾ ਦਿਓ ਜਾਂ ਕੋਈ ਖੇਡ ਦਿਓ, ਉਹਨੇ ਕਹਿਣਾ ਨਾ ਤੇਰੀ ਖੇਡ ਤਾਂ ਕੋਕੋ ਲੈ ਗਈ। ਹਾਂ, ਜਿਵੇਂ ਉਹ ਕੋਈ ਬੱਚਾ ਦਾ ਮੈਂ ਦੁੱਧ ਪੀਣਾ ਤੇ ਉਹ ਮਾਂ ਦੀ ਹੈ ਕੋਕੋ ਲੈ ਗਈ, ਤੇ ਉਹ ਫਿਰ ਜਾਗਦਾ ਰਹਿੰਦਾ ਤੇ ਤੜਕੇ ਉਹ, ਮਤਲਬ ਪੰਜਾਬੀ ਭਾਵੇਂ ਇੰਨੇ ਸਿਆਣੇ ਨੇ ਪਰ ਸਾਰੀ ਉਮਰ ਕੋਕੋ ਦੇ ਚੱਕਰਾਂ 'ਚ ਪੈ ਰਹੇ। ਕੋਕੋ ਲੈ ਗਈ। ਬਿਲਕੁਲ। ਆ ਜੁੱਤੀਆਂ ਦੀਆਂ ਕਿਸਮਾਂ ਤੁਸੀਂ ਲਿਖੀਆਂ, ਠਿੱਬੀ ਜੁੱਤੀ ਤੇ ਗਲ ਪਾਟਿਆ ਪਰਨਾ, ਖੜੌਂਚੇ, ਇਹ ਕਈ ਚੀਜ਼ਾਂ ਤੁਸੀਂ ਇਹਦੇ 'ਚ ਪਾਈਆਂ ਨੇ, ਤੇ ਬੜਾ ਬਾਕਮਾਲ ਹੈ। ਖਿੱਤੀਆਂ, ਖਿੱਪ ਧਾਮਣ, ਅੰਨੀ ਮੈਨੂੰ ਖਿੱਪ ਧਾਮਣ। ਆ ਮੈਂ ਕਹਾਂਗਾ ਬੌਬੀ ਨੂੰ ਕਿ ਖਿੱਪ ਤਾਂ ਜ਼ਰੂਰ ਦਿਖਾਈ ਜਾਵੇ, ਕਿਉਂਕਿ ਇਹ ਮਾਰੂ ਖੇਤਾਂ 'ਚ ਹੁੰਦਾ ਸੀ। ਹਾਂ, ਮਾਰੂ ਖੇਤਾਂ 'ਚ ਬਾਹਰੋਂ ਮੰਗਾਈਏ ਫੋਟੋ। ਅੱਛਾ, ਰਾਜਸਥਾਨ 'ਚੋਂ ਮੰਗਾਈਏ। ਅੱਛਾ, ਖਿੱਪ ਪੰਜਾਬ 'ਚ ਖਤਮ ਹੈ ਇਹ? ਹਾਂ, ਪੰਜਾਬ 'ਚ ਨਹੀਂ ਹੁੰਦਾ। ਓਕੇ, ਪੰਜਾਬ 'ਚ ਮਿਲਿਆ ਨਹੀਂ ਇੱਥੇ। ਇਹ ਅਖਾਣ ਰਹਿ ਗਿਆ ਕਿ ਅੰਨੀ ਮੈਨੂੰ ਖਿੱਪ ਧਾਮਣ, ਉਹਨੂੰ ਪਤਾ ਨਹੀਂ ਲੱਗਦਾ ਕਿ ਧਾਮਣ ਕਰ ਰਹੀ। ਇਹ ਧਾਮਣ ਤੇ ਖਿੱਪ ਵਿੱਚ ਅੰਤਰ ਥੋੜਾ ਹੈ। ਅੱਛਾ, ਪਰ ਧਾਮਣ 'ਚ ਦੁੱਧ ਜ਼ਿਆਦਾ। ਹਾਂ, ਧਾਮਣ 'ਚ ਦੁੱਧ, ਧਾਮਣ ਹਰਾ ਹੁੰਦਾ ਹੈ, ਤੇ ਖਿੱਪ ਜਿਹੜਾ ਹੈਗਾ ਉਹਦਾ ਰਸ ਵੀ ਇਹੋ ਜਿਹਾ ਹੀ ਹੁੰਦਾ ਹੈ ਜਿਹੋ ਜਿਹਾ ਧਾਮਣ ਦਾ ਹੁੰਦਾ। ਪਰ ਇਹਦਾ ਗੁਣ ਨਹੀਂ ਉਹਨਾਂ ਹੈ ਨਾ ਖਿੱਪ ਦਾ। ਖਿੱਪ ਦੀਆਂ ਬੇੜਾਂ ਹੀ ਬਣਦੀਆਂ, ਪਰ ਉਹ ਜਿਹੜਾ ਧਾਮਣ ਹੈ ਉਹਦੇ 'ਚ ਦੁੱਧ ਬਹੁਤ ਸੀਗੇ ਨਾ, ਸੰਤੁਲਿਤ ਸੀਗਾ ਉਹ ਜ਼ਿਆਦਾ।
ਜੀ ਕੀ ਬਾਤ ਹੈ। ਪੱਥਰੇ ਬਾਰੇ ਮੈਂ ਇੱਕ ਦੱਸਦਾ ਤੁਹਾਨੂੰ ਵੀ ਉਹਦੇ 'ਚ ਨਾ ਕਾਲਾ ਰੰਗ ਹੁੰਦਾ ਹੈ ਅੱਛਾ, ਉਹਦੇ ਪੱਤਿਆਂ 'ਚ, ਤੇ ਉਹਦੇ ਨਾਲ ਤੁਸੀਂ ਫੋਟੋ ਛਪ ਜਾਂਦੀ ਹੈ। ਜਿਵੇਂ ਉਹ ਗੀਤ ਸੀ ਵੀ ਭਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆ, ਸਾਡਾ ਇਹ ਦੇਸ਼ ਮਾਲਵਾ, ਉਹ ਭਸਰਾ ਤੁਹਾਨੂੰ ਦੇਖੇ ਨੂੰ ਕਿੰਨੀ ਦੇਰ ਹੋ ਗਈ ਹੋਣੀ ਹੈ? ਮੈਨੂੰ ਬਹੁਤ ਸਾਲ ਹੋ ਗਏ, ਮੈਂ 57 58 'ਚ ਹੀ ਦੇਖਿਆ ਸੀਗਾ ਬਸ। ਅੱਛਾ, ਉਦੋਂ ਬਾਅਦ ਜਦੋਂ ਮੈਂ JBT ਕਰ ਲਈ, ਟੀਚਰ ਲੱਗ ਗਿਆ, ਫਿਰ ਮੇਰਾ ਨਹੀਂ ਕੋਈ ਐਡਾ ਵਾਹ ਪਿਆ ਖੇਤੀਬਾੜੀ ਨਾਲ। ਪਰ ਤੁਸੀਂ ਤਾਂ ਹੁਣ ਪੰਜਾਬੀ ਸੱਭਿਆਚਾਰ ਦੀ ਖੁਰਗੋ ਹੀ ਪਾ ਦਿੱਤੀ, ਤੇ ਦਰਸ਼ਕਾਂ ਨੇ ਕਹਿਣਾ ਖੁਰਗੋ ਕੀ ਬਲਾ ਹੋਈ। ਮਸਲਨ ਜਿਵੇਂ ਅੱਗੇ ਫਲੇ ਹੱਕਦੇ ਹੁੰਦੇ ਸੀ, ਕਿਸੇ ਵੀ ਚੀਜ਼ ਦਾ ਅਗਰ ਕੋਈ ਕੱਢਣਾ ਹੈਗਾ, ਦਾਣੇ ਕੱਢਣੇ ਆ ਬੱਲੀਆਂ ਚੋਂ ਰਗੜ ਰਗੜ ਕੇ, ਇਹ ਖੁਰਗੋ ਹੁੰਦੀ ਸੀ ਨਾ ਉਸ। ਹਾਂ, ਇਹ ਖੁਰਾਂ ਤੋਂ ਭਾਵ ਹੈ ਜਿੰਨੇ ਖੁਰ ਵੱਧ ਹੋਣਗੇ ਉਨੀ ਛੇਤੀ ਖੁਰਗੋ ਹੈ ਜਿਹੜੀ ਉਹ ਛੇਤੀ ਮੈਂ ਕਹਾਂਗਾ ਕਿ ਪਸ਼ੂਆਂ ਦਾ ਵੱਗ ਇਕੱਠਾ ਕਰਕੇ ਉਸ ਲਾਣ ਤੇ ਕਮਾਈ ਜਾਣਾ। ਹਾਂ, ਕਮਾਈ ਜਾਣਾ। ਇੱਕ ਤਾਂ ਫਲੇ ਪਾਉਂਦੇ ਸੀ ਤੇ ਇੱਕ ਦਾਣੇ ਵਗੈਰਾ ਜਾਂ ਝਾੜ। ਇਹ ਜਦੋਂ ਫਲੇ ਕਿਹੜੇ ਕਿਹੜੇ ਅਨਾਜ ਦੀ ਪੈਂਦੀ ਸੀ ਖੁਰਗੋ? ਸੈਂਡ, ਜਿਹੜਾ ਸੈਂਡ ਸੀ ਨਾ, ਮਤਲਬ ਉਹਨੂੰ ਸੈਂਡ ਆਦੇ ਸੀ। ਜਦੋਂ ਆਪਾਂ ਧੜ ਉਡਾ ਲਈ, ਤੂੜੀ ਅੱਡ ਹੋ ਗਈ, ਘੁੰਡੀਆਂ ਤੇ ਮੱਖੀ ਹੁੰਦੀ ਸੀ ਵੀ ਕੋਈ ਕਰੜੀ ਮੱਖੀ ਰਹਿ ਜਾਂਦੀ, ਦਾਣਾ ਵਿੱਚ ਰਹਿ ਜਾਂਦਾ ਸੀਗਾ, ਤੇ ਵਿੱਚ ਦਾਣੇ ਹੁੰਦੇ ਸੀ ਉਹਦੇ, ਤੇ ਉਹਨਾਂ 'ਚ ਖੁਰਗੋ ਪਾਉਂਦੇ ਸੀਗੇ ਉਹ। ਅੱਛਾ, ਤੇ ਬਾਅਦ ਦੇ ਵਿੱਚ ਮਤਲਬ ਉਹਨਾਂ ਤੇ ਪਸ਼ੂ ਚਾੜ ਦਿੰਦੇ ਸੀ ਇਕੱਠੇ ਕਰਕੇ? ਪਸ਼ੂ, ਮੱਝਾਂ ਵੀ, ਅਸਰ ਝੋਟੀਆਂ ਵੀ, ਕਿਉਂਕਿ ਉਹਨਾਂ ਦੇ ਨਹੁੰ ਤਿੱਖੇ ਹੁੰਦੇ ਸੀਗੇ ਤੇ ਉਹ ਛੇਤੀ ਖੁਰਗੋ ਕਰ ਦਿੰਦੀਆਂ ਸੀਗੀਆਂ ਜੀ। ਤੇ ਆਹ ਜਿਹੜਾ ਤੁਸੀਂ ਲਿਖਿਆ ਗਲੋਫੀ, ਇਹ ਮਤਲਬ ਆਰਕੀਟੈਕਚਰ ਨਾਲ ਜੁੜਿਆ ਲਫ਼ਜ਼ ਹੈ, ਇਹ ਗਲੋਫੀ ਕੀ ਸੀਗਾ? ਗਲੋਫੀ ਇਹ ਸੀਗਾ ਵੀ ਦੋ ਗੁਆਂਢੀ ਹੈ ਤੇ ਉਹਨਾਂ ਨੇ ਕੰਧਾਂ ਕੱਢਣੀਆਂ, ਉਹ ਆਪਣੇ ਆਪਣੇ ਥਾਂ 'ਚ ਕੰਧਾਂ ਕੱਢਦੇ ਸੀਗੇ ਤੇ ਵਿਚਾਲੇ ਥਾਂ ਦਾ ਸਾਂਝਾ ਥਾਂ ਛੱਡ ਦਿੰਦੇ ਸੀਗੇ, ਉਹਦੇ ਵਿੱਚ ਉਹ ਮਿੱਟੀ ਭਰ ਦਿੰਦੇ ਸੀਗੇ। ਮਤਲਬ ਦੋ ਕੰਧਾਂ ਦੇ ਦਰਮਿਆਨ ਜਗ੍ਹਾ ਕਿੰਨੀ ਕੁ ਛੱਡਦੇ ਸੀ ਮਿੱਟੀ ਭਰ? 1 ਫੁੱਟ। ਹਾਂ, ਉਹ ਮਿੱਟੀ ਭਰਦੇ ਸੀ, ਉਹਦੇ ਨਾਲ ਠੰਡੀਆਂ ਵੀ ਰਹਿੰਦੀਆਂ ਸੀ ਜਾਂ ਕੋਈ ਹੋਰ ਲੌਜਿਕ? ਇੱਕ ਤਾਂ ਸਭ ਤੋਂ ਵੱਡਾ ਫਾਇਦਾ ਹੁੰਦਾ ਸੀ ਵੀ ਇੱਕ ਘਰ ਦੂਜੇ ਘਰ ਨੂੰ ਡਿਸਟਰਬ ਨਹੀਂ ਕਰਦਾ ਸੀ, ਭਾਵੇਂ ਉੱਥੇ ਘੋੜੇ ਭਜਾਈ ਜਾਂਦਾ ਸੀ। ਅੱਛਾ, ਜਿਵੇਂ ਕਈ ਮੱਝਾਂ ਬੰਨ੍ਹਦੇ ਸੀ ਤੇ ਉਹ ਕੀਲਾ ਖੁਰਕਣ ਲੱਗ ਪੈਂਦੀਆਂ ਸੀ ਜਾਂ ਖੜਕਾ ਦੜਕਾ ਸੀ, ਜਾਂ ਕਈ ਖੜਕਾ ਦੜਕਾ ਸੀ, ਜਾਂ ਲੇਟ ਆਉਂਦੇ ਸੀ, ਰਾਤ ਨੂੰ ਲੇਟ ਸੌਂਦੇ ਸੀ, ਕੋਈ ਸਦੇਹਾ ਸੌਂਦਾ ਸੀ, ਉਹਨਾਂ ਨੂੰ ਡਿਸਟਰਬੈਂਸ ਕੋਈ ਨਹੀਂ। ਦੂਸਰਾ ਜਿਹੜਾ ਸੀਗਾ ਨਾ ਅੱਗੇ, ਕਿਉਂਕਿ ਸ਼ਾਂਤੀ ਬਹੁਤ ਸੀ, ਜਿਵੇਂ ਸਟੂਡੀਓ 'ਚ ਸ਼ਾਂਤੀ ਹੁੰਦੀ ਹੈ, ਡਿਸਟਰਬੈਂਸ ਨਹੀਂ ਸੀ ਹੁੰਦੀ। ਨਾਲੇ ਅਗਲੇ ਕਹਿੰਦੇ ਸੀ ਵੀ ਸਭ ਕੰਧਾਂ ਨੂੰ ਵੀ ਕੰਨ ਹੁੰਦੇ ਆ, ਚੁਗਲੀ ਚਗਲੀ ਨਹੀਂ ਸੁਣਦੀ ਹੋਣੀ। ਚੁਗਲੀ ਨਹੀਂ ਸੁਣਦੀ। ਅੱਛਾ, ਹੁਣ ਅੱਛਾ, ਉਹਦੇ ਨਾਲ ਗਲੇਫੀ ਦੀ ਹੁਣ ਬਦਲ ਗਈ। ਅੱਛਾ, ਹੁਣ ਹੋਰ ਪ੍ਰਕਾਰ ਦੀ ਹੋ ਗਈ। ਇਹ ਏਸੀ ਕਲਚਰ ਦਾ ਵੀ ਕੰਮ ਕਰਦੀ ਸੀ ਗਲੇਫੀ, ਕਿਉਂਕਿ ਵਿੱਚ ਮਿੱਟੀ ਭਰੀ ਗਈ। ਬਿਲਕੁਲ ਬਿਲਕੁਲ, ਦੋਏ ਠੰਡਕ ਹੁੰਦੀ ਸੀ, ਠੰਡੀ ਹੁੰਦੀ ਸੀ, ਸਿਆਲਾਂ 'ਚ ਗਰਮ ਹੁੰਦੀ ਸੀਗੀ। ਤੇ ਉਹ ਗਲੇਫੀ ਜਿਹੜੀ ਸੀ ਨਾ, ਹੁਣ ਪਿੱਛੋਂ ਆ ਕੇ ਇਹ ਤਾਂ ਉਹਦੇ ਵਿੱਚ ਮੈਂ ਜੋਦੜ ਉਡੱਪਾ ਤੇ ਸਭਤਾ ਸੀਗੀ ਜਿਹੜੀ, ਉਹਦੇ ਵਿੱਚ ਵੀ ਗਲੇਫੀ ਮਿਲੀ ਹੈ। ਅੱਛਾ, ਇਹ ਆਰਕੀਟੈਕਚਰ ਦਾ ਮਤਲਬ ਪੁਰਾਣਾ ਨਮੂਨਾ ਸੀ ਜਿਹੜਾ ਪੰਜਾਬ 'ਚ ਹੁੰਦਾ ਸੀ। ਇਹ ਤੁਹਾਡੇ ਵੇਲੇ ਤਾਂ ਕੰਮ ਹੁੰਦਾ ਸੀ, ਕਦੋਂ ਤੋਂ ਬੰਦ ਹੋਈ ਗਲੇਫੀ? ਇਹ ਗਲੇਫੀ ਤਾਂ ਹੁਣ ਜਦੋਂ ਤੋਂ ਪੱਕੀਆਂ ਇੱਟਾਂ ਬਣ ਲੱਗ ਗਈਆਂ, ਜਾਂ ਜਗ੍ਹਾ ਦੀ ਘਾਟ ਹੋ ਗਈ। ਹਾਂ, ਹੁਣ ਇਹ ਹੈ ਵੀ ਜੇ ਕੰਧ ਕੱਚੀ ਹੈ ਗੁਆਂਢ ਦੀ, ਤਾਂ ਉਹਦੇ ਨਾਲ ਥੋੜੀ ਥੋੜੀ ਕੰਧ ਛਿੱਲ ਕੇ ਤੇ ਉਹਦੇ ਨਾਲ ਤੇਗਾ ਲਾ ਦਿੰਦੇ ਸੀਗੇ ਪੱਕੀ ਕੰਧ। ਤੇ ਇਹ ਵੀ ਗਲੇਫੀ ਹੈ ਇੱਕ ਕਿਸਮ ਦੀ। ਆਪਣੀ ਕੰਧ ਤੇ ਉਹ ਲੱਗਿਆ, ਆਪਣੀ ਕੰਧ ਦੀ ਫੋਟੋ ਹੀ ਆ ਆਹ, ਉਹ ਕਮਰੇ 'ਚ ਹੈਗਾ, ਉਹਨਾਂ ਦੀ ਕੰਧ ਕੱਚੀ ਸੀ ਤੇ ਆਪਣੀ ਉਹ ਨਾਲ ਗਲੇਫੀ 'ਚ। ਬਿਲਕੁਲ, ਪਰ ਗੱਲ ਇਹ ਆ ਨਾ, ਅੱਜ ਕੱਲ੍ਹ ਸੱਜਰੇ ਰੱਜਿਆਂ ਦਾ ਤਾਂ ਇਹ ਹਾਲਾਤ ਆ, ਗਲਾ ਗਦੌੜਾ ਫੇਰਿਆ ਵਾ ਹਰੇਕ ਦਾ ਹੀ। ਗਦੌੜੇ ਦਾ ਵੀ ਜ਼ਿਕਰ ਤੁਹਾਨੂੰ ਕਿਤਾਬ 'ਚ ਪੜ੍ਹਿਓ, ਇੰਨਾ ਸਾਰਾ ਨਾ ਆਪਾਂ ਦੱਸ ਸਕਾਂਗੇ ਕਿ ਜਾਂ ਕਿਸੇ ਫਿਰ ਅਗਲੇ ਪ੍ਰੋਗਰਾਮ 'ਚ, ਜੇ ਤੁਸੀਂ ਪਸੰਦ ਕਰਦੇ ਹੋ ਸੀਵੀਆ ਸਾਹਿਬ ਨਾਲ, ਅਗਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਗਦੌੜੇ ਦਾ ਤਾਂ ਜ਼ਿਕਰ ਕਰ ਹੀ ਦਈਏ, ਹੈ ਨਾ। ਕਿਵੇਂ ਬਣਦੀ ਸੀ ਇਹ ਮਠਿਆਈ? ਉਹਦਾ ਗਦੌੜਾ ਦੇਸੀ ਘਿਓ ਦੇ ਵਿੱਚ ਖੰਡ ਪਾ ਕੇ ਤੇ ਉਹਨੂੰ ਕਾੜੀ ਜਾਂਦੇ। ਅੱਛਾ, ਉਹ ਫਿਰ ਬਹੁਤ ਸਖਤ ਹੋ ਜਾਂਦਾ, ਤੇ ਜਿਵੇਂ ਬਰਫੀ ਬਣਦੀ ਹੈ ਉਹਨੂੰ ਥਾਲਾਂ 'ਚ ਪਾ ਕੇ ਤੇ ਬਸ ਜਾਂ ਬਾਟੀਆਂ 'ਚ। ਹਾਂ, ਥਾਲਾਂ 'ਚ ਹੀ ਪਾਉਂਦੇ ਹੋਣਗੇ, ਕਿਉਂਕਿ ਸਾਰੇ ਪਿੰਡਾਂ ਦਾ ਕੰਮ। ਕਦੋਂ ਤੱਕ ਰਿਹਾ ਗਦੌੜਾ? ਮਸਲਨ ਮਰਗਤ ਤੇ ਵੀ ਪਾਉਂਦੇ ਹੁੰਦੇ ਸੀ, ਅਗਲਾ ਕਹਿੰਦਾ ਤੇਰਾ ਕਿਹੜਾ ਗਦੌੜਾ? ਮੈਂ ਬਚਪਨ 'ਚ ਖਾਧਾ ਹੈ ਕੇਰਾਂ। ਅੱਛਾ, ਉਦੋਂ ਬਾਅਦ ਨਹੀਂ। ਹਾਂ, ਇਹਦਾ ਮਤਲਬ ਪੁਰਾਣਾ 70 ਸਾਲ ਪਹਿਲਾਂ ਦੀਆਂ ਗੱਲਾਂ ਨੇ। ਪਰ ਉਹ ਮੈਨੂੰ ਮੇਰੇ ਤਾਇਆ ਜੀ, ਉਹ ਜਦੋਂ ਕਿਸੇ ਨਾਲ ਲੜ ਪੈਣਾ, ਉਹਨਾਂ ਨੇ ਕਹਿਣਾ ਤੂੰ ਬੜਾ ਨਾਡੂ ਖਾਨ ਹੈ, ਤੂੰ ਨਗੌਰੀਆਂ, ਤੇਰਾ ਗਦੌੜਾ ਫੇਰਿਆ, ਵੀ ਮਤਲਬ ਤੋਰਾ ਕੋਈ ਵੱਡਾ ਕੰਮ ਕਰਿਆ ਵੱਡਾ। ਉਹਦੀ ਫਿਰ ਮਸ਼ਹੂਰ ਹੋ ਜਾਂਦੀ ਸੀ। ਗਦੌੜਾ ਫੇਰਨਾ ਵੱਡਾ ਕੰਮ ਸੀ, ਵੱਡਾ ਕੰਮ ਸੀ, ਬਹੁਤ ਵੱਡਾ ਕੰਮ। ਬੰਨੇ ਚੰਨੇ ਤੇ ਕੋਈ ਬਿਰਲਾ ਵਾਂਝਾ ਹੀ ਕਰਦਾ ਸੀ ਗਦੌੜਾ। ਹਾਂ, ਕੋਈ ਚੱਲਦਾ ਪੁਰਜਾ ਹੀ ਕਰਦਾ ਸੀਗਾ। ਉਹਦੇ 'ਚ ਫਿਰ ਤੁਲਮਾ ਦਿੰਦੇ ਸੀਗੇ ਸਾਰੇ ਪਿੰਡ ਨੂੰ। ਅੱਛਾ, ਤੇ ਜਿਹੜੇ ਕੰਮੀ ਲੋਕ ਸੀਗੇ ਉਹਨਾਂ ਨੂੰ ਅੱਧਾ ਕਿਲੋ ਦਿੰਦੇ ਸੀਗੇ, ਉਹ ਅੱਧਾ ਸੇਰ, ਤੇ ਉਹਨਾਂ ਨਾਲ ਵੀੜੀ ਕੋਈ ਨਹੀਂ ਸੀਗੀ। ਬਾਕੀ ਤਾਂ ਗੁੰਮਿਆਂ ਜੋਗੇ ਸੀਗੇ।
ਆ ਗੁੰਮਾ, ਇਹ ਸਰੀਰ ਤੇ ਵੀ ਨਿਕਲਦਾ ਗੁੰਮਾ। ਗੁੰਮੇ ਕੀ ਹੁੰਦੇ ਸੀਗੇ? ਗੁੰਮੇ ਜਦੋਂ ਛੱਪੜ ਸੁੱਕ ਜਾਂਦੇ ਨਾ ਤੇ ਉਹ ਮਿੱਟੀ ਜਿਹੜੀ ਸੀ ਇੱਕ 2-2 ਫੁੱਟ ਦੇ ਡਲੇ ਬਣ ਜਾਂਦੇ ਸੀ, ਤੇੜਾ ਛੱਡ ਜਾਂਦੀ ਤੇ ਤੇੜਾ 'ਚ ਸੱਬਲ ਪਾ ਕੇ ਧਾਨ ਉਠਾ ਲੈਂਦੇ। ਆਪਣੇ ਮੁੱਖ ਮੰਤਰੀ ਚੰਨੀ ਸਾਹਿਬ ਢਾਉਂਦੇ ਰਹੇ ਗੁੰਮੇ। ਤੇ ਉਹ ਵੈਸੇ ਜੇ ਚੰਨੀ ਸਾਹਿਬ ਨੂੰ ਪੁੱਛੋ, ਉਹਨੂੰ ਪਤਾ ਨਹੀਂ ਹੋਣਾ ਗੁੰਮੇ ਕੀ ਆ। ਉਹ ਵੀ ਕਹਿੰਦਾ ਰਿਹਾ ਮੈਂ ਟੋਬੇ ਚੋਂ ਮਿੱਟੀ ਲਿਆਉਂਦੇ ਸੀ, ਕਿਆ ਬਾਤ ਹੈ, ਬੱਕਰੀ ਚੋਂਦੇ ਸੀ। ਤੇ ਬੇਸ਼ਕਲੇ ਇਹ ਜਿਹੜੇ ਸੀਗੇ ਉਹਨਾਂ ਦੀ ਕੋਈ ਅੱਛਾ, ਮੈਂ ਵੇਖਿਆ ਕਈ ਬੰਦਿਆਂ ਦਾ ਪਿੰਡਾਂ 'ਚ ਨਾਂ ਵੀ ਗੁੰਮਾ ਹੁੰਦਾ ਸੀ। ਸਾਡੇ ਪਿੰਡ ਹੁੰਦਾ ਸੀ ਮੁੰਡਾ, ਉਹ ਥੋੜਾ ਜਿਹਾ ਕੱਦ ਦਾ ਠੀਕ ਸੀ। ਹਾਂ, ਅੱਛਾ, ਉਹਨੂੰ ਵੀ ਗੁੰਮਾ ਕਹਿ ਦਿੰਦੇ ਸੀ। ਇੱਕ ਸਰੀਰ ਤੇ ਵੀ ਨਿਕਲਦੇ ਸੀ ਓਲਮੇ ਜੇ ਗੋਲ ਗੋਲ ਗੰਡਾ, ਉਹਨੂੰ ਗੜ ਵੀ ਆਖ ਦਿੰਦੇ, ਗੜ ਤੇ ਗੁੰਮੇ। ਕਿਆ ਬਾਤ ਹੈ। ਸੋ ਬਹੁਤ ਖਜ਼ਾਨਾ ਸਿਵੀਆ ਸਾਹਿਬ ਕੋਲ 600 ਦੇ ਕਰੀਬ ਦੋਸਤੋ ਇਹ ਐਂਟਰੀਆਂ ਨੇ ਇਹਨਾਂ ਦੀਆਂ ਟੋਟਲ। ਮੇਰਾ ਖਿਆਲ ਹੈ ਇਹ ਆਪਣੇ ਆਪ 'ਚ PhD ਹੈ, ਕਿਉਂਕਿ ਪੰਜਾਬੀ ਸੱਭਿਆਚਾਰ ਮੈਂ ਆਨਰਸ ਕੀਤਾ, ਪੜ੍ਹਿਆ ਬਹੁਤ ਸਾਰੀਆਂ ਕਿਤਾਬਾਂ। ਮੈਨੂੰ ਨਹੀਂ ਲੱਗਦਾ ਕੋਈ ਕਿਤਾਬ ਬਚੀ ਹੋ ਨਜ਼ਰ ਤੋਂ, ਪਰ ਫਿਰ ਵੀ ਚਲੋ ਵਿਦਿਆਰਥੀ ਹਾਂ ਤਾਂ ਉਮਰ। ਇੰਨਾ ਖਜ਼ਾਨਾ ਮੈਂ ਹੋਰ ਵੀ ਬਹੁਤ ਸਾਰੇ ਲੋਕ ਪੜ੍ਹੇ ਨੇ, ਪਰ ਇੰਨਾ ਖਜ਼ਾਨਾ ਸਾਹਮਣੇ ਤਾਰੀਫ ਖੁਸ਼ਾਮਦ ਹੁੰਦੀ ਹੈ, ਪਰ ਇੰਨਾ ਖਜ਼ਾਨਾ ਨਹੀਂ ਹੈ ਜਿੰਨਾ ਸਿਵੀਆ ਸਾਹਿਬ ਨੇ ਇਕੱਠਾ ਕੀਤਾ। ਸਲਾਊਟ ਸਲਾਮ ਤੁਹਾਨੂੰ ਸਰ। ਅੱਛਾ, ਬਾਕੀ ਤਾਂ ਬਹੁਤਿਆਂ ਨੂੰ ਸਾਹਿਤਕਾਰੀ ਦੇ ਨਾਂ 'ਤੇ ਨਾ ਖਿੱਪੇ ਹੀ ਪੈ ਗਏ। ਕਿੱਪੇ ਸੌਰੀ ਹਾਂ, ਕਿੱਪੇ ਨਾ ਇੱਕ ਘੀਸਣਾ ਦੀ ਬਿਮਾਰੀ ਲੱਗ ਗਈ। ਘੀਸਣਾ ਨਾ, ਹਾਂ, ਜਦੋਂ ਬੁਖਾਰੀਆਂ ਕੱਚੀਆਂ ਹੁੰਦੀਆਂ ਸੀ ਨਾ, ਉਹਨਾਂ ਵਿੱਚ ਇਸ ਪ੍ਰਕਾਰ ਦੇ ਕਣਕ ਦੇ ਅਨਾਜ ਨੂੰ ਪੈਂਦੇ ਸੀ, ਗੰਢ ਬਣ ਜਾਂਦੀ ਸੀ ਦਾਣਿਆਂ ਦੀ। ਛੋਟੇ ਬਰੀਕ ਜਿਹੜੇ ਨੰਗੀ ਅੱਖ ਨਾਲ ਵੇਖੇ ਨਹੀਂ ਜਾ ਸਕਦੇ ਸੀਗੇ, ਉਹ ਕਣਕ ਦੇ ਦਾਣਿਆਂ ਵਿੱਚ ਮੋਰੀਆਂ ਕਰਨ ਲੱਗ ਗਏ। ਉੱਲੀ ਸੀ ਕੋਈ ਜਾਂ ਫੰਗਸ ਸੀ? ਇਹ ਤੁਸੀਂ ਸਮਝ ਲਓ ਵੀ ਉਹ ਇੱਕ ਇਹਨੂੰ ਕਣਕ ਨੂੰ ਖਾ ਕੇ ਇੱਕ ਲੇਸ ਪ੍ਰਕਾਰ ਦਾ ਉਹਨਾਂ ਦੀ ਵੇਸਟ ਕੱਢਦੇ ਸੀ, ਲੇਸ। ਤੇ ਉਹਦੇ ਨਾਲ ਉਹ ਖਾਲੀ ਜਿਹੜੇ ਖੋਲ ਸੀਗੇ ਕਣਕ ਦੇ, ਉਹ ਜੁੜ ਜਾਂਦੇ ਸੀ। ਅੱਛਾ, ਵਿੱਚੋਂ ਆਟਾ ਖਾ ਲੈਂਦੇ ਸੀ, ਖੋਲ ਬਚ ਜਾਂਦਾ ਸੀ, ਉਹਨਾਂ ਦਾ ਕਿੱਪੇ ਬਣ ਜਾਂਦੇ ਸੀ, ਉਹਨਾਂ ਦੇ ਕਿੱਪੇ ਉਹ ਜੁੜ ਜਾਂਦੀਆਂ ਸੀਗੀਆਂ ਕਣਕ। ਇਹ ਅੱਜ ਕੱਲ੍ਹ ਵੀ ਜਿਸ ਤਰ੍ਹਾਂ ਇਹ ਜਿਹੜੀ ਫੋਟੋ ਲਈ ਆ ਤੁਸੀਂ, ਇਹ ਸ਼ਾਇਦ ਕਿਸੇ ਸਟੋਰ ਦੀ ਹੈ, ਅੱਜ ਕੱਲ੍ਹ ਵੀ ਮੇਰੇ ਖਿਆਲ ਬਣ ਜਾਂਦੇ ਆ। ਜੇ ਕੋਈ ਨਾ ਪਾਵੇ ਨਾ ਦਵਾਈ, ਅੱਜ ਕੱਲ੍ਹ ਦਵਾਈ ਪਾਉਂਦੇ ਆ। ਹੁਣ ਤਾਂ ਢੋਲਾਂ 'ਚ ਹੀ ਰੱਖਦੇ ਆ, ਕੱਚੀਆਂ ਬੁਖਾਰੀਆਂ ਹੈ ਹੀ ਨਹੀਂ ਗੀਆਂ। ਹੁਣ ਕਣਕ ਨੂੰ ਸਾਂਭ ਕੇ ਰੱਖਦੇ ਆ। ਤੇ ਅੱਜ ਕੱਲ੍ਹ ਹੋਰ ਬਿਮਾਰੀਆਂ ਲੱਗਦੀਆਂ ਇਹਨਾਂ ਨੂੰ। ਜੀ, ਆਹ ਚਰੜ ਭੁੰਡੀ ਮੈਨੂੰ ਬੜੀ ਦੇਰ ਬਾਅਦ ਲੱਭੀ। ਇਹ ਹੈ ਚਰੜ ਭੁੰਡੀ, ਹੈ ਨਾ। ਇਹ ਨਰਮੇ ਵੇਲੇ ਆਉਂਦੇ ਸੀ, ਇਹਨੂੰ ਬਾਣੀਆਂ ਵੀ ਕਹਿੰਦੇ ਸੀ। ਚਿੱਟੀ ਚਿੱਟੀ ਕਪਾਹ ਤੇ ਲਾਲ ਲਾਲ ਹੁੰਦਾ ਸੀ, ਇਹਨੂੰ ਕਹਿੰਦੇ ਸੀ ਬਾਣੀਆਂ, ਹੈ ਨਾ। ਹਾਂ, ਇਹ ਸੁੰਡੀ ਦਾ ਨਾਂ ਬਾਣੀਆਂ ਕਹਿੰਦੇ ਹੁੰਦੇ ਸੀ। ਅੱਛਾ ਜੀ, ਚਰੜ ਭੁੰਡੀ ਹੈ ਨਾ। ਹਾਂ ਜੀ, ਚਰੜ ਕਰਦੀ ਹੈ ਇਹ। ਹਾਂ, ਥੋੜ੍ਹੀ ਆਵਾਜ਼ ਕਰਦੀ ਹੈ, ਇਸ ਕਰਕੇ ਉਹਦੀ ਆਵਾਜ਼ ਤੋਂ ਇਹਦਾ ਨਾਂ ਚਰੜ ਹੋਇਆ। ਤੇ ਇਹ ਮਤਲਬ ਹੁਣ ਹੈਗੀ ਆ ਕਿਤੇ ਕਿਤੇ, ਇਹ ਕਪਾਹ ਦੇ ਵਕਤ ਮਿਲਦੀ ਹੈ। ਤੇ ਦੂਸਰੀ ਤੁਹਾਡੀ ਕਮਾਲ ਦੀ ਐਂਟਰੀ ਹੈ, ਬਾਬਿਆਂ ਦੇ ਵਗ ਪੈਰਦੇ, ਕਿਹਦੇ ਪਰ ਪੈਰੀਂ ਹੱਥ ਲਾਵਾਂ। ਪਰ ਤੁਹਾਡੇ ਵਰਗੇ ਬਜ਼ੁਰਗਾਂ ਦਾ ਜ਼ਰੂਰ ਪੈਰੀਂ ਹੱਥ ਲਾਉਣਾ ਬਣਦਾ, ਇੰਨੇ ਗੁਰ ਨੇ ਤੁਹਾਡੇ ਕੋਲ। ਆਹ ਜਿਹੜੀ ਚਿੱਪੀ ਹੈ, ਸਾਧੂ ਸੰਤ ਰੱਖਦੇ ਸੀ, ਇਹ ਚਿੱਪੀ ਦੀ ਐਂਟਰੀ ਕੀ ਹੈ? ਇਹ ਚਿੱਪੀ ਲੱਕੜ ਦੀ ਹੈ। ਅੱਛਾ, ਹਾਂ, ਇਹ ਇੱਕ ਫਲ ਹੈ ਜਿਹੜਾ ਸਮੁੰਦਰ ਦੇ ਵਿੱਚ ਪੈਦਾ ਹੁੰਦਾ ਹੈ। ਅੱਛਾ, ਕੋਈ ਬੂਟਾ ਹੈ? ਹਾਂ, ਤੇ ਉਹ ਪਾਣੀ 'ਚ ਹੀ ਰਹਿੰਦਾ। ਇਹ ਜਦੋਂ ਜਹਾਜ਼ ਹੈ ਜਿਹੜੇ, ਉਹਨਾਂ ਦੇ ਥੱਲੇ ਕੋਈ ਐਸੇ ਯੰਤਰ ਲੱਗੇ ਹੁੰਦੇ ਆ ਵੀ ਕੋਈ ਮਗਰਮੱਛ ਜਾਂ ਕੋਈ ਹੋਰ ਚੀਜ਼ ਉਲਟਾ ਨਾ ਦੇਵੇ, ਤੇ ਉਹਨਾਂ ਯੰਤਰਾਂ ਦੇ ਵਿੱਚ ਇਹ ਅੜ ਕੇ ਤੇ ਬਾਹਰ ਆ ਜਾਂਦਾ ਹੈ, ਸੁੱਕ ਕੇ। ਹਾਂ, ਸੁੱਕ ਕੇ। ਇਹ ਕੱਦੂ ਵਾਂਗੂ ਹੁੰਦਾ ਹੈ, ਇਹਨੂੰ ਵਿਚਾਲਿਓਂ ਚੀਰਿਆ ਜਾਂਦਾ ਹੈ। ਵਿਚਾਲਿਓਂ ਚੀਰ ਕੇ ਫਿਰ ਉਹ ਚਿੱਪੀ ਬਣਦੀ ਹੈ। ਇਹਦਾ ਦਸਤਾ ਆਪ ਲਾਉਣਾ ਪੈਂਦਾ, ਪਾਣੀ ਵਾਲੀ ਟੂਟੀ ਆਪ ਲਾਉਣੀ ਪੈਂਦੀ ਹੈ ਇਹਦੇ ਵਿੱਚ। ਤੇ ਇਹ ਮੇਰਾ ਖਿਆਲ ਹੈ ਵੀ ਹੁਣ ਇੱਕ ਚਿੱਪੀ ਦਾ ਮੁੱਲ 10,000 ਰੁਪਏ ਹੋਊਗਾ। ਜਿਹੜੀ ਅਸਲੀ, ਉਦੋਂ ਤਾਂ ਪਲਾਸਟਿਕ ਦੀਆਂ ਆ ਗਈਆਂ ਇਹ, ਵੈਸੇ ਮੇਰੇ ਖਿਆਲ 'ਚ ਪਲਾਸਟਿਕ ਦੀਆਂ ਆ ਗਈਆਂ ਹੋਣੀਆਂ। ਪਲਾਸਟਿਕ ਦੀਆਂ ਉਹੋ ਜਿਹੀਆਂ ਨੇ ਨਾ, ਦੇਖੋ ਇਹ ਇੱਕ ਸੁੱਚੀ ਲੱਕੜ ਸੁੱਚੀ ਹੁੰਦੀ ਸੀ, ਇੱਕ ਗੱਲ। ਦੂਜੀ, ਇਹ ਮਾਂਜਣੀ ਸੌਖੀ ਹੁੰਦੀ ਸੀ। ਤੀਜੀ ਗੱਲ, ਇਹਦੇ 'ਚ ਕੋਈ ਚੀਜ਼ ਖਰਾਬ ਨਹੀਂ ਹੁੰਦੀ ਸੀਗੀ। ਤੇ ਚੌਥੀ, ਇਹਦੀ ਮਤਲਬ ਇਹ ਗੁਣ ਸੀ ਇਹਦਾ। ਹਾਂ, ਚੌਥੀ ਗੱਲ, ਹੌਲੀ ਬਹੁਤ ਹੁੰਦੀ ਸੀਗੀ, ਚੱਕਣੀ ਸੌਖੀ ਹੈ ਇਹ। ਤੇ ਇਹ ਸਾਧੂ ਸੰਤਾਂ ਕੋਲੇ ਹੁੰਦੀ ਸੀ। ਹੁਣ ਇਹ ਲੱਕੜ ਜਹਾਜ਼ਾਂ ਦੇ ਵਿੱਚ ਲੱਗਣ ਲੱਗ ਗਈ ਵੀ ਇਹ ਗਲੇ ਨਾ, ਇਹ ਲੱਕੜ ਗਲਦੀ ਨਹੀਂ ਗੀ। ਅੱਛਾ, ਹਾਂ, ਮਤਲਬ ਹੁਣ ਤਾਂ ਫਿਰ ਇਹਨਾਂ 10-12 ਦੀ ਚਿੱਪੀ ਬੰਦਾ ਅਫੋਰਡ ਵੀ ਨਹੀਂ ਕਰ ਪਾਉਂਦਾ। ਨਹੀਂ, ਉਹ ਤਾਂ ਸਾਧੂ ਸੰਤ ਹੀ ਰੱਖਦੇ ਬੰਦੇ ਨੇ, ਪਤਾ ਕੀ ਕਰਨੀ ਹੈ ਕਬੀਲਦਾਰਾਂ ਨੇ ਇਹ। ਜੀ, ਸੋ ਇਸੇ ਤਰ੍ਹਾਂ ਉੱਠ ਲੱਦਣ ਦੇ ਵਕਤ ਜਿਹੜਾ ਇਹ ਚਿੱਲੀ ਹੁੰਦੀ ਸੀ, ਹੈ ਨਾ। ਹਾਂ, ਅੱਛਾ, ਇੱਕ ਹੋਰ ਬੀਬੀਆਂ ਭੈਣਾਂ ਵਾਲੀ ਗੱਲ ਮਾਤਾਵਾਂ ਨੂੰ ਜ਼ਰੂਰ ਚੇਤੇ ਹੋਣਾ। ਮਧਾਣੀ ਤਾਂ ਸਭ ਨੂੰ ਪਤਾ ਹੈ, ਮਧਾਣੀ ਤੇ ਝੇਰਨੇ 'ਚ ਕੀ ਅੰਤਰ ਸੀ? ਝੇਰਨਾ ਜਿਹੜਾ ਇਹ ਮਧਾਣੀ ਤੋਂ ਛੋਟਾ ਹੁੰਦਾ ਸੀ, ਇਹ ਬਬੂਲ ਦੀ ਲੱਕੜ ਬਣਦਾ ਹੈ। ਕਿੱਕਰ ਦੀ ਲੱਕੜ ਦਾ ਨਾ, ਬਬੂਲ ਤੇ ਕਿੱਕਰ ਥੋੜਾ ਜਿਹਾ ਫਰਕ ਹੈ। ਅੱਛਾ, ਫਰਕ ਹੈ ਉਹਦੇ 'ਚ। ਤੇ ਜਿਹੜਾ ਇਹ ਝੇਰਨਾ ਸੀਗਾ, ਇੱਕ ਲੱਕੜ ਸਾਰੀ
ਤੇ ਗਿੱਲੀ ਲੱਕੜ ਮੂਹਰੋਂ ਮਧਾਣੀ ਲੋਟ ਚੀਰੀ ਜਾਂਦੀ ਸੀਗੀ। ਜਦੋਂ ਉਹ ਸੁੱਕ ਜਾਂਦੀ ਸੀ ਤੇ ਉਹ ਫੁੱਲ ਹੀ ਬਣ ਜਾਂਦੇ ਸੀਗੇ ਮਧਾਣੀ ਦੇ, ਤੇ ਮਧਾਣੀ ਦੇ ਫੁੱਲ ਅੱਡ ਬਣਦੇ ਸੀਗੇ ਤੇ ਉਹ ਮੋਟੀ ਵੀ ਹੁੰਦੀ ਸੀਗੀ ਤੇ ਇਸ ਝੇਰਨੇ ਨੂੰ ਹੱਥ ਨਾਲ ਵੀ ਐਂ ਹਿਲਾਇਆ ਜਾ ਸਕਦਾ ਸੀਗਾ। ਖਾਸ ਕਰਕੇ ਗਾਂ ਦਾ ਦੁੱਧ ਰੜਕਦੇ ਸੀ ਇਹਦੇ ਨਾਲ, ਦੱਸਦੇ। ਹਾਂ, ਗਾਂ ਦਾ ਦੁੱਧ ਜਿਹੜਾ ਉਹਦੇ ਤੇ ਮੱਖਣੀ ਛੇਤੀ ਆ ਜਾਂਦੀ ਹੈ। ਗਾਂ ਦਾ ਮਾਂ ਦਾ ਦੁੱਧ ਜ਼ਿਆਦਾ ਰੜਕਣਾ ਪੈਂਦਾ। ਅੱਛਾ, ਇਹ ਮਤਲਬ ਝੇਰਨਾ ਸੀ, ਇਹ ਗਾਈਆਂ ਵਾਲੇ ਜ਼ਿਆਦਾ ਇਹਨੂੰ ਵਰਤਦੇ ਸੀ। ਹਰਿਆਣੇ ਚ ਆਮ ਹੀ, ਰਾਜਸਥਾਨ ਚ ਆਮ ਹੈ। ਸੋ ਹੋਰ ਬਹੁਤ ਸਾਰੇ ਜਿਹੜੀਆਂ ਨੇ ਇਹਦੇ 'ਚ ਤੁਹਾਡੀਆਂ ਐਂਟਰੀਆਂ ਨੇ। ਖਾਸ ਕਰਕੇ ਮੈਂ ਇੱਧਰ ਬਠਿੰਡੇ ਵੱਲ ਵੇਖਿਆ, ਫਿਰ ਮੈਂ ਤੁਹਾਨੂੰ ਪੁੱਛਿਆ ਸੀ ਉਹ ਜਿਵੇਂ ਕਹਿੰਦੇ ਆ ਧਰਨ ਪਈ ਦਾ ਇਲਾਜ ਕਰਾ ਲਓ, ਢੁੱਡਰੀ ਦਾ ਇਲਾਜ ਕਰਾ ਲਓ, ਢੁੰਡਰੀ ਸੌਰੀ। ਤੇ ਇਹ ਢੁੰਡਰੀ ਕੀ ਚੀਜ਼ ਹੁੰਦੀ ਹੈ? ਇਹ ਢੁੰਡਰੀ ਜੋ ਆਪਣੀ ਰੀੜ੍ਹ ਦੀ ਹੱਡੀ ਹੈ ਉਹਦਾ ਹਾਂ ਸਿਰਾ ਹੁੰਦਾ। ਉਹ ਜਿਹੜੇ ਛੋਟੇ ਬੱਚੇ ਆ ਜਦੋਂ ਲੱਕ ਤੋਂ ਹੇਠਾਂ ਜਿਹੜੀ ਹਿਲਦੀ ਵੀ ਹੁੰਦੀ ਥੋੜੀ ਥੋੜੀ ਹੈ ਨਾ। ਹਾਂ, ਇਹ ਨਰਮ ਵੀ ਹੁੰਦੀ ਹੈ। ਜਦੋਂ ਛੋਟੇ ਬੱਚੇ ਤੁਰ ਨਾ ਸਕਦੇ ਆ ਨਾ, ਉਹ ਡਿੱਗ ਪੈਂਦੇ ਆ, ਉਹ ਥੱਲੇ ਹੀ ਵੱਜਦੇ ਆ, ਤੇ ਉਹ ਜਿਹੜਾ ਰੀੜ੍ਹ ਦੀ ਹੱਡੀ ਦਾ ਸਿਰਾ ਹੈ ਉਹ ਥੋੜ੍ਹਾ ਜਿਹਾ ਅੰਦਰ ਬਾਹਰ ਨੂੰ ਮੁੜ ਜਾਂਦਾ ਤੇ ਉਹਨਾਂ ਨੂੰ ਦਸਤ ਲੱਗ ਜਾਂਦੇ ਆ। ਫਿਰ ਉਹ ਬੁੜੀਆਂ ਕੋਈ ਜਾਣਕਾਰ ਉਹਦੇ ਹੇਠਾਂ ਉਂਗਲੀ ਪਾ ਕੇ ਤੇ ਉਸ ਨੂੰ ਚੱਕਦੀਆਂ। ਅੱਛਾ, ਤੇ ਉਹ ਮਤਲਬ ਜਿਹੜੀ ਜਿਵੇਂ ਕਹਿ ਲਈਏ ਨਾ, ਜਿਵੇਂ ਮਨੁੱਖ ਦੇ ਪੂੰਛ ਕਦੇ ਹੁੰਦੀ ਸੀ, ਦੱਸਦੇ ਉਹ ਐਂਡ ਹੈ ਉਹਦਾ, ਨਰਮ ਹੁੰਦੀ ਹੈ ਹੱਡੀ, ਵੈਸੇ ਵੀ ਹੁੰਦੀ ਹੈ। ਬੱਚਿਆਂ ਦੀ ਤਾਂ ਨਰਮ ਹੁੰਦੀ ਹੈ ਪਹਿਲਾਂ, ਉਹ ਬੱਚਿਆਂ ਨੂੰ ਤਾਂ ਉਹਦੇ ਸਿਰ ਤੇ ਉਹ ਸੱਟ ਲੱਗਣ ਨਾਲ ਅੰਦਰਲੀ ਸਾਈਡ ਮੁੜ ਜਾਂਦੀ ਹੈ, ਫਿਰ ਉਹਦੇ ਦਸਤ ਨਹੀਂ ਰੁਕਦੇ। ਹਾਂ, ਦਸਤ ਨਹੀਂ ਰੁਕਦੇ, ਫਿਰ ਉਹ ਚੱਕੀ। ਪਰ ਅੱਜ ਕੱਲ੍ਹ ਵੀ ਮੈਂ ਵੇਖਿਆ ਬਠਿੰਡੇ 'ਚ ਆਮ ਲਿਖਿਆ ਹੁੰਦਾ ਕਿ ਢੁੰਡਰੀ ਦਾ ਇਲਾਜ ਅੱਜ ਕੱਲ੍ਹ ਫਿਰ ਉਹ ਕਿਸ ਤਰ੍ਹਾਂ ਮਤਲਬ ਮੈਡੀਸਨ ਨਾਲ ਕਰਦੇ ਆ? ਅੱਜ ਕੱਲ੍ਹ ਨਹੀਂ ਕਰਦੇ ਤਾਂ ਇਸੇ ਤਰ੍ਹਾਂ ਹੀ ਹੋਣਗੇ ਉਹ। ਫਿਰ ਮੈਡੀਸਨ ਨਾਲ ਤਾਂ ਕੀ ਕਰਨਾ ਸੀਗਾ, ਕੋਈ ਹੋਰ ਨੁਕਸ ਜਿਵੇਂ ਹਿਚਕੀ ਆ ਜਾਂ ਹੋਰ ਹੈ। ਖੈਰ ਇੰਨਾ ਕੁਛ ਖੀ ਕੇ ਕਰਕੇ ਤਾਂ ਖੀਰ ਵਾਲੀ ਗੱਲ ਹੈ, ਤੇ ਸਮਾਪਤੀ ਵੀ ਆਪਣੀ ਖੀਰ ਤੋਂ ਵੀ ਖਾਸ ਸ਼ੈ ਤਸ਼ਮਈ 'ਤੇ ਕਰਨੀ ਆਪਾਂ। ਤਸ਼ਮਈ ਕਿਹਨੇ ਖਾਧੀ ਹੈ ਦੱਸ ਦਿਓ ਬਈ। ਤਸਮਈ ਕਬੀਲਦਾਰੀ ਲੋਕਾਂ ਦੇ, ਕਬੀਲਦਾਰ ਜਿਹੜੇ ਲੋਕ ਆ ਉਹਨਾਂ ਤੇ ਤਾਂ ਬਣਦੇ ਨਹੀਂ, ਕਿਉਂਕਿ ਇਹਦੇ ਉਹ ਨਹੀਂ ਸੀ ਬਣਾਉਂਦੇ ਤਸ਼ਮਈ ਕਬੀਲਦਾਰ। ਦੁੱਧ ਪਿਓਰ ਚਾਹੀਦਾ ਉਹਦੇ ਵਾਸਤੇ। ਇਹ ਤਾਂ ਫਿਰ ਸਾਧਾਂ ਸੂਧਾਂ ਦੇ ਕੰਮ ਦੀ ਆ, ਵੇਲੜਾਂ ਸਾਧ ਜਿਹੜੇ ਸੀ ਨਾ, ਦੇਖੋ ਇਹ ਇੱਕ ਸੇਰ ਦੁੱਧ ਦੇ ਵਿੱਚ ਇੱਕ ਛਟਾਂਕ ਚੌਲ ਪਾਉਣੇ। ਅੱਛਾ, ਤੇ ਉਹ ਜਦੋਂ ਉਹਨੂੰ ਮੱਠੀ ਅੱਖ ਤੇ ਰਿੰਨੀ ਜਾਣਾ, ਜਦੋਂ ਉਹ ਪਾਣੀ ਉੱਡ ਜਾਂਦਾ ਇਕੱਲਾ ਖੋਆ ਹੀ ਰਹਿ ਜਾਂਦਾ। ਫਿਰ ਉਹ ਜਿਹੜਾ ਤੁਹਾਨੂੰ ਇਹ ਪਤਾ ਹੋਣਾ ਕਿ ਮਹਾਤਮਾ ਬੁੱਧ ਜਦੋਂ ਉਹਨੂੰ ਗਿਆਨ ਪ੍ਰਾਪਤ ਹੋਇਆ ਤੇ ਬੇਸੁਰਤ ਪਿਆ ਸੀਗਾ, ਤੇ ਉਸ ਨੂੰ ਇੱਕ ਬੁੜੀ ਨੇ ਫਿਰ ਇਹ ਤਸ਼ਮਈ ਦਿੱਤੀ ਸੀਗੀ। ਅੱਛਾ, ਵਿਰਾਸਤ 'ਚ ਆਉਂਦਾ ਤਸ਼ਮਈ। ਤਾਕਤਵਰ ਹੁੰਦੀ ਹੈ, ਬਹੁਤ ਤਾਕਤਵਰ ਹੁੰਦੀ ਹੈ। ਫਿਰ ਉਹਨੂੰ ਸੁਰਤ ਆ ਗਈ ਸੀਗੀ। ਉਹ ਖੀਰ ਮਸਲਨ 1 ਕਿਲੋ ਦੁੱਧ 'ਚ ਸਟਾਂਕ ਚੌਲ ਪਾ ਕੇ ਉਬਾਲੀ ਜਾਓ, ਕਾੜੀ ਜਾਓ, ਉਹਦਾ ਮਤਲਬ ਖੋਆ ਹੀ ਬਣਾ ਲਓ ਨਾ, ਕਰੀਮ ਖੋਆ ਹੀ ਬਣ ਜਾਂਦਾ ਬਸ। ਤੇ ਬਾਕੀ ਜਿਹੜੇ ਚੌਲ ਹੈ ਉਹ ਰਿਝਦੇ ਤੇ ਫਿਰ ਇਸ ਤਰ੍ਹਾਂ ਫੁੱਲ ਜਾਂਦੇ ਆ ਉਹ, ਤੇ ਉਹ ਸਵਾਦ ਉਹਦਾ ਸਾਧੂਆਂ ਦੇ ਡੇਰੇ 'ਤੇ ਬਣਦੀ ਹੈ। ਕਬੀਲਦਾਰ ਲੋਕ ਜਾਂ ਆਮ ਲੋਕ ਨਹੀਂ ਬਣਾ ਨਾਲ ਉਹਨਾਂ ਜਦੋਂ ਕੋਈ ਸਾਧ ਮਰ ਜਾਂਦਾ ਨਾ, ਉਹਦਾ ਮਰਨਾ ਕਰਦੇ ਸੀ ਔਰ ਪੂਰੇ ਪੈਸੇ ਲਾਉਂਦੇ ਸੀਗੇ ਉਸ। ਇਹ ਮੈਂ ਵੇਖਦਾ ਕਿ ਵੱਡੇ ਬਲਟੋਇਆਂ ਦੇ ਵਿੱਚ ਜਾਂ ਉਹਨਾਂ 'ਚ ਵੱਡੀਆਂ ਪਤੀਲੀਆਂ 'ਚ, ਕਿ ਉਹ ਪਤੀਲੀ ਨੂੰ ਮਤਲਬ ਪਾਣੀ ਉਹਦੇ 'ਤੇ ਇਸ ਤਰ੍ਹਾਂ ਨਾ ਵੀ ਉਬਲੇ ਨਾ, ਉਹਦੇ ਪਤੀਲੀ ਦੇ ਉੱਤੇ ਫੇਰੀ ਜਾਣਾ ਠੰਡਾ ਪਾਣੀ, ਪਾਸੇ ਵਿੱਚ ਨਹੀਂ ਪਾਉਂਦੇ ਸੀਗੇ, ਵਿੱਚ ਨਹੀਂ ਸੀ ਪਾਉਂਦੇ ਤਾਂ ਪਾਸੇ ਲੀਰ ਉਬਲੇ। ਹਾਂ, ਲੀਰ ਪਾਸੇ ਉਹ ਫੇਰੀ ਜਾਂਦੇ, ਕਿਉਂਕਿ ਜੋ ਦੌੜੀ ਉਬਲੂ ਕਹਿੰਦੇ ਆਪਣੇ ਕੰਢੇ ਸਾੜੂ, ਮਤਲਬ ਉਬਲ ਨਹੀਂ ਸੀ ਦਿੰਦੇ, ਲੀਰ ਗਿੱਲੀ ਲੀਰ ਉੱਪਰ ਫੇਰੀ ਜਾਂਦੇ ਤਾਂ ਜੋ ਨਹੀਂ ਤਾਂ ਬੁੜੀਆਂ ਛਿੱਟਾਂ ਮਾਰਦੀਆਂ ਉਹ ਪਾਣੀ। ਹਾਂਜੀ, ਸੋ ਇਹ ਸਾਧੂਆਂ ਦੇ ਡੇਰੇ ਹੁੰਦੇ ਸੀ ਤਸ਼ਮਈ। ਤੇ ਉਹ ਨਾਲ ਫਿਰ ਮਾਲਪੂੜੇ ਵੀ ਪਕਾਉਂਦੇ ਸੀਗੇ ਤਸ਼ਮਈ ਨਾਲ। ਹਾਂ, ਤੁਸੀਂ ਕਦੋਂ ਦੀ ਖਾਧੀ ਹੋਈ ਹੈ? ਮੈਂ ਤਾਂ ਬਹੁਤ ਚਿਰ ਹੋ ਗਿਆ। ਸੋ ਜ਼ਰੂਰ ਬਣਾਓ। ਸੋ ਕਿਲੋ ਦੁੱਧ 'ਚ ਸਟਾਂਕ ਚੌਲ ਪਾਓ ਤੇ ਫਿਰ ਉਬਾਲੀ ਜਾਓ। ਤੇ ਜਦੋਂ ਕੋਈ ਸਾਧ ਮਰਦਾ ਸੀ, ਸੋ ਸਾਰੇ ਪਿੰਡ ਲਈ ਇਹ ਭੰਡਾਰਾ ਚੱਲਦਾ ਸੀ ਤੇ ਉੱਥੇ ਤਸ਼ਮਈ ਬਣਦੀ ਸੀ। ਰੰਗਾਂ 'ਚੋਂ ਰੰਗ ਸੁਰਮਈ ਤੇ ਖਾਣੇ ਖੀਰਾਂ 'ਚੋਂ ਖਾਣਾ ਤਸ਼ਮਈ। ਤੇ ਸਿਵੀਆ ਸਾਹਿਬ ਦੀਆਂ ਗੱਲਾਂ ਤਸ਼ਮਈ ਤੋਂ ਵੀ ਉੱਤੇ। ਸੋ ਸਿਵੀਆ ਸਾਹਿਬ ਬਹੁਤ ਬਹੁਤ ਧੰਨਵਾਦ। ਸੋ ਸਾਹ ਜੋਗਿੰਦਰ ਸਿੰਘ ਸਿਵੀਆ ਦੇ ਨਾਲ ਅੱਜ ਖੂਬ ਗੁਫ਼ਤਗੂ ਹੋਈ ਹੈ। ਸੋ ਹਮ ਬਜ਼ੁਰਗੋਂ ਸੇ ਦੋਸਤੀ ਕਰ ਲੋ, ਗੁਰ ਬਖਸ਼ ਦੇਂਗੇ ਤੁਮੇ ਬਾਦਸ਼ਾਹੀਆਂ ਕਾ। ਬਹੁਤ ਕਮਾਲ ਦਾ ਸ਼ਾਇਰ ਹੈ। ਸੋ ਇੱਕ ਜਿਹੜੇ ਵਿਰਾਸਤੀ ਗੱਲਾਂ ਨੇ, ਮੈਂ ਅਕਸਰ ਕਰਕੇ ਬੜਾ ਰੂਹ ਨੂੰ ਸਕੂਨ ਮਿਲਦਾ। ਅਤੇ ਉਹ ਵੈਸੇ ਮਿਰਾਸ, ਜਿੱਥੋਂ ਮਿਰਾਸੀ ਲਫ਼ਜ਼ ਮਿਲਿਆ, ਉਹ ਹੈ ਦਾ ਮਤਲਬ ਹੈ ਤੁਹਾਡੀ ਧਰੋਹਰ, ਤੁਹਾਡੀ ਹੈਰੀਟੇਜ। ਮਿਰਾਸ ਫਾਰਸੀ ਉਰਦੂ ਦਾ ਲਫ਼ਜ਼ ਹੈ। ਬੋਬੀ ਜੀ ਵੀ ਹੈਰਾਨੀ ਨਾਲ ਵੇਖ ਰਹੇ ਨੇ, ਕਿਉਂਕਿ ਉੱਦਾਂ ਆਪਾਂ ਕਹਿੰਦੇ ਹਾਂ ਬੰਦਾ ਮਿਰਾਸੀ ਹੈ, ਪਰ ਇਹ ਬਹੁਤ ਖਾਸ ਹੁੰਦੇ ਨੇ। ਸੋ ਉਸ ਮਿਰਾਸ ਤੋਂ ਮਿਰਾਸੀ ਲਫ਼ਜ਼ ਬਣਿਆ। ਉਹ ਮਿਰਾਸ ਹੁੰਦੀ ਹੈ ਧਰੋਹਰ। ਸੋ ਇਹ ਬਜ਼ੁਰਗ ਸਾਡੀ ਮਿਰਾਸ ਨੇ। ਮੈਂ ਤਾਂ ਰੇਡੀਓ ਦਾ ਨਾਂ ਵੀ ਮਿਰਾਸ ਰੱਖਣ ਦਾ ਸੋਚਿਆ ਸੀ, ਪਰ ਇੱਕ ਜਿਹੜਾ ਤੁਰਕ ਦਾ ਜਾਂ ਕਿੱਥੋਂ ਦਾ ਰੇਡੀਓ ਦਾ ਨਾਂ ਵੀ ਮਿਰਾਸ ਰੇਡੀਓ ਹੈ। ਅਤੇ ਇਸ ਦੌਰਾਨ ਮੈਨੂੰ ਇਹ ਲਫ਼ਜ਼ ਬਹੁਤ ਪਿਆਰਾ, ਧਰੋਹਰ, ਵਿਰਾਸਤ, ਤੁਹਾਡੀ ਹੈਰੀਟੇਜ, ਤੁਹਾਡਾ ਪਿਛੋਕੜ।
ਸੋ ਉਹ ਗੁਲਾਟੀ ਸਾਹਿਬ ਦਾ ਸ਼ੇਰ ਹੈ, ਜੇ ਮੈਂ ਗਲਤ ਨਹੀਂ, ਸਿਵਿਆ ਸਾਹਿਬ ਉਹਨਾਂ ਨੇ ਕਿਹਾ कि अपनी मिरास का एहसास कल के बच्चों को रहे, घर में बुजुर्गों की तस्वीर जरूर रखना। क्या बात है। सो शहरो शायरी तुसी भी बहुत मारदे हो। इस तो बाद तुसी शेर भी कोई सुना के जाना, ते नाल ये किताबां तुसी सिविया साहब तो मंगा सकते हो। कदों भी बठिंडे आओ तो जरूर इन्हों मिलो, किताबां इन्हों कोलों लै सकते हो। किताबां ये बाय पोस्ट भी भेज देंदे ने। सिविया साहब अपना फ़ोन नंबर बोल दे, उत्ते कोई शेर शायरी भी सुना दे। तेरे विचों प्यार दी महक आवे, तेरे कोल खलोण नूं जी करदा है। क्या बात है। तेरे विचों प्यार दी महक आवे, तेरे कोल खलोण नूं जी करदा है। तू राही है प्यार दीआं मंजिलां दा एवें बुलाउण नूं जी करदा है। क्या बात है। रूहां दे रिश्ते ने बड़े सालां दा मेरा ते सिविया साहब दा राबता, जदों रेडियो ते लग जाने श्रोते कहंदे साडे भी काल ले लो, पता नहीं लगदा समा कदों लंघ गया। सो संपर्क नंबर सिविया साहब जरूर। 94 170 24 743, दूजा 62 830 55 036। ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ। ਬਸ ਹੋਰ ਕੀ ਬਾਤ ਹੈ। ਸੋ ਇਹ ਸਨ ਆਪਣੇ ਨਾਲ ਥੋੜ੍ਹਾ ਸਮਾਂ ਪਤਾ ਹੀ ਨਹੀਂ ਲੱਗਿਆ ਕਦੋਂ ਨਿਕਲ ਗਿਆ। ਉਮੀਦ ਹੈ ਕਿ ਇਸ ਮਿਰਾਸ ਦੀ ਜਿਹੜੀ ਮਹਿਕ ਹੈ ਤੁਸੀਂ ਜ਼ਰੂਰ ਮਾਣੀ ਹੋਏਗੀ। ਆਇੰਦਾ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਕਰਾਂਗੇ, ਹੋਰ ਅੱਛੀਆਂ ਗੱਲਾਂ ਬਾਤਾਂ, ਕਿਉਂਕਿ ਅਜੇ 600 ਐਂਟਰੀਆਂ ਨੇ। ਕਿਤਾਬ ਇਹ ਜਲਦ ਛਪੇਗੀ। ਮੇਰਾ ਖਿਆਲ ਹੈ ਕਿ ਤੁਹਾਡੇ ਹਰ ਘਰ 'ਚ ਇਸ ਤਰ੍ਹਾਂ ਦੀ ਜਾਂ ਇਹ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਜੋ ਅਸੀਂ ਬੱਚਿਆਂ ਨੂੰ ਦੱਸ ਸਕੀਏ। ਸੋ ਭੈਣਾਂ ਭਰਜਾਈਆਂ ਨੂੰ ਗੁਜ਼ਾਰਿਸ਼ ਹੈ ਕਿ ਤਸ਼ਬੀਹ ਜ਼ਰੂਰ ਬਣਾਇਓ। ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾ ਦਾ ਧੰਨਵਾਦ। ਪ੍ਰੋਗਰਾਮ ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ ਸਿਵਿਆ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਪਰਮਿੰਦਰ ਟਿਵਾਣਾ ਦਾ ਵੀ ਧੰਨਵਾਦ, ਤੇ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਕੀਤਾ ਹੈ ਤੇ ਬੜੇ ਡਿਟੇਲ ਵਿੱਚ ਬੜੀ ਵਿਆਖਿਆ ਕਰਕੇ ਉਹਨਾਂ ਨੇ ਆਪਣੇ ਵਿਰਸੇ ਨਾਲ ਗੱਲਾਂ ਕੀਤੀਆਂ, ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਫਿਰ ਵੀ ਕਿਤੇ ਦਰਸ਼ਨ ਮੇਲੇ ਹੁੰਦੇ ਰਹਿਣਗੇ ਜ਼ਰੂਰ। ਤੇ ਸਭ ਤੋਂ ਵੱਧ ਧੰਨਵਾਦ ਹੈ ਸੋਹਣਾ ਸੁਨੱਖਾ ਮੁੰਡਾ, ਹੁਣ ਕੈਮਰੇ ਦੇ ਪਿੱਛੇ ਕੀ ਹੈ ਦਿਖਾ ਨਹੀਂ ਸਕਦੇ, ਬਹੁਤ ਖੂਬਸੂਰਤ ਬਠਿੰਡੇ ਦਾ ਨੌਜਵਾਨ, 6 ਫੁੱਟ ਕੱਦ ਹੈ ਨਾ, ਤੇ ਬੋਬੀ, ਤੇ ਸਾਡੇ ਸੁਖਨਵਰ ਜੋ ਸਿਵਿਆ ਸਾਹਿਬ ਦੇ ਪੋਤਰੇ ਨੇ, ਉਹਨਾਂ ਦੇ ਬੇਟੇ ਦਾ ਦੋਸਤ ਹੈ, ਕੈਨੇਡਾ ਜਾਣ ਦੀ ਤਿਆਰੀ 'ਚ ਨੇ, ਤੇ ਫੋਟੋ ਜਰਨਲਿਜ਼ਮ ਖਾਸ ਕਰਕੇ ਬਹੁਤ ਇਹਨਾਂ ਨੂੰ ਮੱਸ ਹੈ, ਤੇ ਉਹਦੀ ਸਟੱਡੀ ਲਈ ਜਾ ਰਹੇ ਨੇ। ਸੋ ਦੁਆਵਾਂ ਨੇ। ਸੋ ਜਿੱਥੇ ਵੀ ਰਹਿਣ ਪੰਜਾਬੀਆਂ ਦਾ ਝੰਡਾ। ਸਾਡੇ ਇਹ ਕੈਮਰਾਮੈਨ, ਇਹਨਾਂ ਦੀ ਪ੍ਰੋਫੈਸ਼ਨਲ ਪਹਿਲਾ ਕਲਿੱਕ ਹੈ ਦੋਨਾਂ ਦਾ, ਤੇ ਉਮੀਦ ਹੈ ਤੇ ਇਹਨਾਂ ਦੀ ਇਹ ਜਿਹੜੀ ਕਲਾਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨਾਲ ਕੋਈ ਰਾਬਤਾ ਬਣਾਉਣਾ ਤਾਂ 98 763 096 ਆਪਣਾ ਰੇਡੀਓ ਦਾ ਨੰਬਰ ਹੈ, ਤੇ ਟਿਵਾਣਾ ਰੇਡੀਓ ਦਾ ਪੇਜ ਵੀ ਹੈ, ਤੁਸੀਂ ਸ਼ੇਅਰ ਕਰੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।